ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 127ਵੇਂ ਦਿਨ ਦੀ ਇਕੱਤਰਤਾ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਤੇ ਸਾਰਿਆਂ ਨੂੰ ਉਸ ਵਾਹਿਗੁਰੂ ਦੇ ਨਾਲ ਜੁੜਨ ਦੇ ਲਈ ਜੋ ਬੱਚੇ ਜਾਪ ਦੀ ਸੇਵਾ ਲੈਂਦੇ ਆ, ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ, ਕਿਉਂਕਿ ਸਾਰਿਆਂ ਨੂੰ ਗੁਰੂ ਨਾਲ ਜੋੜਨਾ, ਆਪ ਜੁੜਨਾ ਬਹੁਤ ਵੱਡੀ ਸੇਵਾ ਹੈ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ, ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਲਿਆ ਕਰੋ ਜੀ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਨੇ ਜਸ਼ਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆ ਰਹੀ ਹੈ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਧੰਨਵਾਦ ਜਸ਼ਨਦੀਪ ਕੌਰ ਜੀ। ਹੁਣ ਕੀਰਤਨ ਦਾ ਆਨੰਦ ਮਾਣੀਏ ਜੀ। ਸਾਰਿਆਂ ਨੂੰ ਬੇਨਤੀ ਹੈ, ਆਪਣੇ ਘਰ ਦੇ ਵਿੱਚ ਬੈਠੇ ਆਪਾਂ ਜ਼ਰੂਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਕਰੀਏ, ਤਾਂ ਕਿ ਸਾਡਾ ਜਿਹੜਾ ਬਿਰਤੀਆਂ ਖਿੰਡੀਆਂ ਹੋਈਆਂ ਨੇ ਉਹ ਸੁਣਨ ਦੇ ਲਈ ਤਿਆਰ ਹੋ ਜਾਣ। ਸੋ ਕੀਰਤਨ ਦੀ ਸੇਵਾ ਲੈ ਰਹੇ ਨੇ ਜੀ ਪਲਵਿੰਦਰ ਕੌਰ ਜੀ, ਜਸਕਰਨ ਸਿੰਘ ਜੀ, 10 EPP ਨੰਬਰ 10996 10995 ਜੂਨ ਲੁਧਿਆਣਾ ਤੋਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਲਵਿੰਦਰ ਕੌਰ ਜੀ, ਜਸਕਰਨ ਸਿੰਘ ਜੀ ਤੇ ਵੀਰ ਜੀ ਸਰਬਜੀਤ ਸਿੰਘ ਜੀ।
ਜਿਨ੍ਹਾਂ ਨੇ ਸਾਨੂੰ ਉਸ ਵਾਹਿਗੁਰੂ ਦੇ ਨਾਲ ਜੋੜਨਾ ਕੀਤਾ। ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਸੋ ਸਤਿਗੁਰ ਜੀ ਸਾਡੇ ਤੇ ਸਾਰਿਆਂ ਤੇ ਬਖਸ਼ਿਸ਼ ਕਰਨ ਜੀ, ਅਸੀਂ ਉਸ ਵਾਹਿਗੁਰੂ ਦੇ ਨਾਲ ਜੁੜਨਾ ਕਰੀਏ। ਸੋ ਅੱਜ ਸਾਡੇ ਨਾਲ ਨੋਇਡਾ ਤੋਂ ਜੁੜ ਚੁੱਕੇ ਹਨ ਸਰਦਾਰ ਸਤਿੰਦਰ ਸਿੰਘ ਜੀ। ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਵਿਸ਼ਾ ਲੈਣਗੇ ਜੀ, ਟਾਈਮ ਮੈਨੇਜਮੈਂਟ ਫॉर ਸਟੂਡੈਂਟਸ। ਵੀਰ ਜੀ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ। ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। खालसा वाहिगुरु जी की फतेह जी। आवाज क्लियर है मेरी? हाँ जी, हाँ जी, हाँ जी। स्टार्ट करिए। हाँ जी, हाँ जी। ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦੀ ਹਾਂ ਕਿ ਪੰਜਾਬ ਐਜੂਕੇਟ ਦੇ ਵੀਰਾਂ ਨੇ ਰੀਚ ਆਊਟ ਕੀਤਾ ਤੇ ਉਹਨਾਂ ਦੇ ਸੱਦੇ ਤੇ ਮੈਨੂੰ ਇਸ ਟੌਪਿਕ ਨੂੰ ਸਾਂਝ ਕਰਨ ਲਈ ਬੁਲਾਇਆ ਗਿਆ। ਤੇ ਮੈਂ ਕਾਫੀ ਦਿਨਾਂ ਤੋਂ ਤੁਹਾਡੇ ਵੀਡੀਓਜ਼ ਨੂੰ ਜੋ ਹੈ ਲਾਈਵ ਦੇਖਦਾ ਸੀ ਕਿ ਕਿਸ ਤਰ੍ਹਾਂ ਬੱਚੇ ਗੁਰਬਾਣੀ ਦੇ ਨਾਲ ਜੋੜੇ ਜਾ ਰਹੇ ਨੇ, ਗੁਰੂ ਸਾਹਿਬ ਦੇ ਵਿਚਾਰਾਂ ਦੇ ਨਾਲ ਇਸ ਤਰੀਕੇ ਨਾਲ ਜੋੜੇ ਜਾ ਰਹੇ ਨੇ। ਛੋਟੇ ਛੋਟੇ ਬੱਚੇ ਕੀਰਤਨ ਕਰ ਰਹੇ ਨੇ ਤੇ ਬਹੁਤ ਹੀ ਅੱਛਾ ਮੈਨੂੰ ਇਹ ਉਪਰਾਲਾ ਲੱਗਿਆ। ਔਰ ਜਿਸ ਤਰੀਕੇ ਦੇ ਨਾਲ ਖਾਲੀ ਇਹ ਹੀ ਨਹੀਂ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਆ ਰਹੇ ਨੇ ਬੱਚੇ, ਲੇਕਿਨ ਛੋਟੇ ਤੋਂ ਛੋਟੇ ਪਿੰਡਾਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਡਿਜੀਟਲ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਬੱਚਿਆਂ ਨੂੰ ਇੱਕ ਚੰਗੀ ਰਾਹ ਦੇ ਨਾਲ ਜੋੜਦੇ ਪਏ ਹਾਂ। ਤੇ ਮੈਂ ਤੇ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਪੂਰੇ ਇਸ ਟੀਮ ਦਾ ਜਿਹੜਾ ਇੰਨਾ ਅੱਛਾ ਉਪਰਾਲਾ, ਸ਼ਲਾਘਾਯੋਗ ਉਪਰਾਲਾ ਕਰ ਰਹੇ ਨੇ ਪੰਜਾਬ ਦੇ ਲਈ। ਤੇ ਜਿਹੜਾ ਮੇਰਾ ਅੱਜ ਦਾ ਟੌਪਿਕ ਮੈਂ ਲਿਆਵੇ ਉਹ ਲਿਆ ਟਾਈਮ ਮੈਨੇਜਮੈਂਟ ਫॉर ਸਟੂਡੈਂਟਸ। ਉਹ ਟੌਪਿਕ ਨੂੰ ਦੱਸਣ ਤੋਂ ਪਹਿਲਾਂ ਮੈਂ ਬਿਲਕੁਲ ਸੰਖੇਪ ਚ ਆਪਣੇ ਬਾਰੇ ਦੱਸ ਦੇਣਾ ਚਾਹੁੰਦਾ। ਮੇਰਾ ਨਾਮ ਸਤਿੰਦਰ ਸਿੰਘ ਹੈ। ਮੈਂ ਕਰੀਬ 13 ਸਾਲ ਤੋਂ ਕਾਰਪੋਰੇਟ ਵੱਖਰੀਆਂ IT ਕੰਪਨੀਆਂ 'ਚ ਕੰਮ ਕਰ ਚੁੱਕਾ ਹਾਂ, ਜਿਸ ਤਰ੍ਹਾਂ ਵਿਪਰੋ, HCL, ਹਨੀਵੈਲ। ਇਸ ਤੋਂ ਇਲਾਵਾ ਮੇਰੀ ਕੁਆਲੀਫਿਕੇਸ਼ਨ ਦੇ ਤੌਰ ਤੇ ਮੈਂ ਗ੍ਰੈਜੂਏਟ ਹੈਗਾ ਵਾਂ ਦਿੱਲੀ ਯੂਨੀਵਰਸਿਟੀ ਤੋਂ, ਔਰ ਮੈਂ MMA ਹਾਂ ਮਾਰਕੀਟਿੰਗ ਔਰ ਫਾਈਨੈਂਸ ਦੇ ਅੰਦਰ ICFAI ਯੂਨੀਵਰਸਿਟੀ ਔਰ ਇੰਡੀਅਨ ਇੰਸਟੀਚਿਊਟ ਆਫ ਫੋਰਨ ਟ੍ਰੇਡ ਨਿਊ ਦਿੱਲੀ ਤੋਂ। ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਰੂਰੀ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਪੱਖ ਇਹ ਰਿਹਾ ਕਿ ਗੁਰੂ ਸਾਹਿਬ ਨੇ ਕਾਫੀ ਸਮੇਂ ਤੋਂ ਗੁਰਬਾਣੀ ਵਿਚਾਰ, ਗੁਰਬਾਣੀ ਦੇ ਇਹਨੂੰ ਕਿਸ ਤਰੀਕੇ ਨਾਲ ਸਾਂਝ ਕੀਤੀ ਜਾਏ, ਇਹਨਾਂ ਵਿਚਾਰਾਂ ਦੇ ਨਾਲ ਕਾਫੀ ਟਾਈਮ ਤੋਂ ਜੋੜ ਕੇ ਰੱਖਿਆ। ਤੇ ਹਮੇਸ਼ਾ ਇੱਕ ਮਨ 'ਚ ਇਹ ਤਾਂਘ ਰਹਿੰਦੀ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਉਪਰਾਲੇ ਹੋਰ ਕਰੀਏ ਆਪਣੇ ਇੰਡੀਵਿਜੂਅਲ ਲੈਵਲ ਤੇ, ਕਿਉਂਕਿ ਵੱਡੀਆਂ ਸੰਸਥਾਵਾਂ, ਵੱਡੀਆਂ ਆਰਗੇਨਾਈਜੇਸ਼ਨਸ ਤੇ ਬਹੁਤ ਕੁਝ ਕਰ ਸਕਦੀਆਂ ਹਨ, ਪਰ ਗੁਰੂ ਸਾਹਿਬ ਨੇ ਤੇ ਸਾਨੂੰ ਘਰ ਘਰ ਅੰਦਰ ਧਰਮਸਾਲ ਦਾ ਸੁਨੇਹਾ ਦਿੱਤਾ ਹੈ। ਤੇ ਇੱਕ ਇੰਡੀਵਿਜੂਅਲ ਲੈਵਲ ਤੇ ਨੌਕਰੀ ਕਰਦੇ ਆ, ਆਪਣੀ ਜੌਬ ਕਰਦੇ ਆ, ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ, ਤੁਸੀਂ ਜੋ ਵੀ ਸਮਾਂ ਆਪਣਾ ਦਸਵੰਧ ਸਮਝ ਲਓ ਜਾਂ ਕਿਸੇ ਵੀ ਤਰੀਕੇ ਨਾਲ ਕ੍ਰੀਏਟਿਵ ਤਰੀਕਾ ਅਪਣਾਇਆ ਜਾਏ ਤਾਂ ਕਿ ਅਸੀਂ ਬੱਚਿਆਂ ਤੱਕ, ਯੰਗਸਟਰਸ ਤੱਕ, ਆਪਣੇ ਪੰਜੀਰੀ ਤੱਕ ਪਹੁੰਚੀਏ। ਤੇ ਉਸੇ ਨੂੰ ਜੋ ਹੈ ਮੱਦੇਨਜ਼ਰ ਰੱਖਦੇ ਆ ਇੱਕ ਛੋਟਾ ਜਿਹਾ ਉਪਰਾਲਾ ਮੈਂ ਸ਼ੁਰੂ ਕੀਤਾ। YouTube ਤੇ ਇੱਕ ਚੈਨਲ ਹੈ ਸਿੰਘ ਵਿਜ਼ਡਮ, ਉਹਦੇ ਤੇ ਮੈਂ ਬੱਚਿਆਂ ਦੇ ਲਈ ਇਹ ਪੰਜਾਬੀ ਐਜੂਕੇਸ਼ਨਲ ਟੌਪਿਕਸ ਬਣਾਉਂਦਾ ਵਾਂ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਟੌਪਿਕ ਮੈਂ ਟਾਈਮ ਮੈਨੇਜਮੈਂਟ ਦਾ ਅੱਜ ਸਾਂਝ ਕਰਾਂਗਾ ਬੱਚਿਆਂ ਦੇ ਨਾਲ। ਮੈਂ ਆਪਣੀ ਸਕਰੀਨ ਸ਼ੇਅਰ ਕਰਦਾ ਵਾਂ, ਤੁਸੀਂ ਮੈਨੂੰ ਐਨੇਬਲ ਕਰੋਗੇ ਕਿ ਮੈਂ ਸਕਰੀਨ ਸ਼ੇਅਰ ਕਰ ਸਕਾਂ? ਵਾਹਿਗੁਰੂ ਜੀ। ਗਗਨਦੀਪ ਸਿੰਘ ਜੀ। ਵਾਹਿਗੁਰੂ ਜੀ। ਹਾਂਜੀ, ਜਿੰਨੀ ਦੇਰ ਚ ਮੈਨੂੰ ਮਿਲਦਾ ਹੈ। ਹਾਂਜੀ। ਇਹ ਮਤਲਬ ਇਹ ਬੜਾ ਕਾਮਨ ਜਿਹਾ ਸਵਾਲ ਰਹਿੰਦਾ ਹੈ, ਸਾਰੇ ਹੀ ਇਹ ਪੁੱਛਦੇ ਨੇ ਕਿ ਟਾਈਮ ਨੂੰ ਕਿਸ ਤਰ੍ਹਾਂ ਮੈਨੇਜ ਕਰੀਏ। ਕਿਉਂਕਿ ਜੇਕਰ ਅਸੀਂ ਚੰਗੀ ਤਰ੍ਹਾਂ ਸਮਝੀਏ ਤੇ ਦੇਖੋ ਬੱਚਿਆਂ ਦੇ ਕੋਲ ਪੜ੍ਹਾਈ ਦੇ ਵਾਸਤੇ ਇੱਕ ਡਿਫਾਈਨ ਜਿਹਾ ਟਾਈਮ ਹੁੰਦਾ ਹੈ, ਚਾਹੇ ਉਹਨਾਂ ਦੇ ਸਾਲ ਦੀ ਗੱਲ ਕਰੀਏ, ਉਹਨਾਂ ਦੇ ਸਿਲੇਬਸ ਦੀ ਗੱਲ ਕਰੀਏ, ਜਾਂ ਉਹਨਾਂ ਦੇ ਵੱਖੋ ਵੱਖਰੇ ਜਿਹੜੇ ਵਿਸ਼ੇ ਜਿਨ੍ਹਾਂ ਨੂੰ ਉਹਨਾਂ ਨੇ ਸਟੱਡੀ ਕਰਨਾ ਹੈ, ਅੱਗੇ ਐਗਜ਼ਾਮ ਦੇਣਾ ਹੈ। ਲੇਕਿਨ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਖਾਲੀ ਮੰਨੀਏ, ਹਾਲਾਂਕਿ ਗੁਰੂ ਸਾਹਿਬ ਤੇ ਦਮ ਦੀ ਗੱਲ ਕਰਦੇ ਨੇ, ਪਰ ਚਲੋ ਖੈਰ ਬੱਚਿਆਂ ਦੀ ਸਮਝ ਲਈ ਅਸੀਂ ਆਪਣੇ ਪੂਰੇ ਦਿਨ ਦੀ ਵਿਚਾਰ ਜੇ ਕਰੀਏ ਤੇ ਅਸੀਂ ਆਪਣੇ ਪੂਰੇ ਦਿਨ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ। ਉਹਨਾਂ ਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਦੇ ਵਿੱਚ ਸਾਡਾ ਸਮਾਂ ਜਾਂਦਾ ਹੈ।
ਔਰ ਇਹੀ ਜਵਾਬ ਜ਼ਿਆਦਾਤਰ ਜੋ ਹੈ ਵੀਰਾਂ ਨਾਲ ਗੱਲ ਕਰਦੇ ਆ ਜਾਂ ਕਿਸੇ ਨਾਲ ਵੀ ਗੱਲ ਕਰੀਏ ਨਾ ਕਿ ਗੁਰੂ ਸਾਹਿਬ ਦੀ ਬਾਣੀ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਜਾਂ ਸਾਨੂੰ ਜੋ ਹੈ ਗੁਰੂ ਸਾਹਿਬ ਨੇ ਜਿਹੜਾ ਫਲਸਫਾ ਸਾਨੂੰ ਦੱਸਿਆ ਉਹਦੇ ਤੇ ਸਾਨੂੰ ਕਿਸ ਤਰੀਕੇ ਨਾਲ ਟੁਰਨਾ ਚਾਹੀਦਾ ਹੈ, ਬਾਣੀ ਪੜ੍ਹਨ ਦੀ ਗੱਲ ਕਰਦੇ ਆ ਤੇ ਸਭ ਤੋਂ ਇੱਕ ਸੌਖਾ ਜਵਾਬ ਆਉਂਦਾ ਹੈ, ਉਹ ਹੁੰਦਾ ਹੈ ਕਿ ਵੀਰ ਜੀ ਟਾਈਮ ਹੀ ਕਿੱਥੇ ਹੈ। ਤੁਸੀਂ ਕਰਦੇ ਹੋ ਗੱਲ ਕਿ ਘੰਟੇ 2 ਘੰਟੇ ਦੀ, ਇੱਥੇ ਤੇ 10 ਮਿੰਟ ਕੱਢਣੇ ਔਖੇ ਨੇ। ਤੇ ਸੇਮ ਇਹੋ ਜਿਹਾ ਹੀ ਵਾਪਰਦਾ ਹੈ ਸਾਡੇ ਬੱਚਿਆਂ ਦੇ ਨਾਲ ਵੀ। ਹੁਣ ਬੱਚੇ ਵੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜੇ ਦੇਖਣ, ਮੇਰੀਆਂ ਖੁਦ ਦੀਆਂ 2 ਬੇਟੀਆਂ ਨੇ, ਇੱਕ 2.5 ਸਾਲ ਦੀ ਹੈ ਛੋਟੀ, ਇੱਕ 9.5 ਸਾਲ ਦੀ ਹੈ, ਤੇ ਮੈਂ ਬੜੇ ਕਰੀਬ ਤੋਂ ਉਹਨਾਂ ਨੂੰ ਇਸ ਚੀਜ਼ ਨੂੰ ਦੇਖਣਾ ਵਾ ਤੇ ਸੇਮ ਉਹੀ ਚੀਜ਼ ਮੈਂ ਇੱਥੇ ਸਾਰੇ ਬੱਚਿਆਂ ਦੇ ਨਾਲ ਵੀ ਜਦੋਂ ਦੇਖ ਰਿਹਾ ਵਾਂ ਤੇ ਮੈਨੂੰ ਉਹ ਕੋਰਿਲੇਟ ਹੋ ਰਿਹਾ ਹੈ ਕਿ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਅਸੀਂ ਜਿਹੜੀਆਂ ਐਕਟੀਵਿਟੀਜ਼ ਕਰਦੇ ਆ ਨਾ, ਜਿਹੜੇ ਵੱਖੋ ਵੱਖਰੇ ਕੰਮ ਕਰਦੇ ਆ, ਅਲਟੀਮੇਟਲੀ ਸਾਡਾ ਸਮਾਂ ਉਹਨਾਂ ਚੀਜ਼ਾਂ ਦੇ ਵਿੱਚ ਜਾਂਦਾ ਹੈ। ਤੇ ਅੱਜ ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ ਬੱਚਿਆਂ ਦੇ ਨਾਲ ਵੀ, ਤੇ ਇਸ ਸਲਾਈਡ ਦੇ ਜ਼ਰੀਏ ਅਸੀਂ ਥੋੜੀ ਜਿਹੀ ਸਾਂਝ ਪਾਵਾਂਗੇ। ਮੈਨੂੰ ਦੱਸਿਓ ਜੇਕਰ ਤੁਸੀਂ ਸਕਰੀਨ ਦੇਖ ਪਾ ਰਹੇ ਹੋ ਤੇ। ਹਾਂਜੀ ਹਾਂਜੀ ਦਿਖ ਰਹੀ ਹੈ ਜੀ। ਠੀਕ ਹੈ ਜੀ। ਤੇ ਅੱਜ ਦਾ ਜਿਹੜਾ ਅਸੀਂ ਵਿਸ਼ਾ ਲਿਆ ਹੈ ਟਾਈਮ ਮੈਨੇਜਮੈਂਟ ਫॉर ਸਟੂਡੈਂਟਸ, ਇਹਦੇ ਵਿੱਚ ਮੈਂ 2 ਚੀਜ਼ਾਂ ਨੂੰ ਇੱਥੇ ਥੋੜਾ ਜਿਹਾ ਸੰਖੇਪ ਚ ਬੱਚਿਆਂ ਦੇ ਨਾਲ ਵੀ ਵਿਚਾਰ ਕਰਨਾ ਚਾਹਾਂਗਾ ਕਿ ਅਸੀਂ ਨਾ ਜਦੋਂ ਆਪਣੇ ਸਵੇਰੇ ਜਦੋਂ ਆਪਣੀ ਦਿਨਚਰਿਆ ਸ਼ੁਰੂ ਕਰਦੇ ਹਾਂ ਜਾਂ ਆਪਣੇ ਜੋ ਸਾਡਾ ਸਮਾਂ ਗੁਜ਼ਰਦਾ ਹੈ, ਤੇ ਅਸੀਂ ਨਾ ਸਾਡੇ ਅਕਸਰ ਜਿਹੜੇ ਸਵਾਲ ਹੁੰਦੇ ਨੇ ਉਹ ਹੁੰਦੇ ਨੇ ਕਿ ਬਈ ਦੁਨੀਆ ਭਰ ਦੀਆਂ ਚਿੰਤਾਵਾਂ ਨੇ, ਅੱਜ ਕੱਲ ਬੱਚਿਆਂ ਨੂੰ ਵੀ ਬੜੀਆਂ ਚਿੰਤਾਵਾਂ ਨੇ। ਤੇ ਆਪਣੇ ਮੈਂ ਸਲਾਈਡ ਦੇ ਅੰਦਰ 2 ਪੱਖ ਇਹਦੇ ਚ ਸਮਝਾਏ ਨੇ। ਪਹਿਲੀ ਚੀਜ਼ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਡਾ ਕੰਟਰੋਲ ਹੈਗਾ ਹੈ ਤੇ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਸਾਡਾ ਕੋਈ ਕੰਟਰੋਲ ਹੀ ਨਹੀਂ ਹੈਗਾ। ਹੁਣ ਤੁਸੀਂ ਅਗਰ ਇਹਦੇ ਚ ਦੇਖੋਗੇ ਤੇ ਇਹ ਇੱਕ ਰੈੱਡ ਸਰਕਲ ਦਿਖਾਇਆ ਤੇ ਮੈਂ ਇੱਕ ਗ੍ਰੀਨ ਸਰਕਲ ਦਿਖਾਇਆ ਹੈ। ਵੈਸੇ ਇਹ ਜੋ ਹੈ ਇੱਕ ਇੰਟਰਨੈਸ਼ਨਲ ਸਟੱਡੀ ਹੈਗੀ ਹੈ ਜਿਹਦੇ ਵਿੱਚੋਂ ਮੈਂ ਇਸ ਟੌਪਿਕ ਨੂੰ ਖਿੱਚਿਆ ਹੈ, ਤੇ ਲੇਕਿਨ ਮੈਂ ਸੌਖਾ ਕਰਨ ਵਾਸਤੇ ਨਾਟ ਟੂ ਡੂ ਹੋਰ ਟੂ ਡੂ ਦੇ ਵਿੱਚ ਇਹਨੂੰ ਕਨਵਰਟ ਕੀਤਾ ਦਾ ਇੱਥੇ। ਹੁਣ ਆਊਟ ਆਫ ਕੰਟਰੋਲ ਸਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ, ਹੋਰ ਇਹ ਖਾਲੀ ਟੌਪਿਕ ਬੱਚਿਆਂ ਵਾਸਤੇ ਹੀ ਨਹੀਂ ਹੈ, ਸਾਡੇ ਵੱਡਿਆਂ ਵਾਸਤੇ ਵੀ, ਬਜ਼ੁਰਗਾਂ ਵਾਸਤੇ ਵੀ ਇਹ ਕੁਝ ਇਹੋ ਜਿਹਾ ਹੀ ਸਾਡੇ ਨਾਲ ਵਾਪਰਦਾ ਹੈ। ਸਾਡੇ ਲਾਈਫ 'ਚ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਸਾਡਾ ਕੋਈ ਕੰਟਰੋਲ ਨਹੀਂ ਹੈਗਾ, ਲੇਕਿਨ ਅਸੀਂ ਚਿੰਤਾਤੁਰ ਬੜੇ ਰਹਿੰਦੇ ਹਾਂ, ਸਾਰਾ ਦਿਨ ਚਿੰਤਾ ਕਰਦੇ ਹਾਂ। ਕੋਈ ਨੈਚੁਰਲ ਡਿਜ਼ਾਸਟਰ ਦੇ ਬਾਰੇ ਸਾਨੂੰ ਚਿੰਤਾ ਰਹਿੰਦੀ ਹੈ, ਕੋਈ ਭੂਕੰਪ ਨਾ ਆ ਜਾਵੇ, ਕੋਈ ਤੂਫਾਨ ਨਾ ਆ ਜਾਵੇ। ਕੋਵਿਡ-19 ਦਾ ਹੁਣ ਤੁਸੀਂ ਦੇਖੋ ਜਿਹੜਾ ਸਮਾਂ ਚੱਲ ਰਿਹਾ ਹੈ, ਸਾਰੀ ਦੁਨੀਆ ਇਸ ਦੇ ਸ਼ਿਕੰਜੇ ਦੇ ਵਿੱਚ ਆਈ ਦੀ ਹੈ। ਕੋਈ ਐਸੀ ਕੰਪਨੀ ਨਹੀਂ, ਕੋਈ ਐਸਾ ਮੁਲਕ ਨਹੀਂ, ਕੋਈ ਐਸੀ ਪੜ੍ਹਾਈ ਦਾ ਖੇਤਰ ਨਹੀਂ ਜਿਹੜਾ ਇਹਦੇ ਤੋਂ ਬਚਿਆ ਹੋਵੇ। ਹੁਣ ਇਹ ਵੀ ਸਾਡੀ ਚਿੰਤਾ ਦਾ ਲੇਕਿਨ ਕਿਤੇ ਨਾ ਕਿਤੇ ਹਿੱਸਾ ਹੈਗਾ ਹੈ। ਸਾਰੇ ਹੀ ਵੱਡੇ ਤੋਂ ਵੱਡੇ ਕੰਪਨੀਆਂ ਹਰ ਤਰ੍ਹਾਂ ਦੇ ਲੋਕ ਇਹਦੀ ਵਿਚਾਰ ਕਰਦੇ ਨੇ। ਅੱਛਾ, ਇਕਨੋਮੀਜ਼ ਦੀਆਂ ਚਿੰਤਾ ਹੁੰਦੀਆਂ ਨੇ ਕਿ ਜੇ ਦੇਸ਼ ਡੁੱਬ ਗਿਆ, ਜੇ ਇਕਨੋਮੀ ਡੁੱਬ ਗਈ, ਜੇ ਸ਼ੇਅਰ ਮਾਰਕੀਟ ਡੁੱਬ ਗਈ। ਖਬਰਾਂ ਸਾਡੀਆਂ ਦੇਖ ਲਵੋ ਤੁਸੀਂ ਦਿਨ ਦੇ ਅੰਦਰ ਇਤਨੀਆਂ ਖਬਰਾਂ ਦੇ ਚੈਨਲ ਨੇ, ਅੱਜ ਦੀ ਡੇਟ ਦੇ ਅੰਦਰ ਇਤਨੇ ਚੈਨਲ ਨੇ ਕਿ ਤੁਸੀਂ ਸਾਰਾ ਦਿਨ ਵੀ ਜੇਕਰ ਬੈਠੇ ਰਹੋ, ਸਾਰਾ ਦਿਨ ਇੱਕ ਬੰਦਾ ਨਹੀਂ, ਸਾਰਾ ਦਿਨ 1 ਲੱਖ ਬੰਦਾ ਵੀ ਜੇ ਬੈਠ ਕੇ 24 ਘੰਟੇ ਚੈਨਲ ਦੇਖਦਾ ਰਹੇ ਤੇ ਖਬਰਾਂ ਨਹੀਂ ਮੁੱਕਣੀਆਂ। ਲੇਕਿਨ ਸਾਡੇ ਅੰਦਰ ਇਹਨਾਂ ਚੀਜ਼ਾਂ ਨੂੰ ਵੇਖ ਕੇ ਚਿੰਤਾ ਵੱਧਦੀ ਰਹਿੰਦੀ ਹੈ, ਚਿੰਤਾ ਹੁੰਦੀ ਰਹਿੰਦੀ ਹੈ, ਹਾਏ ਮੇਰਾ ਫਿਊਚਰ 'ਚ ਕੀ ਹੋਏਗਾ, ਮੇਰੇ ਨਾਲ ਅੱਗੇ ਕੀ ਹੋਏਗਾ, ਮੈਂ ਆਪਣੀ ਪੜ੍ਹਾਈ 'ਚ ਅੱਗੇ ਮੇਰੇ ਐਗਜ਼ਾਮ ਦਾ ਕੀ ਹੋਣਾ ਹੈ, ਜਾਂ ਮੇਰੇ ਮਾਰਕਸ ਕਿੱਦਾਂ ਆਣਗੇ, ਮੈਂ ਕਿਹੜਾ ਸਬਜੈਕਟ ਲਵਾਂਗਾ ਅੱਗੇ, ਮੈਂ ਕਿਹੜੇ ਕਰੀਅਰ ਨੂੰ ਸਿਲੈਕਟ ਕਰਾਂਗਾ, ਕਿਹੜੀ ਕੰਟਰੀ 'ਚ ਜਾਣਾ ਹੈ। ਹਾਂ, ਆਈਲੈਟਸ ਦੇ ਲਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਜਾਣ ਦਾ। ਇਸੇ ਤਰ੍ਹਾਂ ਪੋਲਿਟਿਕਸ ਨੂੰ ਵੀ ਵੇਖ ਕੇ ਅਸੀਂ ਚਿੰਤਾਤੁਰ ਰਹਿੰਦੇ ਹਾਂ ਬਹੁਤ ਜ਼ਿਆਦਾ। ਵਾਰ, ਟੈਰਰਿਜ਼ਮ, ਇਹ ਟੈਰਰ ਦੀਆਂ ਗੱਲਾਂ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ। ਮੈਨੂੰ ਯਾਦ ਹੈ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ ਤੇ ਮੈਂ ਇੱਕ ਵਾਰ ਲਾਸ ਐਂਜਲਸ ਬੱਸ ਪਕੜ ਕੇ ਕਿਸੇ ਸਟੇਸ਼ਨ ਤੇ ਪਹੁੰਚਿਆ ਤੇ ਸਾਹਮਣੇ ਉਹਦੀ ਇੱਕ ਵੀਰ ਆਇਆ, ਬਲੈਕ ਹੈਗਾ ਸੀ ਉੱਥੋਂ ਦਾ, ਕਹਿੰਦਾ ਆਈ ਨੋ ਯੂ ਆਰ ਸਿੱਖ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਇਹ ਲਾਸ ਐਂਜਲਸ 'ਚ ਦੱਸੋ ਇਸ ਬੰਦੇ ਨੂੰ ਮਤਲਬ ਇੰਨਾ ਗਿਆਨ ਹੈਗਾ ਏ, ਕਿਉਂਕਿ ਉੱਥੇ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਹੁਣ ਜੋ ਹੈ ਨਾ ਵਿਚਾਰ ਹੋਣ ਲੱਗ ਗਈ ਹੈ ਕਿ ਬਈ ਕੋਈ ਇਨਸਾਨ ਕਿਸ ਤਰ੍ਹਾਂ ਦਾ ਦਿਖਦਾ ਹੈ, ਉਹਦੇ ਕੀ ਵਿਚਾਰ ਨੇ, ਸਪੈਸ਼ਲੀ 9/11 ਦੇ ਇਨਸੀਡੈਂਟ ਤੋਂ ਬਾਅਦ। ਇਸ ਤੋਂ ਇਲਾਵਾ ਸਾਨੂੰ ਵੈਦਰ ਜੋ ਹੈ ਕਲਾਈਮੇਟ ਕਿੱਦਾਂ ਦਾ ਹੋਏਗਾ, ਅੱਗੇ ਮੌਸਮ ਕਿੱਦਾਂ ਹੋਏਗਾ, ਇਹਨਾਂ ਦੀਆਂ ਚਿੰਤਾਵਾਂ ਨੇ। ਦੂਸਰੇ ਕੀ ਕਹਿਣਗੇ, ਇਹ ਤੇ ਇੰਨੀ ਕਾਮਨ ਚਿੰਤਾ ਹੈ, ਸਾਨੂੰ ਸਾਰਿਆਂ ਨੂੰ ਹੀ ਚਿੰਤਾ ਹੁੰਦੀ ਹੈ, ਚਾਹੇ ਅਸੀਂ ਆਪਣੇ ਲਾਈਫ ਸਟਾਈਲ ਨੂੰ ਲੈ ਲਈਏ, ਸਾਡਾ ਜੀਵਨ ਸ਼ੈਲੀ ਹੀ ਕਿਸ ਤਰ੍ਹਾਂ ਬਿਤਾ ਰਹੇ ਹਾਂ, ਸਾਨੂੰ ਇਹ ਬੜੀ ਚਿੰਤਾ ਰਹਿੰਦੀ ਹੈ ਕਿ ਦੂਜੇ ਕੀ ਕਹਿਣਗੇ। ਅਸੀਂ ਕਿੰਨੇ ਹੀ ਚੰਗੇ ਕੰਮ ਤੇ ਇਸ ਕਰਕੇ ਨਹੀਂ ਕਰਦੇ ਕਿ ਵੀ ਦੂਜੇ ਕੀ ਕਹਿਣਗੇ।
ਬਈ ਸਾਰਾ ਦਿਨ ਗੁਰੂ ਸਾਹਿਬ ਦੀ ਬਾਣੀ ਹੀ ਪੜ੍ਹਦੇ ਰਹਿੰਦੇ ਨੇ, ਸਾਰਾ ਦਿਨ ਇਹ ਮਤਲਬ ਚੰਗੇ ਕੰਮਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ, ਦੁਨੀਆ 'ਚ ਹੋਰ ਵੀ ਕੰਮ ਕਰਨੇ ਨੇ। ਅੱਛਾ, ਅੱਜ ਕੱਲ੍ਹ ਸਿੰਗਰਾਂ ਦਾ, ਐਕਟਰਾਂ ਦਾ ਬੜਾ ਜੋ ਹੈ ਦੌਰ ਚੱਲਿਆ ਦਾ ਹੈ। ਬੱਚੇ ਸਾਰਾ ਦਿਨ ਜੋ ਹੈ ਗਾਣੇ ਸੁਣ ਰਹੇ ਨੇ, ਮਿਊਜ਼ਿਕ ਦੇਖ ਰਹੇ ਨੇ, ਵੀਡੀਓ ਗੇਮਸ ਦਾ ਬੜਾ ਦੌਰ ਹੈਗਾ ਏ, ਹੋਰ ਦੂਸਰਿਆਂ ਦੇ ਐਕਸ਼ਨ। ਲੇਕਿਨ ਇਹ ਸਾਰੀਆਂ ਵਿਚਾਰਾਂ ਨੂੰ ਰੱਖਣ ਦਾ ਮੇਰਾ ਮਕਸਦ ਇਹ ਵੇ ਕਿ ਇਹ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਅਸੀਂ ਸਾਰੇ ਚਿੰਤਾਤੁਰ ਤੇ ਰਹਿੰਦੇ ਹਾਂ, ਪਰ ਸਾਡਾ ਕੋਈ ਕੰਟਰੋਲ ਇਹਨਾਂ ਤੇ ਨਹੀਂ ਹੈਗਾ। ਅਸੀਂ ਨਾ ਨੈਚੁਰਲ ਡਿਜ਼ਾਸਟਰ ਨੂੰ ਰੋਕ ਸਕਦੇ ਹਾਂ, ਨਾ ਅਸੀਂ COVID-19 ਵਰਗੀ ਕਿਸੇ ਚੀਜ਼ ਨੂੰ ਰੋਕ ਸਕਦੇ ਹਾਂ, ਨਾ ਇਕੋਨਮੀਜ਼ ਨੂੰ ਅਸੀਂ ਕਿਤੇ ਕੋਈ ਉਹ ਕਰ ਸਕਦੇ ਹਾਂ। ਅੱਛਾ, ਤੇ ਉਸ ਤੋਂ ਅੱਗੇ ਮੈਂ ਫਿਰ ਇਸੇ ਸਲਾਈਡ 'ਚ ਲਿਆਏ ਕਿ ਫਿਰ ਅਸੀਂ ਕਰ ਕੀ ਸਕਦੇ ਹਾਂ, ਸਾਡੇ ਕੰਟਰੋਲ 'ਚ ਕੀ ਚੀਜ਼ਾਂ ਹੈਗੀਆਂ ਨੇ। ਸਾਡੇ ਕੰਟਰੋਲ 'ਚ ਸਪੈਸ਼ਲੀ ਬੱਚਿਆਂ ਵਾਸਤੇ ਹੈ। ਬੱਚੇ ਸਾਰਾ ਦਿਨ ਚਿੰਤਾਤੁਰ ਤੇ ਰਹਿ ਸਕਦੇ ਨੇ, ਪਰ ਅਸੀਂ ਆਪਣਾ ਟਾਈਮ ਕਿੱਦਾਂ ਮੈਨੇਜ ਕਰਨਾ ਹੈ ਨਾ, ਇਹ ਸਾਡੇ ਕੰਟਰੋਲ ਦੇ ਵਿੱਚ ਹੈ। ਸਾਨੂੰ ਕਿਸੇ ਸਰਕਾਰ ਦੀ ਅਨੁਮਤੀ ਲੈਣ ਦੀ ਲੋੜ ਨਹੀਂ, ਕਿਸੇ ਇਕੋਨਮੀ ਜਾਂ ਕਿਸੇ ਪੜੋਸੀ ਨੂੰ ਪੁੱਛਣ ਦੀ ਲੋੜ ਨਹੀਂ। ਆਪਣੀ ਹੈਲਥ ਉੱਤੇ ਕਿੱਦਾਂ ਕੰਮ ਕਰਨਾ ਹੈ, ਚਾਹੇ ਉਹ ਐਕਸਰਸਾਈਜ਼ ਹੈ, ਚਾਹੇ ਅਸੀਂ ਵਰਜਿਸ਼ ਕਰਦੇ ਹਾਂ, ਚਾਹੇ ਅਸੀਂ ਸੈਰ ਕਰਦੇ ਹਾਂ। ਜੰਕ ਫੂਡ ਤੋਂ ਆਪਣੇ ਆਪ ਨੂੰ ਹੀ ਕਿਸ ਤਰ੍ਹਾਂ ਰੋਕਣਾ ਹੈ। ਅੱਜ ਕੱਲ੍ਹ ਇੰਨਾ ਜ਼ਿਆਦਾ ਪ੍ਰਚਲਨ ਹੋ ਚੁੱਕਾ ਹੈ ਬਰਗਰ, ਪੀਜ਼ਾ ਜਾਂ ਇਸ ਤਰ੍ਹਾਂ ਦਾ ਬਾਹਰ ਦੇ ਖਾਣਿਆਂ ਦਾ। ਮੋਬਾਈਲ ਦਾ ਯੂਜ਼ੇਜ, ਹੁਣ ਇਸ ਟਾਈਮ ਦੇਖੋ ਅਸੀਂ ਇੰਨੇ ਸਾਰੇ ਬੱਚੇ ਵੀਰ ਸਾਡੇ ਨਾਲ ਜੁੜੇ ਦੇ ਨੇ ਇਸ ਕਲਾਸ ਦੇ ਅੰਦਰ, ਪਰ ਐਗਜ਼ੈਕਟਲੀ ਇਸ ਕਲਾਸ ਤੋਂ ਬਾਅਦ ਅਸੀਂ ਕੀ ਕਰਾਂਗੇ, ਮੋਬਾਈਲ ਦਾ ਕੀ ਇਸਤੇਮਾਲ ਕਰਾਂਗੇ, YouTube ਦੇ ਉੱਤੇ, Facebook ਦੇ ਉੱਤੇ, ਇਹ ਸਭ ਸਾਡੇ ਆਪਣੇ ਕੰਟਰੋਲ ਦੇ ਵਿੱਚ ਹੈ। ਇਹਦੇ ਵਾਸਤੇ ਸਾਨੂੰ ਕਿਸੇ ਦੀ। ਉਹਦੇ ਬਾਅਦ ਸਟੱਡੀ ਪਲਾਨ, ਅਸੀਂ ਆਪਣੇ ਸਿਲੇਬਸ ਨੂੰ ਕਿੱਦਾਂ ਮੁਕਾਉਣਾ ਹੈ। ਅਸੀਂ ਸਪੈਸ਼ਲੀ ਬੱਚਿਆਂ ਨਾਲ ਜਦੋਂ ਗੱਲ ਕਰ ਰਹੇ ਹਾਂ, ਸਾਡੀਆਂ ਰੀਡਿੰਗ ਹੈਬਿਟਸ, ਅਸੀਂ ਕਿਤਾਬਾਂ ਪੜ੍ਹਦੇ ਹਾਂ ਕਿ ਨਹੀਂ ਆ, ਅਸੀਂ ਆਪਣੇ ਵਿਚਾਰਾਂ ਨੂੰ ਹੋਰ ਕਿੰਨਾ ਜੋ ਹੈ ਦੁਨੀਆ ਦੇ ਹਿਸਾਬ ਨਾਲ ਫੈਲਾ ਰਹੇ ਹਾਂ, ਆਪਣੇ ਗਿਆਨ ਨੂੰ ਕਿੱਦਾਂ ਵਧਾ ਰਹੇ ਹਾਂ, ਸਾਡਾ ਬਿਹੇਵੀਅਰ ਕਿੱਦਾਂ ਦਾ ਹੈ ਸਾਡੇ ਮਾਪਿਓ ਦੇ ਨਾਲ, ਸਾਡੇ ਟੀਚਰਸ ਦੇ ਨਾਲ, ਸਾਡੇ ਅੜੋਸੀਆਂ ਪੜੋਸੀਆਂ ਦੇ ਨਾਲ, ਹੋਰ ਦੁਨੀਆਚਾਰੀ 'ਚ ਅਸੀਂ ਜਦੋਂ ਵਿਚਰਦੇ ਹਾਂ। ਅਸੀਂ ਆਪਣੀ ਸਕਿੱਲ ਬਿਲਡਿੰਗ ਤੇ ਕੰਮ ਕਰ ਸਕਦੇ ਹਾਂ। ਸਪਿਰਿਚੁਅਲਿਟੀ, ਕਿਉਂਕਿ ਅਸੀਂ ਸਾਰੇ ਇੱਥੇ ਗੁਰੂ ਸਾਹਿਬ ਦੇ ਵਿਚਾਰਾਂ ਦੇ ਨਾਲ ਜੁੜਦੇ ਪਏ ਹਾਂ, ਤੇ ਸਪਿਰਿਚੁਅਲਿਟੀ ਦੇ ਲਈ ਸਾਨੂੰ ਕਿਸੇ ਦੀ ਜੋ ਹੈ ਨਾ, ਕਿਸੇ ਦੀ ਗਾਰੰਟੀ ਲੈਣ ਦੀ ਲੋੜ ਨਹੀਂ ਹੈਗੀ। ਇਹ ਸਾਡੇ ਆਪਣੇ ਪਲਾਨ ਨੇ, ਅਸੀਂ ਖੁਦ ਬਣਾ ਸਕਦੇ ਹਾਂ। ਬਾਇੰਗ ਹੈਬਿਟਸ ਔਰ ਮਾਈ ਐਕਸ਼ਨਸ, ਇਹਨਾਂ ਚੀਜ਼ਾਂ ਨੂੰ ਮੈਂ ਇੱਥੇ ਲਿਆਏ। ਤੇ ਇਸ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਵੀਡੀਓ ਪਲੇ ਕਰਾਂਗਾ ਜਿਹੜਾ ਮੈਂ ਸਪੈਸ਼ਲੀ ਬੱਚਿਆਂ ਦੇ ਸਟੱਡੀ ਤੋਂ ਰਿਲੇਟਡ, ਇੱਕ ਬੜੀ ਮਸ਼ਹੂਰ ਕਿਤਾਬ ਹੈਗੀ ਹੈ MIT, ਜਿਹੜਾ ਇੱਕ ਅਮਰੀਕਾ ਦਾ ਮਸ਼ਹੂਰ ਯੂਨੀਵਰਸਿਟੀ ਹੈ, ਉੱਥੋਂ ਦੇ ਇੱਕ ਪ੍ਰੋਫੈਸਰ ਨੇ ਇਹ ਵੀਡੀਓ ਬਣਾਇਆ, ਤੇ ਮੈਂ ਕੁਇਕਲੀ ਇਸ ਵੀਡੀਓ ਨੂੰ ਦਿਖਾਵਾਂਗਾ। ਇਹ ਕਰੀਬ 7 ਮਿੰਟ ਦਾ ਹੈ। ਆਪ ਜੀ ਨੂੰ ਲੱਗਦਾ ਇਤਨਾ ਸਮਾਂ ਹੈ ਕਿ ਅਸੀਂ ਦਿਖਾ ਸਕਦੇ ਹਾਂ? ਹਾਂਜੀ ਹਾਂਜੀ ਵੀਰ ਜੀ। ਠੀਕ ਹੈ, ਚਲੋ ਮੈਂ ਪਲੇ ਕਰਨਾ ਵਾ, ਉਸ ਤੋਂ ਬਾਅਦ ਫਿਰ ਸੰਖੇਪ 'ਚ ਅਸੀਂ ਉਸੇ ਦੇ ਵਿੱਚ ਗੱਲ ਕਰਾਂਗੇ ਬੱਚਿਆਂ ਨਾਲ। ਚਾਹੇ ਅਸੀਂ ਵਿਦਿਆਰਥੀ ਹਾਂ, ਮਾਪੇ ਹਾਂ, ਅਧਿਆਪਕ ਹਾਂ ਜਾਂ ਕਿਸੇ ਹੋਰ ਵਿਸ਼ੇ ਦੇ ਸਿੱਖਿਆਰਥੀ, ਅਸੀਂ ਸਾਰੇ ਇਸ ਭਾਲ ਵਿੱਚ ਰਹਿੰਦੇ ਹਾਂ ਕਿ ਜਿਹੜੀ ਵੀ ਪੜ੍ਹਾਈ ਅਸੀਂ ਕਰ ਰਹੇ ਹਾਂ ਉਸ ਨੂੰ ਹੋਰ ਵਧੀਆ ਅਤੇ ਸੁਚੱਜੇ ਢੰਗ ਨਾਲ ਕਿੱਦਾਂ ਕੀਤਾ ਜਾਵੇ। ਦੁਨੀਆ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਜ਼ ਜਿਵੇਂ ਕਿ ਹਾਰਵਰਡ, ਸਟੈਨਫੋਰਡ, ਪ੍ਰਿੰਸਟਨ ਅਤੇ ਯੇਲਸ ਦੇ ਟੌਪਰਸ ਦੇ ਨਾਲ ਕੀਤੇ ਗਏ ਇੰਟਰਵਿਊਜ਼ ਦੇ ਰਾਹੀਂ ਕਈ ਕਾਰਗਰ ਜੁਗਤੀਆਂ ਦਾ ਪਤਾ ਲੱਗਿਆ। ਅੱਜ ਅਸੀਂ ਇਹੋ ਜਿਹੀਆਂ ਅਸਰਦਾਰ ਜੁਗਤੀਆਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਕੈਲ ਨਿਊਪੋਰਟ ਦੀ ਮਸ਼ਹੂਰ ਕਿਤਾਬ ਹਾਊ ਟੂ ਬਿਕਮ ਅ ਸਟ੍ਰੇਟ ਏ ਸਟੂਡੈਂਟ ਦੇ ਬਾਰੇ। ਲਿਖਾਰੀ ਦੇ ਮੁਤਾਬਕ ਅਸੀਂ ਸਭ ਤੋਂ ਪਹਿਲਾਂ ਸੂਡੋ ਵਰਕਿੰਗ ਅਤੇ ਰੀਅਲ ਵਰਕਿੰਗ ਦੀ ਪਛਾਣ ਕਰਨਾ ਸਿੱਖੀਏ। ਅਸੀਂ ਕਈ ਵਿਦਿਆਰਥੀਆਂ ਨੂੰ ਸਾਰਾ ਦਿਨ ਕਿਤਾਬਾਂ ਦੇ ਵਿੱਚ ਡੁੱਬੇ ਹੋਏ ਦੇਖਦੇ ਹਾਂ, ਪਰ ਉਹਨਾਂ ਸਾਰਿਆਂ ਦੀ ਮੁਸ਼ੱਕਤ ਕਿਸੇ ਠੋਸ ਪਰਿਣਾਮ ਵਿੱਚ ਤਬਦੀਲ ਹੋਈ ਨਜ਼ਰ ਨਹੀਂ ਆਉਂਦੀ। ਚੰਗੇ ਨਤੀਜੇ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ ਖਰਚਿਆ ਗਿਆ ਸਮਾਂ ਅਤੇ ਉਸ ਨੂੰ ਕਿਤਨੀ ਇਕਾਗਰਤਾ ਨਾਲ ਵਰਤਿਆ ਗਿਆ। ਜੇ ਕੋਈ ਕੰਮ 10 ਘੰਟਿਆਂ ਵਿੱਚ 3 ਇਕਾਈ ਦੀ ਇਕਾਗਰਤਾ ਨਾਲ ਕੀਤਾ ਜਾਂਦਾ ਹੈ ਤੇ ਉਸੇ ਕੰਮ ਨੂੰ 10 ਇਕਾਈ ਦੀ ਇਕਾਗਰਤਾ ਨਾਲ ਘੱਟ ਸਮੇਂ ਵਿੱਚ ਵੀ ਕੀਤਾ ਜਾ ਸਕਦਾ ਹੈ। ਸੂਡੋ ਵਰਕਿੰਗ ਦਾ ਉਦਾਹਰਣ ਹੈ ਜਿਸ ਤਰ੍ਹਾਂ ਕਈ ਘੰਟੇ ਕਿਤਾਬਾਂ ਦੇ ਨਾਲ ਜੂਝਦੇ ਰਹਿਣਾ, ਟੀਵੀ ਦੇ ਸਾਹਮਣੇ ਬੈਠ ਕੇ ਪਰਿਵਾਰ ਵਿੱਚ ਗੱਲਬਾਤ ਕਰਦਿਆਂ, ਮੋਬਾਈਲ ਨੂੰ ਇਸਤੇਮਾਲ ਕਰਦਿਆਂ, ਦੋਸਤਾਂ ਨਾਲ ਗਰੁੱਪ ਸਟੱਡੀ ਕਰਕੇ, ਜਿਸ ਵਿੱਚ ਜ਼ਿਆਦਾ ਸਮਾਂ ਗੱਲਾਂ ਜਾਂ ਗੌਸਿਪਸ ਵਿੱਚ ਵਿਅਰਥ ਹੋ ਜਾਂਦਾ ਹੈ। ਹੁਣ ਤੁਸੀਂ ਆਪਣੇ ਸੂਡੋ ਵਰਕ ਦੀ ਆਪ ਪਛਾਣ ਕਰੋ ਅਤੇ ਉਸ ਨੂੰ ਰੀਅਲ ਵਰਕਿੰਗ ਦੇ ਨਾਲ ਬਦਲ ਦਵੋ। ਡੀਪ ਵਰਕ ਯਾਨੀ ਇਕਾਗਰਚਿਤ ਹੋ ਕੇ ਲਾਹੇਮੰਦ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਡੀਪ ਵਰਕ ਕਿਤਾਬ ਦੇ ਵਿਚਾਰਾਂ ਨੂੰ ਅਸੀਂ ਆਪਣੇ ਪੁਰਾਣੇ ਵੀਡੀਓ ਵਿੱਚ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਮੈਨੇਜ ਯੋਰ ਟਾਈਮ ਇਨ 5 ਮਿੰਟਸ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ 5 ਮਿੰਟ ਲਈ ਉਸ ਦਿਨ ਦੇ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰੋ। ਇੱਕ ਕੈਲੰਡਰ ਔਰ ਇੱਕ ਜਰਨਲ ਯਾਨੀ ਨੋਟਬੁੱਕ ਦੀ ਵਰਤੋਂ ਕੀਤੀ ਜਾਵੇ। ਹੁਣ ਕੈਲੰਡਰ ਵਿੱਚ ਅੱਜ ਦੇ ਕੀਤੇ ਜਾਣ ਵਾਲੇ ਕੰਮਾਂ ਨੂੰ ਲਿਖਿਆ ਜਾਵੇ ਅਤੇ ਜਰਨਲ ਵਿੱਚ
ਅੱਜ ਦੇ ਕੰਮਾਂ ਦੇ ਨਾਲ ਦੂਸਰੇ ਕਾਲਮ ਨੂੰ ਸਾਰੇ ਦਿਨ ਲਈ ਵਰਤੋਂ ਵਿੱਚ ਲਿਆਇਆ ਜਾਵੇ। ਦਿਨ ਵਿੱਚ ਵਿਚਰਦੇ ਹੋਏ ਜੇਕਰ ਕੋਈ ਨਵੇਂ ਕੰਮ ਨਜ਼ਰੀ ਪੈਣ ਤੇ ਉਹਨਾਂ ਨੂੰ ਵੀ ਸੂਚੀ ਵਿੱਚ ਜੋੜ ਲਿਆ ਜਾਵੇ। ਹੁਣ ਰਾਤ ਸੌਣ ਤੋਂ ਪਹਿਲਾਂ ਮੁਕੰਮਲ ਹੋ ਚੁੱਕੇ ਕੰਮਾਂ ਨੂੰ ਕੱਟ ਦਿੱਤਾ ਜਾਵੇ ਅਤੇ ਇਸੇ ਪ੍ਰਕਿਰਿਆ ਨੂੰ ਅਗਲੀ ਸਵੇਰ ਤੋਂ ਇਸੇ ਤਰ੍ਹਾਂ ਫਿਰ ਤੋਂ ਦੁਹਰਾਇਆ ਜਾਵੇ। ਇਹ 5 ਮਿੰਟ ਦਾ ਬਿਤਾਇਆ ਹੋਇਆ ਸਮਾਂ ਤੁਹਾਡੇ ਸਾਰੇ ਦਿਨ ਦੇ ਤਣਾਅ ਅਤੇ ਖਿੱਚੋਤਾਣ ਦਾ ਨਿਪਟਾਰਾ ਕਰ ਦਿੰਦਾ ਹੈ ਅਤੇ ਤੁਹਾਡੇ ਜ਼ਰੂਰੀ ਕੰਮਾਂ ਨੂੰ ਲੋੜੀਂਦੀ ਤਰਤੀਬ ਦੇ ਦਿੰਦਾ ਹੈ। ਡਿਕਲੇਅਰ ਵਾਰ ਅਗੇਂਸਟ ਪ੍ਰੋਕ੍ਰੈਸਟੀਨੇਸ਼ਨ। ਕੰਮ ਨੂੰ ਕੱਲ੍ਹ ਤੇ ਸੁੱਟਣ ਦੀ ਬਿਰਤੀ ਨਾਲ ਜੰਗ ਛੇੜੀਏ। ਸਾਡੀ ਕੁਦਰਤੀ ਬਿਰਤੀ ਸਾਨੂੰ ਸਰੀਰ ਦੇ ਸੁੱਖਾਂ ਵੱਲ ਪ੍ਰੇਰਦੀ ਹੈ ਅਤੇ ਉਦਮ ਤੋਂ ਭੱਜਦੀ ਹੈ ਅਤੇ ਇਹ 5 ਮਿੰਟ ਦੀ ਪਲੈਨਿੰਗ ਇਸੇ ਜੰਗ ਦੀ ਸ਼ੁਰੂਆਤ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਕੰਮ ਨੂੰ ਕੱਲ੍ਹ ਉੱਤੇ ਸੁੱਟਣ ਦੀ ਬਿਰਤੀ ਨਾਲ ਆਮੋ ਸਾਹਮਣੇ ਹੋਇਆ ਜਾਂਦਾ ਹੈ। ਦਿਨ ਖਤਮ ਹੋਣ ਦੇ ਵੇਲੇ ਜਨਰਲ ਦੇ ਵਿੱਚ ਕਿਸੇ ਵੀ ਕੰਮ ਦੇ ਪੂਰੇ ਨਾ ਹੋ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਹਨਾਂ ਨੂੰ ਲਿਖਿਆ ਜਾਵੇ। ਹੁਣ ਇੰਜ ਕਰਨ ਦੇ ਨਾਲ ਸਾਨੂੰ ਸਵੈ ਪੜਚੋਲ ਕਰਨ ਦੀ ਆਦਤ ਪਵੇਗੀ ਅਤੇ ਉਹ ਕਮਜ਼ੋਰੀਆਂ ਜੋ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ ਸਹਿਜੇ ਦੂਰ ਹੁੰਦੀਆਂ ਜਾਣਗੀਆਂ। ਇਸ ਦੇ ਨਾਲ ਹੀ ਅਸੀਂ ਦੇਖਾਂਗੇ ਕਿ ਕੰਮ ਨੂੰ ਕੱਲ੍ਹ ਤੇ ਸੁੱਟਣ ਦੀ ਬਿਰਤੀ ਘਟਦੀ ਜਾ ਰਹੀ ਹੈ ਅਤੇ ਅਸੀਂ ਆਪਣੇ ਆਪ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਮਹਿਸੂਸ ਕਰਨ ਲੱਗਦੇ ਹਾਂ। ਫੀਡ ਦ ਮਸ਼ੀਨ। ਕਿਉਂਕਿ ਅਸੀਂ ਸਾਰੇ ਕੰਮ ਆਪਣੇ ਸਰੀਰ ਅਤੇ ਦਿਮਾਗ ਰਾਹੀਂ ਕਰਨੇ ਹਨ, ਇਸ ਕਰਕੇ ਇਹਨਾਂ ਦਾ ਤੰਦਰੁਸਤ ਰਹਿਣਾ ਅਤ ਜ਼ਰੂਰੀ ਹੈ। ਔਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਆਪਣਾ ਖਾਣ-ਪਾਣ ਸਾਦਾ ਅਤੇ ਸੰਤੋਖਜਨਕ ਰੱਖੀਏ, ਜਿਸ ਵਿੱਚ ਜੰਕ ਫੂਡ ਜਾਂ ਹੋਰ ਕਿਸੇ ਵੀ ਤਰੀਕੇ ਦੇ ਗੰਦੇ-ਮੰਦੇ ਖਾਣੇ ਨੂੰ ਕੋਈ ਵੀ ਥਾਂ ਨਹੀਂ ਮਿਲਣੀ ਚਾਹੀਦੀ ਅਤੇ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਹੀ ਰੱਖਿਆ ਜਾਵੇ। ਮੇਕ ਐਨ ਇਵੈਂਟ ਆਊਟ ਆਫ ਵਰਸਟ ਟਾਸਕ। ਜੇਕਰ ਕੋਈ ਔਖਾ ਕੰਮ ਸਾਹਮਣੇ ਆਉਂਦਾ ਹੈ, ਉਸ ਲਈ ਇੱਕ ਖਾਸ ਮੌਕਾ, ਥਾਂ ਅਤੇ ਸਮਾਂ ਨਿਸ਼ਚਿਤ ਕਰ ਲਵੋ। ਜਿਵੇਂ ਕਿ ਮੈਂ ਫਲਾਣੇ ਦਿਨ 4 ਘੰਟੇ ਲਈ ਫਲਾਣੀ ਲਾਇਬ੍ਰੇਰੀ ਜਾ ਕੇ ਇਸ ਕੰਮ ਨੂੰ ਪੂਰਨ ਕਰਨਾ ਹੈ, ਜਿਹੜਾ ਕਿ ਚੂਜ਼ਿੰਗ ਹਾਰਡ ਡੇਜ਼ ਦੀ ਫਿਲਾਸਫੀ ਨੂੰ ਚਿੰਨ੍ਹਿਤ ਕਰ ਦਿੰਦਾ ਹੈ। ਅਗਲਾ ਤਰੀਕਾ ਹੈ ਚੂਜ਼ ਵੈਨ, ਵੇਅਰ ਐਂਡ ਹਾਊ ਲੌਂਗ। ਵੈਨ ਯਾਨੀ ਕਦੋਂ ਪੜ੍ਹਾਈ ਕਰੀਏ। ਹੁਣ ਇਸ ਲਈ ਸਭ ਤੋਂ ਚੰਗਾ ਸਮਾਂ ਹੈ ਸਵੇਰ ਦਾ ਅੰਮ੍ਰਿਤ ਵੇਲਾ। ਵਿਗਿਆਨਿਕ ਖੋਜ ਵੀ ਇਹੀ ਦਰਸਾਉਂਦੀ ਹੈ ਕਿ ਉਸ ਸਮੇਂ ਸਾਡਾ ਫੋਕਸ ਯਾਨੀ ਇਕਾਗਰਤਾ ਸਭ ਤੋਂ ਜ਼ਿਆਦਾ ਬਣ ਸਕਦੀ ਹੈ, ਕਿਉਂਕਿ ਸਾਡੇ ਦਿਮਾਗ ਦੇ ਸੈੱਲ ਇੱਕੋ ਦਮ ਤਰੋ ਤਾਜ਼ਾ ਹੁੰਦੇ ਹਨ ਔਰ ਸਾਡਾ ਦਿਮਾਗ ਆਪਣੀ ਡੈਲਟਾ ਸਟੇਟ ਤੋਂ ਬਾਹਰ ਆ ਰਿਹਾ ਹੁੰਦਾ ਹੈ। ਇਸ ਲਈ ਉਸ ਸਮੇਂ ਦੀ ਬੜੀ ਮਹੱਤਤਾ ਹੈ। ਪਰ ਉਸ ਤੋਂ ਇਲਾਵਾ ਜਦੋਂ ਵੀ ਅਸੀਂ ਡੀਪ ਵਰਕ ਲਈ ਇਕਾਗਰ ਹੋ ਸਕਦੇ ਹਾਂ, ਉਹੀ ਸਮਾਂ ਚੰਗਾ ਹੈ। ਪਰ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ ਕਿ ਸਾਰੇ ਕੰਮ ਰਾਤ ਦੇ ਖਾਣੇ ਤੋਂ ਪਹਿਲਾਂ ਮੁੱਕ ਜਾਣ ਅਤੇ ਜਿੰਨਾ ਹੋ ਸਕੇ ਰਾਤ ਦੀ ਪੜ੍ਹਾਈ ਤੋਂ ਪਰਹੇਜ਼ ਕੀਤਾ ਜਾਏ ਔਰ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਹੀ ਚੁਣਿਆ ਜਾਏ। ਵੇਅਰ ਯਾਨੀ ਪੜ੍ਹਾਈ ਕਿੱਥੇ ਕਰਨੀ ਚਾਹੀਦੀ ਹੈ। ਕੋਈ ਵੀ ਐਸੀ ਥਾਂ ਜਿੱਥੇ ਤੁਹਾਡੇ ਧਿਆਨ ਦੇ ਖਿੰਡਣ ਦਾ ਸਬਬ ਨਾ ਹੋਵੇ, ਮਤਲਬ ਡਿਸਟਰੈਕਸ਼ਨ ਫ੍ਰੀ ਜਗ੍ਹਾ ਜਿੱਥੇ ਤੁਸੀਂ ਇਕਾਗਰਤਾ ਨਾਲ ਪੜ੍ਹ ਸਕੋ ਬਿਨਾਂ ਡਿਸਟਰੈਕਸ਼ਨ ਦੇ। ਇਸੇ ਟੌਪਿਕ ਨੂੰ ਅਸੀਂ ਆਪਣੇ ਪੁਰਾਣੇ ਵੀਡੀਓ ਡਿਜੀਟਲ ਮਿਨੀਮਲਿਜ਼ਮ ਵਿੱਚ ਚੰਗੀ ਤਰ੍ਹਾਂ ਸਮਝਿਆ ਸੀ ਕਿ ਕਿਸ ਤਰੀਕੇ ਨਾਲ ਅੱਜ ਦੇ ਸਮੇਂ ਵਿੱਚ ਮੋਬਾਈਲ ਸਭ ਤੋਂ ਵੱਡੀ ਡਿਸਟਰੈਕਸ਼ਨ ਦਾ ਕਾਰਨ ਬਣ ਚੁੱਕਾ ਹੈ। ਹਾਊ ਲੌਂਗ ਲਈ ਵਿਗਿਆਨਿਕ ਖੋਜਾਂ ਦਰਸਾਉਂਦੀਆਂ ਹਨ ਕਿ ਅਗਰ ਅਸੀਂ 50 ਮਿੰਟ ਤੱਕ ਪੜ੍ਹਨ ਤੋਂ ਬਾਅਦ 10 ਮਿੰਟ ਦੀ ਬ੍ਰੇਕ ਲਈਏ, ਪਰ ਇਸ ਬ੍ਰੇਕ ਦੇ ਦੌਰਾਨ ਇਕਾਗਰਤਾ ਨੂੰ ਭੰਗ ਕਰਨ ਵਾਲਾ ਕੋਈ ਵੀ ਕੰਮ ਨਾ ਕੀਤਾ ਜਾਵੇ। ਔਰ ਇਸੇ ਤਰ੍ਹਾਂ ਦੇ ਸੈਸ਼ਨਸ ਲਗਭਗ 3 ਜਾਂ 4 ਅਸੀਂ ਪੂਰੇ ਦਿਨ ਵਿੱਚ ਕਰ ਸਕਦੇ ਹਾਂ ਔਰ ਆਪਣੀ ਇਕਾਗਰਤਾ ਦਾ ਸਭ ਤੋਂ ਜ਼ਿਆਦਾ ਫਾਇਦਾ ਉਠਾ ਸਕਦੇ ਹਾਂ। ਔਰ ਹੁਣ ਇਮਤਿਹਾਨ ਦੇਣ ਲੱਗਿਆ ਇਹਨਾਂ 3 ਗੱਲਾਂ ਦਾ ਧਿਆਨ ਰੱਖਿਆ ਜਾਵੇ: ਪਲੈਨਿੰਗ, ਪ੍ਰੋਸੀਡਿੰਗ, ਪ੍ਰੂਫ ਰੀਡਿੰਗ। ਸਭ ਤੋਂ ਪਹਿਲਾਂ ਸਾਰੇ ਪੇਪਰ ਤੇ ਨਿਗਾਹ ਮਾਰ ਕੇ ਨੰਬਰਾਂ ਦੇ ਮੁਤਾਬਿਕ ਸਵਾਲਾਂ ਨੂੰ ਹੱਲ ਕਰਨ ਦੀ ਇੱਕ ਤਰਤੀਬ ਬਣਾ ਲਈ ਜਾਵੇ। ਔਰ ਪ੍ਰੋਸੀਡਿੰਗ ਵਿੱਚ ਸਭ ਤੋਂ ਪਹਿਲਾਂ ਸੌਖੇ ਸਵਾਲਾਂ ਨੂੰ ਮੁਕਾ ਲਿਆ ਜਾਵੇ ਔਰ ਉਸ ਤੋਂ ਬਾਅਦ ਹੀ ਔਖੇ ਸਵਾਲ ਕੀਤੇ ਜਾਣ ਤਾਂ ਕਿ ਅਸਫਲ ਹੋਣ ਦਾ ਸੰਸਾ ਸਾਨੂੰ ਪਰੇਸ਼ਾਨ ਨਾ ਕਰੇ। ਪ੍ਰੂਫ ਰੀਡਿੰਗ ਵਿੱਚ ਆਖਰੀ ਦੇ 10 ਮਿੰਟ ਵਿੱਚ ਸਾਰੇ ਪੇਪਰ ਦੀ ਪੜਤਾਲ ਕਰ ਲਿੱਤੀ ਜਾਵੇ, ਜਿਸ ਵਿੱਚ ਛੋਟੀਆਂ-ਮੋਟੀਆਂ ਗਲਤੀਆਂ ਨੂੰ ਸੁਧਾਰ ਲਿਆ ਜਾਵੇ ਅਤੇ ਇਹ ਯਕੀਨ ਬਣਾ ਲਿਆ ਜਾਵੇ ਕਿ ਕਿਤੇ ਕੋਈ ਸਵਾਲ ਛੁੱਟ ਤੇ ਨਹੀਂ। ਕਿੰਨੇ ਸਮੇਂ ਲਈ ਦੀ ਯੁਕਤੀ ਦਾ ਅਭਿਆਸ ਕਰੀਏ। ਯਾਦ ਰੱਖੋ ਕਿ ਕਾਮਯਾਬ ਅਤੇ ਨਾਕਾਮਯਾਬ ਇਨਸਾਨ ਵਿੱਚ ਸਿਰਫ ਕੁਝ ਆਦਤਾਂ ਦਾ ਹੀ ਫਰਕ ਹੁੰਦਾ ਹੈ। ਉਹ ਆਦਤਾਂ ਹੀ ਹਨ ਜੋ ਸਾਡੇ ਜੀਵਨ ਅਤੇ ਕਿਸਮਤ ਨੂੰ ਘੜਦੀਆਂ ਹਨ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਆਪਣੇ ਇਸ ਸਿੰਘ ਵਿਜ਼ਡਮ ਚੈਨਲ ਉੱਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਅਤੇ ਪ੍ਰੋਫੈਸ਼ਨਲਸ ਦੇ ਲਈ ਮੋਟੀਵੇਸ਼ਨਲ ਔਰ ਇਨਸਪੀਰੇਸ਼ਨਲ ਸੀਰੀਜ਼ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਜਾਂ ਮਸ਼ਵਰਾ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਆਪ ਜੀ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ।
ਸਤਿ ਸ਼੍ਰੀ ਅਕਾਲ। ਵਾਪਸ ਤੋਂ ਮੈਂ ਆਪਣੇ ਸਕਰੀਨ ਤੇ ਆਨਾ ਵਾਂ। ਮੇਰੀ ਆਵਾਜ਼ ਕਲੀਅਰ ਹੈ ਜੀ? ਹਾਂਜੀ ਹਾਂਜੀ ਵੀਰ ਜੀ। ਅਸੀਂ ਹੁਣ ਇਸ ਟੌਪਿਕ ਦੇ ਅੰਦਰ ਜਿਹੜੀਆਂ ਚੀਜ਼ਾਂ ਦੇਖੀਆਂ ਨੇ, ਮੈਂ ਉਹਨਾਂ ਨੂੰ ਜਰਾ ਥੋੜਾ ਵਿਸਥਾਰ ਦੇ ਨਾਲ ਬੱਚਿਆਂ ਦੇ ਨਾਲ ਸ਼ੇਅਰ ਕਰਾਂਗਾ। ਸਭ ਤੋਂ ਪਹਿਲੀ ਚੀਜ਼ ਇਹਨੇ ਦੱਸੀ ਹੈ ਸੂਡੋ ਵਰਕਿੰਗ। ਇਹ ਸਾਡੀ ਲਾਈਫ ਦੇ ਅੰਦਰ ਨਾ ਬਹੁਤ ਕਾਮਨ ਹੋ ਚੁੱਕੀ ਹੈ। ਸੂਡੋ ਸਟੱਡਿੰਗ ਮਤਲਬ ਨਕਲੀ ਸਟੱਡੀ, ਜਿਹਦੇ ਸਾਨੂੰ ਲੱਗਦਾ ਹੈ ਕਿ ਅਸੀਂ ਪੜ੍ਹਦੇ ਪਏ ਹਾਂ ਪਰ ਐਕਚੁਅਲੀ ਚ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੋ ਰਹੀ। ਜਿਸ ਤਰ੍ਹਾਂ ਅੱਜ ਕੱਲ ਬਹੁਤ ਕਾਮਨ ਹੋ ਗਿਆ, ਬੱਚੇ ਟੀਵੀ ਵੇਖਦੇ ਹੋਏ ਪੜ੍ਹਦੇ ਰਹਿੰਦੇ ਨੇ ਕਿ ਸਾਹਮਣੇ ਟੀਵੀ ਚੱਲ ਰਿਹਾ ਹੈ, ਇਹ ਹੱਥ 'ਚ ਕਿਤਾਬ ਫੜੀ ਦੀ ਹੈ। ਜਾਂ ਪਰਿਵਾਰ ਦੇ ਵਿੱਚ ਕੋਈ ਸਾਡਾ ਰਿਸ਼ਤੇਦਾਰ, ਕੋਈ ਮਾਸੀ, ਫੁੱਫੜ, ਚਾਚੀ, ਤਾਈ ਸਾਡੇ ਆ ਗਏ ਨੇ ਤੇ ਅਸੀਂ ਫੈਮਿਲੀ ਨਾਲ ਬਹਿ ਕੇ ਨਾਲੇ ਗੱਲਾਂ ਵੀ ਕਰੀ ਜਾਂਦੇ ਆ, ਨਾਲ ਆਪਣੀ ਕਿਤਾਬ ਲੈ ਕੇ ਪੜ੍ਹਾਈ ਕਰਨ ਦੀ ਵੀ ਕੋਸ਼ਿਸ਼ ਕਰੀ ਜਾ ਰਹੇ ਹਾਂ। ਸਟੱਡੀ ਯੂਜ਼ਿੰਗ ਇਲੈਕਟ੍ਰੋਨਿਕ ਗੈਜਟਸ, ਜਿਹੜੀ ਅਸੀਂ ਹੁਣੇ ਗੱਲ ਕੀਤੀ ਕਿ ਮੋਬਾਈਲ ਜਿਹੜਾ ਹੈ ਉਹ ਸਭ ਤੋਂ ਵੱਡਾ ਇਸ ਟਾਈਮ ਡਿਸਟਰੈਕਸ਼ਨ ਦਾ, ਇਸ ਅਜੋਕੇ ਯੁੱਗ ਦੇ ਅੰਦਰ ਸਭ ਤੋਂ ਵੱਡਾ ਡਿਸਟਰੈਕਸ਼ਨ ਦਾ ਕਾਰਨ ਬਣ ਚੁੱਕਾ ਹੈ। ਕਿਉਂਕਿ ਤੁਸੀਂ 1 ਮਿੰਟ ਦਾ ਕੋਈ ਕੰਮ ਲੈਣ ਵਾਸਤੇ ਮੋਬਾਈਲ ਚੁੱਕਦੇ ਹੋ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ 2 ਘੰਟੇ ਕਦੋਂ ਨਿਕਲ ਗਏ। ਔਰ ਹਾਲਾਂਕਿ ਇਹਦੇ ਵਿੱਚ ਵੀ ਸਟੱਡੀ ਹੈ ਪੂਰੀ ਕਿ ਐਸਾ ਹੁੰਦਾ ਕਿਉਂ ਹੈ, ਸਾਡੇ ਬ੍ਰੇਨ ਦੇ ਕਿਹੜੇ ਉਹਨਾਂ ਨੇ ਐਸੇ ਭੇਦ ਜਾਣ ਲਏ ਨੇ ਕਿ ਉਹ ਇਸ ਪ੍ਰੋਡਕਟ ਨੂੰ ਇੰਨਾ ਨਸ਼ੀਲਾ, ਇੰਨਾ ਐਡਿਕਟ ਬਣਾਉਂਦੇ ਨੇ ਕਿ ਅਸੀਂ ਜਾਣੇ ਆ 1 ਮਿੰਟ ਵਾਸਤੇ ਤੇ 2 ਘੰਟੇ ਹੈ ਨਹੀਂ ਸਾਡੇ ਕੋਲ। ਇਸ ਕਰਕੇ ਜਿਹੜੀ ਅਸੀਂ ਇਲੈਕਟ੍ਰੋਨਿਕ ਗੈਜਟ ਦੇ ਨਾਲ ਜਿਹੜੀ ਸਟੱਡੀ ਕਰਦੇ ਆ, ਮਤਲਬ ਇਹਦੇ ਚ ਅਸੀਂ ਜ਼ੂਮ ਕਾਲਸ ਜਾਂ ਐਜੂਕੇਸ਼ਨਲ ਕਾਲਸ, ਕੋਚਿੰਗ ਕਾਲਸ, ਇਹਨਾਂ ਦੀ ਗੱਲ ਨਹੀਂ ਕਰ ਰਹੇ। ਅਸੀਂ ਇਹਦੀ ਜਿਹੜੀ ਭੈੜੀ ਵਰਤੋਂ ਹੈ ਇਹਨਾਂ ਚੀਜ਼ਾਂ ਦੀ ਨਾ, ਅਸੀਂ ਉਹਨਾਂ ਦੀ ਵਿਚਾਰ ਇਹਦੇ ਚ ਕਰ ਰਹੇ ਹਾਂ। ਟੈਬਲੇਟ ਨੇ, ਕਈਆਂ ਨੂੰ ਸ਼ੌਂਕ ਹੁੰਦਾ ਰੇਡੀਓ ਚਲਾ ਕੇ ਗਾਣੇ ਸੁਣਦੇ ਹੋਏ, ਹੈ ਨਾ, ਕਿ ਬਈ ਅਸੀਂ ਕੋਈ ਨਾ ਕੋਈ ਸੁਣਦੇ ਰਹਿੰਦੇ ਆ। ਅੱਛਾ, ਬੱਚੇ ਗਰੁੱਪ ਸਟੱਡੀ ਕਰਦੇ ਨੇ ਯਾਰਾਂ ਦੋਸਤਾਂ ਨਾਲ ਜਾ ਕੇ ਕਿ ਬਈ ਮੈਂ ਇਹਦੇ ਨਾਲ ਪੜਾਂਗਾ ਜਾਂ ਮੈਂ ਉਹਦੇ ਨਾਲ ਪੜਾਂਗਾ। ਉਹਦੇ ਚ ਜੇ ਤੇ ਗੱਲਾਂ ਬਾਤਾਂ ਨਹੀਂ ਹੋ ਰਹੀਆਂ ਫਿਰ ਤੇ ਚਲੋ ਕੋਈ ਉਹਦੇ ਚ ਮਕਸਦ ਨਜ਼ਰ ਆਉਂਦਾ, ਪਰ ਜ਼ਿਆਦਾਤਰ ਸਮਾਂ ਜਿਹੜਾ ਹੈ ਉਹ ਗੱਲਾਂ ਬਾਤਾਂ ਦੇ ਨਾਲ, ਉਹ ਠੱਠੇ ਮਸ਼ਕਰੀ ਕਰਦੇ ਗੁਜ਼ਰ ਜਾਂਦਾ ਹੈ। ਇਸ ਜਿਹੜਾ ਇਹ ਰਿਸਰਚਰ ਹੈਗਾ, ਇਹਨੇ ਦੱਸਿਆ ਕਿ ਇਹ ਸੂਡੋ ਸਟੱਡੀ ਹੈ ਔਰ ਰੀਅਲ ਸਟੱਡੀ ਜਿਹੜੀ ਹੈ ਨਾ, ਇਹ ਬਹੁਤ ਦੂਰ ਰਹਿ ਜਾਂਦੀ ਹੈ ਇਹਦੇ ਤੋਂ। ਅਸੀਂ ਆਪਣੀ ਵੀਡੀਓ ਦੇ ਵਿੱਚ ਵੀ ਇਹੀ ਦੇਖਿਆ ਕਿ ਸੂਡੋ ਸਟੱਡੀ ਔਰ ਰੀਅਲ ਸਟੱਡੀ 'ਚ ਇੰਨਾ ਜ਼ਿਆਦਾ ਫਰਕ ਹੁੰਦਾ। ਇਹਦਾ ਪਛਾਣ ਸਾਨੂੰ ਐਜ਼ ਅ ਚਾਈਲਡ ਸਾਨੂੰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣਾ ਸਮਾਂ ਕਿੱਥੇ ਬਰਬਾਦ ਕਰ ਰਹੇ ਹਾਂ। ਇਸ ਤੋਂ ਅਲੱਗ ਅੱਗੇ ਇੱਕ ਡੀਪ ਵਰਕ ਦੀ ਇੱਕ ਪੂਰੀ ਥਿਉਰੀ ਹੈਗੀ ਹੈ ਕਿ ਡੀਪ ਵਰਕ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਭਾਵੇਂ ਅੱਧੇ ਘੰਟੇ ਵਾਸਤੇ ਫੋਕਸ ਨਾਲ ਸਟੱਡੀ ਕਰੋ, ਭਾਵੇਂ 15 ਮਿੰਟ ਵਾਸਤੇ ਫੋਕਸ ਨਾਲ ਸਟੱਡੀ ਕਰੋ, ਲੇਕਿਨ ਉਹ ਫੋਕਸ ਤੁਹਾਡੀ 100% ਕੰਸੈਂਟਰੇਸ਼ਨ ਦੇ ਨਾਲ ਹੋਣਾ ਚਾਹੀਦਾ ਹੈ। ਇਹਦੇ ਵਾਸਤੇ ਨਾ ਮੈਨੂੰ ਬਚਪਨ ਤੋਂ ਆਪਣੇ ਇੱਕ ਕਹਾਣੀ ਯਾਦ ਆਉਂਦੀ ਹੈ। ਅਸੀਂ ਬਚਪਨ 'ਚ ਅਕਸਰ ਸੁਣਦੇ ਹੁੰਦੇ ਸੀ ਕਿ ਬਈ ਇੱਕ ਲੇਡੀ ਹੁੰਦੀ, ਇੱਕ ਭੈਣ ਜੀ ਹੁੰਦੇ ਨੇ, ਉਹ ਇੱਕ ਖੂਹ ਦੇ ਕੋਲ ਜਾ ਕੇ ਨਾ ਰੋਜ਼ ਪਾਣੀ ਕੱਢਦੇ ਸੀ ਆਪਣਾ ਘੜਾ ਲਿਜਾ ਕੇ। ਤੇ ਉਸ ਖੂਹ ਦਾ ਜਿਹੜਾ ਗੋਲਾ ਜਿਹਾ ਬਣਿਆ ਹੁੰਦਾ ਨਾ, ਜਿੱਥੇ ਭਾਂਡੇ ਰੱਖਣ ਦੀ ਥਾਂ ਹੁੰਦੀ ਹੈ, ਤੇ ਉਹ ਜਿਹੜੀ ਉਹ ਬੀਬੀ ਹੈ, ਉਹ ਰੋਜ਼ ਨਾ ਉਸ ਘੜੇ ਨੂੰ ਉੱਥੇ ਹੀ ਰੱਖਦੀ ਸੀ, ਉਸੇ ਜਗ੍ਹਾ ਤੇ ਜਾ ਕੇ। 1 ਦਿਨ, 2 ਦਿਨ, 3 ਦਿਨ, ਤੇ ਉਹ ਕਹਾਣੀ ਜਿਸ ਤਰ੍ਹਾਂ ਮੈਨੂੰ ਯਾਦ ਹੈ ਕਿ ਉਹਦੇ ਚੋਂ ਅੱਗੇ ਦੱਸਦਾ ਹੈ ਕਿ ਉਹ ਜਿਹੜੀ ਥਾਂ ਤੇ ਰੋਜ਼ ਮਟਕਾ ਰੱਖਦੀ ਸੀ ਨਾ, ਉਹ ਤੇ ਖੱਡਾ ਪੈ ਜਾਂਦਾ, ਉਹ ਮਟਕੇ ਦਾ ਨਿਸ਼ਾਨ ਹੀ ਉਸ ਪੱਥਰ ਦੇ ਉੱਤੇ ਬਣ ਜਾਂਦਾ। ਮਤਲਬ ਮਿੱਟੀ ਨਹੀਂ, ਕੋਈ ਮਾਸ ਨਹੀਂ, ਪੱਥਰ ਦੀ ਗੱਲ ਕਰ ਰਹੇ ਹਾਂ। ਉਸ ਪੱਥਰ ਤੇ ਜਦੋਂ ਬਾਰ-ਬਾਰ ਇੱਕੋ ਚੀਜ਼ ਨੂੰ ਉਸੇ ਤਰਤੀਬ ਨਾਲ, ਉਸੇ ਤਰੀਕੇ ਨਾਲ ਰੱਖਿਆ ਜਾਂਦਾ ਹੈ, ਵਜ਼ਨ ਪਾਇਆ ਜਾਂਦਾ ਹੈ, ਤੇ ਉੱਥੇ ਉਹਦਾ ਨਿਸ਼ਾਨ ਹੀ ਬਣ ਜਾਂਦਾ ਹੈ। ਹੁਣ ਜਦੋਂ ਅਸੀਂ ਸੂਡੋ ਵਰਕਿੰਗ ਦੀ ਗੱਲ ਕੀਤੀ, ਹੋਰ ਡੀਪ ਵਰਕ ਦੀ ਗੱਲ ਕੀਤੀ ਕਿ ਆਪਣਾ ਫੋਕਸ ਬਣਾਈਏ ਕਿੱਦਾਂ, ਸਾਨੂੰ ਇਹ ਸਮਝ ਆ ਗਿਆ ਕਿ ਸਾਨੂੰ ਇਹਨਾਂ ਚੀਜ਼ਾਂ 'ਚ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਪਰ ਵੈਸੇ ਵੀ ਗੁਰੂ ਸਾਹਿਬ ਕਹਿੰਦੇ ਨੇ ਨਾ ਕਰ ਚਿੰਤਾ ਹੈ ਕਰਤੇ, ਤੇ ਚਲੋ ਉਹਨਾਂ ਪੱਖ ਸਾਨੂੰ ਸਮਝ ਆ ਗਿਆ। ਉਸ ਤੋਂ ਬਾਅਦ ਸਾਨੂੰ ਇਹ ਵੀ ਸਮਝ ਆ ਗਿਆ ਕਿ ਅਸੀਂ ਸਾਡੇ ਕੰਟਰੋਲ 'ਚ ਐਕਚੁਅਲੀ 'ਚ ਹੈਗਾ ਕੀ ਹੈ, ਸਾਡਾ ਖੁਦ ਦਾ ਬਿਹੇਵੀਅਰ, ਸਾਡਾ ਖੁਦ ਦਾ ਟਾਈਮ, ਅਸੀਂ ਲੋਕਾਂ ਨਾਲ ਕਿਸ ਤਰ੍ਹਾਂ ਵਿਚਰਦੇ ਹਾਂ, ਸਾਨੂੰ ਇਹ ਵੀ ਸਮਝ ਆ ਗਈ। ਉਸ ਤੋਂ ਬਾਅਦ ਅਸੀਂ ਵੇਖਿਆ ਕਿ ਸੂਡੋ ਜਿਹੜੀ ਸਟੱਡੀ ਅਸੀਂ ਕਰਦੇ ਹਾਂ, ਜਿਹੜੀ ਨਕਲੀ ਸਟੱਡੀ ਹੈ, ਜਿਹੜੀ ਲੱਗਦੀ ਹੈ ਕਿ ਅਸੀਂ ਸਟੱਡੀ ਕਰ ਰਹੇ ਹਾਂ, ਪਰ ਐਕਚੁਅਲੀ 'ਚ ਉਹਦੇ 'ਚ ਕੋਈ ਲਾਹੇਮੰਦ ਨਤੀਜੇ ਹੀ ਪ੍ਰਾਪਤ ਨਹੀਂ ਕਰ ਰਹੇ ਹਾਂ। ਇਸ ਕਰਕੇ ਸਭ ਤੋਂ ਇੰਪੋਰਟੈਂਟ, ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੋ ਜਾਂਦੀ ਹੈ, ਉਹ ਹੁੰਦਾ ਹੈ ਕਿ ਅਸੀਂ ਫੋਕਸ ਕਿਸ ਤਰ੍ਹਾਂ ਬਣਾਈਏ ਆਪਣਾ। ਹੁਣ ਜਿਸ ਤਰ੍ਹਾਂ ਇਹ ਘੜੇ ਦਾ ਐਗਜ਼ਾਮਪਲ ਬਚਪਨ ਦੀ ਮੈਂ ਕਹਾਣੀ ਤੋਂ ਤੁਹਾਨੂੰ ਦੱਸਿਆ ਹੈ ਕਿ ਉਸ ਖੂਹ ਦਾ ਉਹ ਕਿਨਾਰਾ ਹੈ, ਉੱਥੇ ਪੱਥਰ ਦੇ ਉੱਤੇ, ਕਿਉਂਕਿ ਰੋਜ਼ ਪਾਣੀ ਦਾ ਮਤਲਬ ਉਹ ਮਿੱਟੀ ਦਾ ਬਣਿਆ ਹੋਇਆ ਘੜਾ ਜਦੋਂ ਰੋਜ਼ ਰੱਖਿਆ ਜਾਂਦਾ ਹੈ, ਤੇ ਪੱਥਰ ਦੀ ਉਹ ਸਿਲ ਦੇ ਉੱਤੇ ਵੀ ਨਿਸ਼ਾਨ ਪੈ ਜਾਂਦਾ ਹੈ। ਦੇਖੋ, ਕੁਝ ਐਸੇ ਤਰ੍ਹਾਂ ਹੀ ਨਾ ਸਾਡੇ ਮਸਤਿਸ਼ਕ, ਸਾਡੇ ਬ੍ਰੇਨ ਦੇ ਅੰਦਰ ਵੀ ਵਾਪਰਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਲਗਾਤਾਰ ਕੰਟੀਨਿਊਸਲੀ ਕਰਦੇ ਰਹਿੰਦੇ ਆ ਨਾ, ਜਿਸ ਤਰ੍ਹਾਂ ਉਹ ਪੱਥਰ ਦੇ ਵਿੱਚ ਉਹ ਮਿੱਟੀ ਦਾ ਭਾਂਡਾ ਇੱਕ ਆਪਣੀ ਥਾਂ ਬਣਾ ਲੈਂਦਾ ਨਾ,
ਐਸੇ ਤਰੀਕੇ ਨਾਲ ਸਾਡੀਆਂ ਜਿਹੜੀਆਂ ਆਦਤਾਂ ਨੇ, ਸਾਡੀਆਂ ਜਿਹੜੀ ਹੈਬਿਟਸ ਨੇ ਨਾ, ਉਹ ਸਾਡੇ ਅੰਦਰ ਪੱਕੀਆਂ ਹੋ ਜਾਂਦੀਆਂ ਨੇ। ਹੁਣ ਅਸੀਂ ਦੇਖੋ ਗੁਰੂ ਸਾਹਿਬ ਨੇ ਦੇਖੋ ਕਿੰਨਾ ਸੌਖਾ ਗੁਰੂ ਸਾਹਿਬ ਨੇ ਤਾਂ ਫਲਸਫਾ ਇੰਨੇ ਗਹਿਰਾਈ ਦੇ ਨਾਲ ਖੋਲੇ ਦੇ ਨੇ ਕਿ ਇਹ ਮਤਲਬ ਜੋ ਹੈ ਕਈ ਵਾਰ ਪੜ੍ਹ ਕੇ ਇੰਨਾ ਅਚੰਭਾ ਵੀ ਹੁੰਦਾ ਔਰ ਇੰਨਾ ਉਤਸ਼ਾਹ ਵੀ ਵੱਧਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਓ। ਗੁਰੂ ਸਾਹਿਬ ਨੇ ਕਰਨ ਦੀ ਗੱਲ ਇੱਕ ਵਾਰ ਨਹੀਂ ਕਹੀ, ਉਹਨਾਂ ਨੇ ਕਿਹਾ ਕਰ ਕਰ ਕਰਨਾ। ਮਤਲਬ ਕਿ ਇਹ ਜਿਹੜੀ ਕੰਟੀਨਿਊਸ ਪ੍ਰੈਕਟਿਸ ਜਿਹੜੀ ਬਾਰ-ਬਾਰ ਅਸੀਂ ਕਰਦੇ ਆ ਨਾ ਆਪਣੇ ਆਪ ਦੇ ਨਾਲ, ਮੰਨ ਲਓ ਕੋਈ ਟੌਪਿਕ ਨਹੀਂ ਸਮਝ ਆ ਰਿਹਾ, ਕੋਈ ਵਿਸ਼ਾ ਐਸਾ ਹੈ ਜਿਹੜਾ ਨਹੀਂ ਸਮਝ ਆ ਰਿਹਾ ਸਾਨੂੰ, ਮੈਥਮੈਟਿਕਸ ਦਾ ਹੈ ਜਾਂ ਫਿਜ਼ਿਕਸ ਦੀ ਕੋਈ ਥਿਓਰਮ ਹੈ, ਤੇ ਅਸੀਂ ਜਦੋਂ ਉਹਦੀ ਬਾਰ-ਬਾਰ ਪ੍ਰੈਕਟਿਸ ਕਰਦੇ ਆ ਨਾ, ਤੇ ਉਹ ਸਾਡੇ ਬ੍ਰੇਨ ਦੇ ਅੰਦਰ, ਸਾਡੇ ਮਸਤਿਸ਼ਕ ਦੇ ਅੰਦਰ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ, ਉਹ ਕਹਿੰਦੇ ਨੇ ਉਹ ਨਿਊਰੋਪਾਥ ਬਣਾਉਂਦਾ ਹੈ ਆਪਣਾ। ਕਿਉਂਕਿ ਸਾਡੇ ਅੰਦਰ ਸਾਰੇ ਨਿਊਰੋਨਸ ਨੇ ਜਿਹੜੇ ਆ ਸਾਰਾ ਮੈਸੇਜ ਦਿੰਦੇ ਨੇ, ਹੈਬਿਟਸ ਬਣਾਉਂਦੇ ਨੇ, ਸਾਡੀ ਯਾਦਦਾਸ਼ਤ ਸਾਨੂੰ ਕੰਮ ਦਿੰਦੇ ਨੇ ਨਾ। ਤੇ ਇਸੇ ਤਰ੍ਹਾਂ ਹੀ ਜਿਹੜੇ ਨਿਊਰੋਨਸ ਨੇ ਨਾ, ਛੋਟੇ ਨਿਊਰੋਨਸ ਨੇ, ਇਹ ਨਿਊਰੋਨਸ ਦਾ ਆਪਣਾ ਨਿਊਰੋਪਾਥ ਬਣਾ ਲੈਂਦੇ ਨੇ। ਜਦੋਂ ਅਸੀਂ ਕੋਈ ਚੀਜ਼ ਬਾਰ-ਬਾਰ ਉਸੇ ਤਰੀਕੇ ਨਾਲ ਕਰਦੇ ਹਾਂ, ਬਾਰ-ਬਾਰ ਉਸੇ ਤਰੀਕੇ ਨਾਲ ਕਰਦੇ ਹਾਂ, ਜਿਸ ਤਰ੍ਹਾਂ ਭਾਵੇਂ ਸੈਰ ਕਰਨਾ ਵੀ ਇੱਕ ਆਦਤ ਹੈ। ਸਵੇਰੇ ਉੱਠ ਕੇ ਜੇ ਅਸੀਂ ਬਾਣੀ ਪੜ੍ਹਨ ਦੀ ਜੇ ਆਦਤ ਪਾਈਏ, ਹੁਣ ਕਈਆਂ ਨੂੰ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਨਹੀਂ ਅਭਿਆਸ ਹੋ ਪਾਉਂਦਾ, ਤੇ ਜਦੋਂ ਉਹ ਅਭਿਆਸ ਅਸੀਂ 1 ਦਿਨ 2 ਦਿਨ 10 ਦਿਨ 15 ਦਿਨ 20 ਦਿਨ ਤੱਕ ਕਰਦੇ ਰਹਿੰਦੇ ਆ ਨਾ, ਇਹ ਕੁਦਰਤ ਦਾ ਸਾਡੀ ਸਰੀਰ ਇੱਕ ਐਸਾ ਕੁਦਰਤ ਦਾ ਆਟੋਮੈਟਿਕ, ਅਸੀਂ ਅੱਜ ਤੇ ਆਟੋਮੈਟਿਕ ਰੋਬੋਟਿਕਸ ਦੇਖਦੇ ਆ ਨਾ ਕਿ ਰੋਬੋਟ ਆਪੇ ਕੰਮ ਕਰ ਰਹੇ ਨੇ। ਇਹ ਗੁਰੂ ਸਾਹਿਬ ਨੇ ਇਹ ਜਿਹੜਾ ਇਨਸਾਨੀ ਜਿਹੜਾ ਸਰੀਰ ਬਣਾਇਆ ਨਾ, ਇਹ ਇੱਕ ਐਸਾ ਰੋਬੋਟ ਹੈ ਕਿ ਇਹ ਤੇ ਪਤਾ ਨਹੀਂ ਆਦਿ ਕਾਲ ਕਦੋਂ ਤੋਂ ਚੱਲਿਆ ਆ ਰਿਹਾ ਹੈ। ਕਿਉਂਕਿ ਜਦੋਂ ਹੀ ਕੋਈ ਚੀਜ਼ ਕੰਟੀਨਿਊਸਲੀ ਬਾਰ-ਬਾਰ ਉਸੇ ਸਮੇਂ ਕਰਦੇ ਰਹਿੰਦੇ ਆ ਨਾ, ਉਹ ਸਾਡੇ ਅੰਤःਕਰਣ ਦੇ ਅੰਦਰ ਆਟੋਮੈਟਿਕ ਹੋ ਜਾਂਦੀ ਹੈ ਆਪਣੇ ਆਪ ਹੀ। ਸਾਡੇ ਨਿਊਰੋਪਾਥ ਬ੍ਰੇਨ ਦੇ ਵਿੱਚ ਇਸ ਤਰੀਕੇ ਨਾਲ ਬਣ ਜਾਂਦਾ ਹੈ। ਇਸ ਕਰਕੇ ਬਾਰ-ਬਾਰ ਪ੍ਰੈਕਟਿਸ ਕਰਨਾ, ਚਾਹੇ ਉਹ ਆਪਣਾ ਸਿਲੇਬਸ ਹੈ, ਚਾਹੇ ਉਹ ਆਪਣੀ ਸਟੱਡੀ ਹੈ, ਚਾਹੇ ਇਨਫੈਕਟ ਅਧਿਆਪਕਾਂ ਵਾਸਤੇ, ਟੀਚਰਾਂ ਵਾਸਤੇ ਵੀ ਉਹਨਾਂ ਨੇ ਕੋਈ ਚੈਪਟਰ ਪੜ੍ਹਾਉਣਾ ਹੈ, ਕੋਈ ਚੈਪਟਰ ਨਹੀਂ ਸਮਝ ਆ ਰਿਹਾ ਨਾ, ਇਹ ਜਿਹੜਾ ਪ੍ਰੈਕਟਿਸ ਵਾਲਾ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਵੀ ਦਿੱਤਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪ ਬੀਜ ਆਪੇ ਹੀ ਖਾਓ। ਕਰਨੀ ਹੋਏ ਵਿਚਾਰ, ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਜੋ ਇਸ ਮੂਮੈਂਟ ਦੇ ਅੰਦਰ, ਆਪਣੇ ਪ੍ਰੈਜ਼ੈਂਟ ਦੇ ਅੰਦਰ ਜੋ ਕਰ ਰਹੇ ਹੋ ਨਾ, ਇਸ ਖਲਕਤ ਦੇ ਅੰਦਰ ਸਿਰਫ ਉਸੇ ਦਾ ਵਿਚਾਰ ਹੈਗਾ ਹੈ, ਹੋਰ ਕੁਝ ਨਹੀਂ ਹੈਗਾ। ਅੱਜ ਜਿਹੜਾ ਅਸੀਂ ਇਹ ਵੀਡੀਓ ਸਾਰੇ ਬੈਠ ਕੇ ਇਸ ਟਾਈਮ ਜ਼ੂਮ ਕਾਲ ਤੇ ਇੱਕ ਦੂਸਰੇ ਨਾਲ ਵਿਚਾਰ ਕਰ ਰਹੇ ਹਾਂ ਨਾ, ਇਹ ਵੀ ਕਰ ਕਰਨਾ ਦਾ ਹਿੱਸਾ ਹੈ, ਇਹ ਵੀ ਕਰਨੀ ਹੋਏ ਵਿਚਾਰ ਹੈ। ਇਸੇ ਚੀਜ਼ ਦਾ ਜਿਹੜਾ ਸਾਡੇ ਗਗਨ ਦਮਾਮਾ ਵਾਜਿਓ ਹੁੰਦਾ ਜਦੋਂ ਸਾਡੇ ਅੰਦਰ, ਉਹ ਚੀਜ਼ ਬਾਰ-ਬਾਰ ਜਦੋਂ ਸਾਡੇ ਚੱਲਦੀ ਹੈ ਤੇ ਉਹ ਸਾਡੇ ਦਿਮਾਗ ਦੇ ਅੰਦਰ ਬੈਠ ਜਾਂਦੀ ਹੈ। ਇਸ ਕਰਕੇ ਜਿਹੜਾ ਫੋਕਸ ਦੀ ਸਾਇੰਸ ਹੈ ਨਾ, ਇਹ ਗੁਰੂ ਸਾਹਿਬ ਨੇ ਵੀ ਖੋਲੀ ਹੈ, ਤੇ ਅਸੀਂ ਇਸ ਐਗਜ਼ਾਮਪਲ ਦੇ ਨਾਲ ਵੀ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਅਸੀਂ ਇਹ ਟੌਪਿਕ ਦੇ ਵਿੱਚ ਸਮਝਿਆ ਕਿ 5 ਮਿੰਟ ਦੇ ਵਾਸਤੇ ਨਾ ਸਵੇਰੇ ਉੱਠ ਕੇ ਇੱਕ ਛੋਟਾ ਜਿਹਾ ਟਾਈਮ ਟੇਬਲ ਬਣਾਓ। ਹੁਣ ਮੈਂ ਤੁਹਾਨੂੰ ਇਹਦੇ ਚ ਇਹ ਕੁਝ ਇੱਕ ਚੀਜ਼ਾਂ ਦੱਸਾਂਗਾ। ਇਹਦੇ ਚ ਮੈਂ ਟੌਪਿਕ ਪੁਆਇੰਟ ਲਿਖੇ ਨੇ, ਸਬਕੌਂਸ਼ੀਅਸ ਰਜਿਸਟਰ। ਕੁਦਰਤ ਨੇ ਸਾਡੇ ਅੰਦਰ ਹੀ ਨਾ ਇੱਕ ਰਜਿਸਟਰ ਬਣਾ ਕੇ ਸਾਨੂੰ ਦਿੱਤਾ ਹੈ, ਸਾਡੇ ਅੰਤःਕਰਨ ਦਾ, ਸਾਡੇ ਸਬਕੌਂਸ਼ੀਅਸ ਦਾ। ਜਦੋਂ ਅਸੀਂ ਕੋਈ ਚੀਜ਼ ਨੂੰ ਉੱਥੇ ਬਾਰ-ਬਾਰ ਇਸ ਤਰੀਕੇ ਨਾਲ ਦਰਜ ਕਰਦੇ ਹਾਂ ਨਾ, ਉਹ ਇੱਕ ਨੈਚੁਰਲ ਰਜਿਸਟਰ ਦੀ ਤਰ੍ਹਾਂ ਕੰਮ ਕਰਦਾ ਹੈ। ਫਿਰ ਤੁਸੀਂ 10 ਦਿਨ ਤੱਕ ਕੋਈ ਕੰਮ, ਫਰਜ਼ ਕਰੋ ਕਿ ਸਵੇਰੇ 5 ਵਜੇ ਉੱਠਣ ਦੀ ਅਸੀਂ ਨਿਯਮ ਬਣਾਉਂਦੇ ਹਾਂ, ਤੁਸੀਂ 10 ਦਿਨ ਤੱਕ ਉਹਨੂੰ ਕਰੋ, 11ਵੇਂ 12ਵੇਂ 13ਵੇਂ ਦਿਨ ਤੁਸੀਂ ਵੇਖੋਗੇ ਉਹ ਰਜਿਸਟਰ ਤੁਹਾਨੂੰ ਆਪੇ ਰਿਮਾਈਂਡਰ ਦੇਗਾ, ਉਹ ਘੜੀ ਦੀ ਘੰਟੀ ਤੁਹਾਡੇ ਬ੍ਰੇਨ 'ਚ ਆਪਣੇ ਆਪ ਵੱਜੇਗੀ, ਹੈ ਨਾ। ਤੇ ਲੇਕਿਨ ਜਦੋਂ ਇਹ ਜਿਹੜਾ ਅਸੀਂ 5 ਮਿੰਟ ਦਾ ਆਪਣੇ ਕੰਮ ਨੂੰ ਲਿਖਣ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਹਦਾ ਮੇਨ ਪਰਪਸ ਇਹ ਹੈ ਕਿ ਜਦੋਂ ਅਸੀਂ ਕੋਈ ਚੀਜ਼ ਲਿਖਦੇ ਹਾਂ ਨਾ ਆਪਣੇ ਹੱਥ ਨਾਲ, ਇੱਕ ਛੋਟੇ ਜਿਹੇ ਨੋਟਪੈਡ ਦੇ ਉੱਤੇ, ਛੋਟੀ ਕਾਪੀ ਦੇ ਉੱਤੇ ਨਾ, ਉਹ ਸਾਡੇ ਬ੍ਰੇਨ ਦੇ ਵਿੱਚ ਵੀ ਰਜਿਸਟਰ ਹੋ ਜਾਂਦੀ ਹੈ, ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਕਾਗਜ਼ ਤੇ ਰਜਿਸਟਰ ਹੋਈ ਹੈ। ਕਿਉਂਕਿ ਉਹ ਸਾਡੇ ਅੰਤःਕਰਨ 'ਚ ਬਾਰ-ਬਾਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਯਾਰ ਅੱਜ ਮੈਂ ਨਾ ਇਹ ਕੰਮ ਕਰਨਾ ਹੈ, ਇਹ ਚੈਪਟਰ ਕੰਪਲੀਟ ਕਰਨਾ ਹੈ, ਅੱਜ ਮੈਂ ਇੰਨੇ ਚੈਪਟਰ ਕੰਪਲੀਟ ਕਰਨੇ ਨੇ, ਜਾਂ ਟੀਚਰ ਕਹੇਗਾ ਕਿ ਮੈਂ ਅੱਜ ਇਹ ਫਲਾਣਾ ਟੌਪਿਕ ਰੈਡੀ ਕਰਨਾ ਹੈ ਕਿਉਂਕਿ ਕੱਲ ਮੈਂ ਬੱਚਿਆਂ ਨੂੰ ਇਹਨੂੰ ਪੜ੍ਹਾਉਣਾ ਹੈ। ਤੇ ਇਹ ਜਿਹੜਾ ਅਸੀਂ ਬਾਹਰੀ ਕਾਗਜ਼ ਬਣਾਉਂਦੇ ਆ ਨਾ, ਜਿਹਦੇ 'ਚ ਅਸੀਂ ਚੀਜ਼ਾਂ ਨੂੰ ਲਿਖਨੇ ਆ, ਇਹ ਐਕਚੁਅਲੀ 'ਚ ਬਾਹਰ ਦਾ ਨਹੀਂ ਹੈ, ਇਹ ਸਾਡੇ ਅੰਦਰ ਕੰਮ ਕਰਦਾ ਹੈ। ਤੇ ਇਹਦੇ 'ਚ ਇਸੇ ਵੀਡੀਓ ਦੇ ਅੰਦਰ ਅਸੀਂ ਸਮਝਿਆ ਸੀ, ਉਹਨੇ ਦੱਸਿਆ ਕਿ ਇੱਕ ਤੁਸੀਂ ਆਪਣੇ ਇੱਕ ਦਿਨ ਦਾ ਪਲਾਨ ਬਣਾਓ। ਮੰਨ ਲਓ ਅੱਜ 15 ਜੂਨ ਹੈ, 15 ਜੂਨ ਨੂੰ ਮੈਂ ਆਪਣੇ 1 2 3 4 5 6 7 ਕੰਮ ਲਿਖ ਲਏ, ਤੇ ਇੱਕ ਦੂਸਰੇ ਨੋਟਬੁੱਕ 'ਚ ਇਹ ਲਿਖੋ ਕਿ ਅੱਜ ਇਹ ਜਿਹੜੇ ਕੰਮ ਮੈਂ ਲਿਖੇ ਨੇ ਨਾ, ਇਹਨਾਂ ਦੇ ਨਾਲ ਹੋਰ ਦਿਨ ਦੇ ਅੰਦਰ ਕਿਹੜੇ ਹੋਰ ਕੰਮ ਪਤਾ ਲੱਗੇ ਮੈਨੂੰ। ਮੰਮੀ ਨੇ ਮੈਨੂੰ ਕਿਹਾ ਫੋਨ ਦਾ ਬਿੱਲ ਵੀ ਜਮ੍ਹਾਂ ਕਰਾਉਣਾ ਹੀ, ਚਲੋ ਇਹ ਵੀ ਲਿਖ ਲਿਆ ਮੈਂ। ਜਾਂ ਮੈਨੂੰ ਕਿਸੇ ਮਿੱਤਰ ਦਾ ਫੋਨ ਆਇਆ, ਬਈ ਉਹ ਨਾ ਇੱਕ ਟੌਪਿਕ ਬੜਾ ਜ਼ਰੂਰੀ ਮੈਡਮ ਨੇ ਅੱਜ ਇੰਪੋਰਟੈਂਟ ਦੱਸਿਆ, ਉਹ ਪੇਪਰ 'ਚ ਆ ਸਕਦਾ ਹੈ, ਚਲੋ ਮੈਂ ਉਹ ਵੀ ਲਿਖ ਲਿਆ। ਤੇ ਜਦੋਂ ਅਗਲਾ ਦਿਨ ਆਏਗਾ ਨਾ, ਮੈਂ ਉਸ ਕਾਗਜ਼ ਤੋਂ ਦੇਖਾਂਗਾ ਕਿ ਬਈ ਮੇਰੇ ਪਿਛਲੇ ਕੰਮ ਦੇ ਦਿਨ ਦੇ ਕੰਮ ਹੋ ਗਏ ਪੂਰੇ, ਤੇ ਇਹ ਨਵੇਂ ਕੰਮ ਹੋਰ ਪਤਾ ਲੱਗੇ ਸੀ ਕੱਲ,
ਤੇ ਅਸੀਂ ਉਹਨਾਂ ਨੂੰ ਐਡ ਕਰਕੇ ਆਪਣੇ ਅਗਲੇ ਦਿਨ ਦਾ ਵੀ ਇੱਕ ਨਵਾਂ ਸੂਚੀ ਬਣਾ ਲਈ। ਇਸ ਕਰਕੇ ਜਿਹੜਾ 5 ਮਿੰਟ ਦਾ ਕੰਮ ਲਿਖਣ ਦਾ ਜਿਹੜਾ ਇੱਕ ਪ੍ਰੋਸੈਸ ਹੈ ਨਾ, ਇਹ ਆਪਣੇ ਆਪ ਦੇ ਅੰਦਰ ਇੱਕ ਪ੍ਰੈਕਟਿਸ ਹੈਗੀ ਹੈ, ਜਿਹੜੀ ਸਾਡੇ ਬ੍ਰੇਨ ਨੂੰ, ਸਾਡੇ ਦਿਮਾਗ ਨੂੰ ਤਿਆਰ ਕਰਦੀ ਹੈ, ਸਾਨੂੰ ਫੋਕਸਡ ਰੱਖਦੀ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਕਰਨੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਨੇ। ਟੈਨਸ਼ਨ ਨਹੀਂ ਹੋਣ ਦਿੰਦੀ। ਤੁਹਾਨੂੰ ਪਤਾ ਹੈ ਕਿ ਸਾਡੇ ਲਾਈਫ ਦੇ ਅੰਦਰ ਜਿਹੜਾ ਇਹ ਟੈਨਸ਼ਨ ਜਿਹੜਾ ਵਰਡ ਹੈਗਾ ਨਾ, ਤੇ ਜਿਹੜਾ ਤਣਾਅ ਅਸੀਂ ਜਿਹਨੂੰ ਕਹਿੰਦੇ ਆ, ਇਹਦਾ ਸਭ ਤੋਂ ਵੱਡਾ ਕਾਰਨ ਮਿਸਮੈਨੇਜਮੈਂਟ ਹੈ। ਜਦੋਂ ਅਸੀਂ ਆਪਣੇ ਕੰਮਾਂ ਨੂੰ ਵੇਲੇ ਸਿਰ ਨਹੀਂ ਕਰਦੇ ਆ ਨਾ, ਤੇ ਉਹ ਫਿਰ ਬਾਅਦ ਚੋਂ ਸਿਰਫ ਟੈਨਸ਼ਨ ਦਾ ਹੀ ਕਾਰਨ ਬਣਦੇ ਨੇ ਸਾਡੇ ਵਾਸਤੇ। ਇਸੇ ਤਰ੍ਹਾਂ ਪ੍ਰਾਇੋਰਿਟੀ ਸੈਟਿੰਗ ਦਾ ਮਤਲਬ ਹੈ ਕਿ ਕਿਹੜੇ ਕੰਮ ਜ਼ਰੂਰੀ ਨੇ ਮੇਰੇ ਵਾਸਤੇ। ਜਦੋਂ ਮੈਂ ਸਵੇਰੇ ਉੱਠਿਆ ਵਾਂ ਤੇ ਅਗਰ ਮੇਰੇ ਕੋਲ 15 ਕੰਮ ਨੇ, ਤੇ ਉਹਨਾਂ ਚੋਂ ਕਿਹੜੇ ਕੰਮ ਜ਼ਰੂਰੀ ਨੇ ਜਿਹੜੇ ਮੈਨੂੰ ਹਰ ਹਾਲ ਚ ਅੱਜ ਕਰਨੇ ਨੇ। ਹੋ ਸਕਦਾ ਉਹ ਬਿਜਲੀ ਦਾ ਬਿੱਲ ਅੱਜ ਆਖਰੀ ਦਿਨ ਹੈ, ਅੱਜ ਅਗਰ ਨਾ ਕਰਾਇਆ ਤੇ ਕੱਲ ਫਾਈਨ ਪੈ ਜਾਣਾ ਹੈ, ਜਾਂ ਫਿਰ ਮੇਰੇ ਐਗਜ਼ਾਮ ਦੀ ਡੇਟ ਆ ਰਹੀ ਹੈ ਤੇ ਮੈਂ ਪਲਾਨ ਬਣਾਇਆ ਸੀ ਕਿ ਅੱਜ ਮੈਂ 2 ਚੈਪਟਰ ਕਰਨੇ ਨੇ, ਜੇ ਨਾ ਕੀਤੇ ਤੇ ਮੈਨੂੰ ਕੱਲ 4 ਕਰਨੇ ਪੈਣੇ ਨੇ। ਇਹ ਜਿਹੜੀ ਪ੍ਰਾਇੋਰਿਟੀ ਹੈ ਨਾ ਆਪਣੇ ਦਿਮਾਗ ਦੇ ਅੰਦਰ, ਇਹਦੀ ਸਾਨੂੰ ਆਦਤ ਪੈਂਦੀ ਹੈ ਬਾਰ-ਬਾਰ ਕਰਨ ਦੀ। ਟਾਈਮ ਮੈਨੇਜਮੈਂਟ ਅਸੀਂ ਸਮਝਿਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਟਾਈਮ ਨੂੰ ਇਸ ਤਰੀਕੇ ਨਾਲ ਮੈਨੇਜ ਕਰਦੇ ਹਾਂ। ਅਰਜੈਂਟ ਕੀ ਹੈ ਸਾਡੀ ਲਾਈਫ 'ਚ, ਇੰਪੋਰਟੈਂਟ ਕੀ ਹੈ। ਹੁਣ ਕਈ ਕੰਮ ਅਰਜੈਂਟ ਹੋ ਜਾਣਗੇ, ਤੁਸੀਂ ਪਲਾਨ ਬਣਾਇਆ ਹੈ, ਪਤਾ ਲੱਗਿਆ ਕਿ ਮੇਰੀ ਛੋਟੀ ਭੈਣ ਜਿਹੜੀ ਹੈ ਉਹ ਜੋ ਹੈ ਉਹ ਰਕਸ਼ੇ ਤੋਂ ਡਿੱਗ ਗਈ ਹੈ ਤੇ ਪੈਰ ਤੇ ਸੱਟ ਵੱਜ ਗਈ ਹੈ। ਉਹ ਹੁਣ ਕੰਮ ਅਰਜੈਂਟ ਹੈ, ਉਹ ਤੁਹਾਨੂੰ ਕਰਨਾ ਹੀ ਪੈਣਾ ਹੈ। ਤੁਹਾਨੂੰ ਉਹਨੂੰ ਡਾਕਟਰ ਕੋਲ ਲਿਜਾਣਾ ਪੈਣਾ ਹੈ, ਦਵਾਈ ਦਵਾਉਣੀ ਪੈਣੀ ਹੈ, ਪੱਟੀ ਕਰਾਉਣੀ ਪੈਣੀ ਹੈ। ਉਹਨੂੰ ਅਸੀਂ ਅਵੋਇਡ ਨਹੀਂ ਕਰ ਸਕਦੇ। ਲੇਕਿਨ ਜਦੋਂ ਸਾਡੇ ਕੋਲ ਆਪਣੇ ਕਾਗਜ਼ ਦੇ ਵਿੱਚ ਕੁਝ ਲਿਖਿਆ ਦਾ ਹੁੰਦਾ ਹੈ ਨਾ, ਤੇ ਫਿਰ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ। ਅੱਛਾ ਠੀਕ ਹੈ, ਮੈਂ 4 ਕਰ ਲਏ ਨੇ, 2 ਰਹਿ ਗਏ ਨੇ, ਮੈਂ ਰਾਤ ਤੱਕ ਕਰ ਲਵਾਂਗਾ। ਤੇ ਜੇ ਉਸ ਦੌਰਾਨ ਕੁਝ ਐਸਾ ਕੰਮ ਆ ਗਿਆ ਇਹੋ ਜਿਹਾ ਅਰਜੈਂਟ ਕਿ ਕੋਈ ਡਿੱਗ ਗਿਆ, ਕੋਈ ਹੋਰ ਐਸਾ ਕੰਮ ਆ ਗਿਆ ਜਿਹੜਾ ਮੈਂ ਅਵੋਇਡ ਹੀ ਨਹੀਂ ਕਰ ਸਕਦਾ, ਤੇ ਉਸ ਵੇਲੇ ਅਸੀਂ ਫਿਰ ਉਸ ਪਾਸੇ ਟੁਰ ਪੈਂਦੇ ਹਾਂ ਤੇ ਅਸੀਂ ਅਲਟੀਮੇਟਲੀ ਕਿਸੇ ਤਰੀਕੇ ਦੀ ਟੈਨਸ਼ਨ ਜਾਂ ਕਿਸੇ ਤਰੀਕੇ ਦੇ ਤਣਾਅ 'ਚ ਨਹੀਂ ਆਉਂਦੇ। ਇਹ ਡਿਪਰੈਸ਼ਨ ਦਾ ਬਹੁਤ ਵੱਡਾ ਕਾਰਨ ਹੈ, ਔਰ ਡਿਪਰੈਸ਼ਨ ਦਾ ਸੋਲੂਸ਼ਨ ਅਸੀਂ ਇਸ ਤਰੀਕੇ ਨਾਲ ਇਹਨਾਂ ਫਲਸਫਿਆਂ ਨੂੰ ਇਸਤੇਮਾਲ ਕਰਕੇ ਆਪਣਾ ਬਚਾ ਸਕਦੇ ਹਾਂ। ਔਰ ਰਾਈਟਿੰਗ ਸਕਿੱਲਸ ਤੇ ਖੈਰ ਕਈ ਲੋਕਾਂ ਨੂੰ ਆਪਣੀ ਡਾਇਰੀ ਲਿਖਣ ਦੀ ਆਦਤ ਹੁੰਦੀ ਹੈ ਤੇ ਉਹ ਲਿਖਾਰੀ ਵੀ ਬਣਦੇ ਨੇ। ਹੋਰ ਕਈ ਤਰੀਕੇ ਦੀਆਂ ਚੀਜ਼ਾਂ ਨੇ ਜਿਹੜੀਆਂ ਇਸ ਪ੍ਰੈਕਟਿਸ ਦੇ ਨਾਲ ਸਾਨੂੰ ਕੰਮ 'ਚ ਆਉਂਦੀਆਂ ਨੇ। ਉਸ ਤੋਂ ਬਾਅਦ ਆਖਰੀ ਮੈਂ ਸਲਾਈਡ ਵਿੱਚ ਬਣਾਈ ਸੀ ਵੈਨ, ਵੇਅਰ ਐਂਡ ਹਾਊ ਲੌਂਗ। ਅਸੀਂ ਆਪਣੇ ਵੀਡੀਓ ਦੇ ਅੰਦਰ ਦੇਖਿਆ ਕਿ ਪੜ੍ਹਾਈ ਅਸੀਂ ਕਦੋਂ ਕਰੀਏ। ਹੁਣ ਇਹਦੇ ਅੰਦਰ ਬੜੀਆਂ ਸਾਰੀਆਂ ਵਿਗਿਆਨਿਕ ਖੋਜਾਂ ਆਲਰੇਡੀ ਹੈਗੀਆਂ ਨੇ, ਜਿਹੜੇ ਗੁਰੂ ਸਾਹਿਬ ਸਾਨੂੰ ਅੰਮ੍ਰਿਤ ਵੇਲੇ ਦਾ ਜਦੋਂ ਇੰਪੋਰਟੈਂਸ ਦੱਸਦੇ ਨੇ। ਮਾਰਨਿੰਗ 'ਚ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਬ੍ਰੇਨ ਦੇ ਜਿਹੜੇ ਸਪੈਸ਼ਲਿਸਟ ਨੇ ਉਹ ਤਾਂ ਕਹਿੰਦੇ ਨੇ ਜੀ ਉਹ ਡੈਲਟਾ ਸਟੇਜ ਤੇ ਆਉਂਦਾ, ਉਹ ਅਲਫਾ ਸਟੇਜ ਤੇ ਆਉਂਦਾ। ਉਹਨਾਂ ਨੇ ਆਪਣੀ ਕਈ ਤਰੀਕੇ ਦੇ ਗਿਆਨ ਨੂੰ ਇਹਨੂੰ ਐਕਸਪਲੋਰ ਕੀਤਾ ਦਾ ਹੈ। ਲੇਕਿਨ ਉਸ ਤੋਂ ਨਾਲ ਅਸੀਂ ਅਗਰ ਇਹ ਦੇਖੀਏ, ਜਿਹੜੇ ਅਗਰ ਨਿਊਰੋਨਸ ਦੇ ਨਾਲ ਸਾਡਾ ਬ੍ਰੇਨ ਚੱਲਦਾ ਹੈ, ਤੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਨਾ, ਇੱਕਦਮ ਤਰੋ ਤਾਜ਼ਾ ਹੁੰਦੇ ਨੇ, ਇੱਕਦਮ ਫਰੈਸ਼ ਹੁੰਦੇ ਨੇ। ਔਰ ਸਾਡੇ ਸਬਕੌਂਸ਼ੀਅਸ, ਸਾਡੇ ਅੰਤःਕਰਨ ਤੱਕ ਉਹ ਚੀਜ਼ ਜਾਂਦੀ ਹੈ ਜਿਹੜੀ ਅਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਿਸ ਚੀਜ਼ ਦੀ ਅਸੀਂ ਪ੍ਰੈਕਟਿਸ ਕਰਦੇ ਹਾਂ। ਤੇ ਵੈਨ ਦੇ ਵੇਲੇ ਇਹ ਟਾਈਮ ਜਿਹੜਾ ਸਵੇਰ ਦਾ ਇਹ ਬੈਸਟ ਟਾਈਮ ਹੁੰਦਾ ਹੈ। ਪਰ ਰਾਤ ਦੀ ਸਟੱਡੀ ਜਿੰਨੀ ਹੋ ਸਕੇ ਅਵੋਇਡ ਕੀਤੀ ਜਾਵੇ, ਕਿਉਂਕਿ ਅਸੀਂ ਸੋਚ ਤੇ ਲੈਂਦੇ ਹਾਂ ਕਿ ਰਾਤ ਨੂੰ ਜੋ ਹੈ ਕੋਈ ਰੋਲਾ ਰੱਪਾ ਨਹੀਂ ਹੈਗਾ, ਸ਼ਾਂਤੀ ਹੈ ਜਾਂ ਇਸ ਤਰੀਕੇ ਨਾਲ ਨਾ, ਲੇਕਿਨ ਉਹ ਕੁਦਰਤੀ ਨਹੀਂ ਹੈ। ਉਹ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਨਾ ਇੱਕ ਸਟਰਗਲ 'ਚ ਪਾ ਰਹੇ ਹਾਂ ਉਹਨੂੰ ਕਰਨ ਦੇ ਵਿੱਚ। ਦੂਸਰਾ ਇਹਦੇ 'ਚ ਮੈਂ ਗੱਲ ਕੀਤੀ ਸੀ ਵੇਅਰ ਦੀ। ਹੁਣ ਵੇਅਰ ਦੇ ਅੰਦਰ ਬੜਾ ਸੌਖਾ ਜਿਹਾ ਤਰੀਕਾ ਹੈ। ਕੋਈ ਵੀ ਐਸੀ ਨਵੇਕਲੀ ਥਾਂ, ਭਾਵੇਂ ਤੁਹਾਡੇ ਘਰ ਦੇ ਅੰਦਰ ਹੋਵੇ, ਜੇ ਤੁਹਾਡੇ ਘਰ ਦੇ ਅੰਦਰ 2 ਕਮਰੇ ਨੇ ਜਾਂ 3 ਕਮਰੇ ਨੇ, ਕੋਈ ਐਸਾ ਕਮਰਾ ਸਾਡਾ ਸਪੈਸ਼ਲ ਕੋਈ ਸਟੱਡੀ ਰੂਮ ਹੋਵੇ, ਕੋਈ ਐਸੀ ਥਾਂ ਜੇ ਗੁਰੂ ਸਾਹਿਬ ਵਾਸਤੇ ਵੀ ਇੱਕ ਥਾਂ ਬਣਾਈ ਦੀ ਹੁੰਦੀ ਹੈ, ਤੇ ਇਸ ਤਰੀਕੇ ਦਾ ਕੋਈ ਨਵੇਕਲੀ ਜਗ੍ਹਾ ਜਿੱਥੇ ਡਿਸਟਰੈਕਸ਼ਨ ਨਾ ਹੋਵੇ। ਔਰ ਡਿਸਟਰੈਕਸ਼ਨ ਤੋਂ ਸਿੱਧਾ ਭਾਵ ਹੈ ਪਹਿਲੀ ਚੀਜ਼ ਅੱਜ ਦੇ ਬੱਚਿਆਂ ਵਾਸਤੇ ਮੋਬਾਈਲ, ਆਈਪੌਡ, ਟੈਲੀਵਿਜ਼ਨ, ਇਹ ਸਾਡੇ ਵਾਸਤੇ ਸਭ ਤੋਂ ਵੱਡੀ ਡਿਸਟਰੈਕਸ਼ਨ ਹੈ। ਅਸੀਂ ਲੋਕ ਕਹਿੰਦੇ ਆ ਕਿ ਮਲਟੀਟਾਸਕਿੰਗ ਕਰਨੇ ਚਾਹੀਦੇ ਨੇ, ਸਾਨੂੰ ਅੱਜ ਕੱਲ੍ਹ ਸਾਰੇ ਕੰਮ ਆਉਣੇ ਚਾਹੀਦੇ ਨੇ। ਲੇਕਿਨ ਜਿਹੜੇ ਰਿਸਰਚਰਸ ਨੇ ਨਾ, ਉਹ ਇਹ ਦੱਸਦੇ ਨੇ ਕਿ ਜਦੋਂ ਅਸੀਂ ਇੱਕ ਕੰਮ ਤੋਂ ਆਪਣੀ ਇਕਾਗਰਤਾ ਹਟਾ ਕੇ ਦੂਸਰੇ ਕੰਮ ਵੱਲ ਜਾਂਦੇ ਆ ਨਾ, ਤੇ ਸਾਡਾ ਜਿਹੜਾ ਫੋਕਸ ਹੈ ਉਹ ਕੁਝ ਫੀਸਦੀ ਘਟ ਜਾਂਦਾ ਹੈ। ਉਹਦੇ ਅੰਦਰ 15, 20, 30% ਫੀਸਦੀ ਦੀ ਜੋ ਹੈ ਗਿਰਾਵਟ ਆ ਜਾਂਦੀ ਹੈ। ਤੇ ਉਹ ਮਲਟੀਟਾਸਕਿੰਗ ਕਾਹਦਾ ਹੋਇਆ? ਅਸੀਂ 4 ਕੰਮ ਲੈ ਕੇ ਬਹਿ ਗਏ, ਚੱਜ ਨਾਲ ਕੋਈ ਵੀ ਨਾ ਕੀਤਾ। ਇਸ ਕਰਕੇ ਆ ਫੋਕਸ ਜਿਹੜਾ ਅਸੀਂ ਪੁਆਇੰਟ ਪਿੱਛੇ ਵੀ ਡਿਸਕਸ ਕੀਤਾ ਕਿ ਫੋਕਸ ਕਿੱਦਾਂ ਕਰਨਾ ਚਾਹੀਦਾ ਨਾ, ਉਹਦੇ ਵਾਸਤੇ ਇਹ ਵੇਅਰ ਵਾਲਾ ਪੁਆਇੰਟ ਸਾਡਾ ਬਿਲਕੁਲ ਸਹੀ ਢੁਕਦਾ ਹੈ ਕਿ ਪੜ੍ਹਾਈ ਕਿੱਥੇ ਕੀਤੀ ਜਾਏ, ਜਿੱਥੇ ਸ਼ਾਂਤੀ ਹੋਵੇ, ਇਕਾਗਰਤਾ ਹੋਵੇ, ਜਿੱਥੇ ਤੁਸੀਂ ਆਪਣਾ ਫੋਕਸ ਬਣਾ ਸਕੋ, ਜਿੱਥੇ ਮੋਬਾਈਲ ਜਾਂ ਘੰਟੀਆਂ ਇਹਨਾਂ ਚੀਜ਼ਾਂ ਦਾ ਡਿਸਟਰੈਕਸ਼ਨ ਘੱਟ ਤੋਂ ਘੱਟ ਹੋਵੇ। ਜੇ ਤੁਹਾਡੇ ਘਰ 'ਚ ਨਹੀਂ ਕੋਈ ਥਾਂ ਹੈਗੀ ਹੈ ਤੇ ਫਿਰ ਟਾਈਮ ਦਾ ਇਸਤੇਮਾਲ ਕਰੋ। ਫਿਰ ਸਵੇਰ ਦੇ ਟਾਈਮ ਉੱਠੋ, ਕਿਉਂਕਿ ਸਵੇਰੇ ਤੇ ਕੋਈ ਰੋਲਾ ਰੱਪਾ ਨਹੀਂ ਹੋਏਗਾ, ਸਵੇਰੇ ਤੇ ਤੁਹਾਨੂੰ ਕਿਸੇ ਬੱਚਿਆਂ ਦੇ ਨਾਲ ਖੇਡਣ ਨਹੀਂ ਜਾਣਾ ਹੋਏਗਾ ਨਾ। ਤੇ ਇਹਨਾਂ ਦੋਨਾਂ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਹੈ। ਔਰ ਹਾਊ ਲੌਂਗ ਦਾ ਜਿਹੜਾ ਇਸ ਕਿਤਾਬ ਦੇ ਵਿੱਚ ਜਾਂ ਜਿਹੜੇ ਜੋ ਸਟੱਡੀਜ਼ ਵੀ ਦੱਸਦੀਆਂ ਨੇ,
ਉਹ ਕਹਿੰਦੀਆਂ ਨੇ ਕਿ ਅਸੀਂ 50 ਮਿੰਟ ਦਾ ਇੱਕਦਮ ਇੱਕ ਫੋਕਸ ਦੇ ਨਾਲ ਅਸੀਂ ਤਿਆਰੀ ਕਰੀਏ ਕਿਸੇ ਟੌਪਿਕ ਦੀ, ਕਿਸੇ ਵਿਸ਼ੇ ਦੀ, ਤੇ ਉਸ ਤੋਂ ਬਾਅਦ 10-15 ਮਿੰਟ ਦੀ ਕੋਈ ਬ੍ਰੇਕ ਲਈਏ। ਲੇਕਿਨ ਜਦੋਂ ਅਸੀਂ ਬ੍ਰੇਕ ਲਈਏ, ਜਦੋਂ ਅਸੀਂ ਥੋੜਾ ਜਿਹਾ ਵਕਫਾ ਪਾਈਏ ਆਪਣੇ ਦੂਸਰੀ ਸਿਟਿੰਗ ਵਾਸਤੇ, ਦੂਸਰੀ ਬੈਠਕ ਵਾਸਤੇ, ਇਹ ਚੀਜ਼ ਦਾ ਧਿਆਨ ਰਹੇ ਕਿਤੇ ਇਹ ਨਾ ਹੋਏ ਕਿ ਉਹ 10 ਮਿੰਟ ਚ ਹੀ ਜੋ ਹੈ ਉਹ ਕੌਣ ਬਣੇਗਾ ਕਰੋੜਪਤੀ ਵੇਖਣ ਲੱਗ ਗਏ ਆ, ਜਾਂ ਅਸੀਂ ਜੋ ਹੈ ਟੀਵੀ ਤੇ ਜਾ ਕੇ ਕਪਿਲ ਸ਼ਰਮਾ ਸ਼ੋ ਵੇਖ ਰਹੇ ਆ ਜਾਂ ਫੇਸਬੁੱਕ ਖੋਲ ਕੇ ਬੈਠ ਗਏ ਆ, ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਧਿਆਨ ਹੈ ਉਹ ਫਿਰ ਦੁਬਾਰਾ ਤੋਂ ਟੁੱਟ ਗਿਆ, ਉਹਨੂੰ ਫਿਰ ਦੁਬਾਰਾ ਹੁਣ ਇਕਾਗਰ ਕਰਕੇ ਲਿਆਉਣਾ ਪਏਗਾ। ਇਸ ਕਰਕੇ ਉਸ ਟਾਈਮ ਦੇ ਦੌਰਾਨ ਕੁਝ ਛੋਟਾ ਮੋਟਾ ਕੁਝ ਖਾਇਆ ਜਾ ਸਕਦਾ ਹੈ, ਪਾਣੀ ਪੀ ਸਕਦੇ ਆ, ਜਾਂ ਆਪਣੇ ਆਪ ਨੂੰ ਥੋੜਾ ਫਰੈਸ਼ ਫੀਲ ਕਰਾ ਸਕਦੇ ਆ। ਇਹ ਹਾਊ ਲੌਂਗ ਦਾ ਇਹ ਸਟੱਡੀ ਹੈ, ਲੇਕਿਨ ਇਹ ਕੋਈ ਰੂਲ ਨਹੀਂ ਹੈਗਾ, ਕੋਈ ਕਿਤਾਬ ਨਹੀਂ ਹੈਗੀ, ਹਰ ਕਿਸੇ ਦੇ ਆਪਣੇ ਹਾਲਾਤ ਨੇ, ਔਰ ਇਹ ਜਿੰਨੇ ਵੀ ਵਿਚਾਰਾਂ ਅਸੀਂ ਕਰ ਰਹੇ ਹਾਂ ਇਹ ਸਭ ਦੇ ਹਾਲਾਤਾਂ ਨਾਲ ਵੱਖਰੀਆਂ ਹੋ ਸਕਦੀਆਂ ਨੇ। ਲੇਕਿਨ ਜਿਹੜੀਆਂ ਬੈਸਟ ਪ੍ਰੈਕਟਿਸਿਸ ਨੇ, ਜਿਹੜੀਆਂ ਇਹ ਦੁਨੀਆ ਭਰ ਦੀਆਂ ਟੌਪ ਯੂਨੀਵਰਸਿਟੀਜ਼, ਹਾਰਵਰਡ, ਸਟੈਨਫੋਰਡ, ਇਹਨਾਂ ਦੇ ਟੌਪਰਸ ਦੇ ਨਾਲ ਜਦੋਂ ਡਿਸਕਸ਼ਨ ਕੀਤੀ ਗਈ, ਤੇ ਇਹ ਕੁਝ ਕਾਮਨ ਪੁਆਇੰਟ ਸਾਰਿਆਂ ਨੇ ਦੱਸੇ, ਜਿਨ੍ਹਾਂ ਨੂੰ ਮੈਂ ਇਸ ਸਲਾਈਡ ਦੇ ਰਾਹੀਂ ਬੱਚਿਆਂ ਦੇ ਨਾਲ ਇਹਦੀ ਸਾਂਝ ਕੀਤੀ ਹੈ। ਟਾਈਮ ਮੈਨੇਜਮੈਂਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਸਾਡੀ ਹੈਬਿਟ ਬਿਲਡਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਡੀਆਂ ਆਦਤਾਂ ਕਿੱਦਾਂ ਦੀਆਂ ਨੇ। ਆਦਤਾਂ ਦੇ ਲਈ ਲੋਕੀ ਅਕਸਰ ਕਹਿੰਦੇ ਨੇ ਕਿ ਵੀਰ ਜੀ ਆਦਤਾਂ ਕਿੱਥੇ ਬਦਲਦੀਆਂ ਨੇ, ਆਦਤਾਂ ਕਿੱਥੇ ਬਦਲਦੀਆਂ ਨੇ। ਆਦਤਾਂ ਜਿਸ ਤਰੀਕੇ ਨਾਲ ਬਣਦੀਆਂ ਨੇ ਉਸੇ ਤਰੀਕੇ ਨਾਲ ਚੇਂਜ ਵੀ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਅਸੀਂ ਸਮਝਿਆ ਕਿ ਸਾਡਾ ਬ੍ਰੇਨ ਜਿਹੜਾ ਹੈ ਉਹ ਨਿਊਰੋਪਾਥਸ ਦੇ ਉੱਤੇ ਕੰਮ ਕਰਦਾ ਹੈ। ਤੇ ਜਦ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਦਾ ਹੁੰਗਾਰਾ ਦੇ ਦਿੱਤਾ ਕਿ ਕਰ ਕਰ ਕਰਨਾ ਲਿਖ ਲੈ ਜਾਓ, ਆਪ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ, ਅਸੀਂ ਹੁਕਮ ਦੇ ਵਿੱਚ ਐਂਟਰ ਕਰ ਜਾਂਦੇ ਹਾਂ। ਤੇ ਇਸ ਤਰੀਕੇ ਦੇ ਜਿਹੜੇ ਵਿਚਾਰ ਨੇ ਸਪੈਸ਼ਲੀ ਸਟੂਡੈਂਟਸ ਦੇ ਲਈ, ਬੱਚਿਆਂ ਦੇ ਲਈ ਇਹ ਬੜੇ ਇੰਪੋਰਟੈਂਟ ਨੇ, ਸਾਨੂੰ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਆਪਣਾ ਜਿਹੜਾ ਚੈਨਲ ਦੇ ਵਾਸਤੇ ਮੈਂ ਛੋਟਾ ਜਿਹਾ ਸਿਰਫ ਇੱਕ ਦੱਸਾਂਗਾ ਬਰੀਫ ਦੇ ਵਿੱਚ, ਕਿ ਪੰਜਾਬੀ ਦੇ ਵਿੱਚ ਮੈਨੂੰ ਇਹੋ ਜਿਹੇ ਬੜੇ ਘੱਟ ਉਪਰਾਲੇ ਨਜ਼ਰ ਆਉਂਦੇ ਸੀ ਕਿ ਡਿਜੀਟਲ ਮਾਡਰਨ ਟੈਕਨੀਕ ਨੂੰ ਯੂਜ਼ ਕਰਕੇ, ਐਨੀਮੇਸ਼ਨ ਨੂੰ ਯੂਜ਼ ਕਰਕੇ ਅਸੀਂ ਆਪਣੇ ਬੱਚਿਆਂ ਤੱਕ, ਆਪਣੇ ਯੰਗਸਟਰਸ ਤੱਕ ਪੰਜਾਬੀ ਭਾਸ਼ਾ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਦੇ ਹੋਏ ਜਾਈਏ। ਚਾਹੇ ਇਹ ਕਿਤਾਬਾਂ ਕੋਈ ਅਧਿਆਤਮਕ ਗੱਲਾਂ ਨਹੀਂ ਕਰਦੀਆਂ, ਦੁਨਿਆਵੀ ਪੱਖ ਤੋਂ ਹੀ ਬਣੀਆਂ ਦੀਆਂ ਨੇ, ਲੇਕਿਨ ਜਦੋਂ ਅਸੀਂ ਸੁਚੱਜੀ, ਸਾਫ਼ ਸੁਥਰੀ, ਇੱਕ ਕੁਆਲਿਟੀ ਵਾਲੀ ਪੰਜਾਬੀ ਇਸਤੇਮਾਲ ਕਰਦੇ ਹਾਂ ਤੇ ਸਾਡਾ ਖੁਦ ਦਾ ਉਤਸ਼ਾਹ ਵੱਧਦਾ ਹੈ, ਸਾਨੂੰ ਆਪਣਾ ਮਨ ਕਰਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵੱਲ ਸਾਡਾ ਰੁਝਾਨ ਹੁੰਦਾ ਹੈ। ਇਹਨਾਂ ਵੀਡੀਓਜ਼ ਨੂੰ ਬਣਾਉਣ ਵੇਲੇ ਮੈਂ ਅਕਸਰ ਇਹ ਧਿਆਨ ਰੱਖਣਾ ਵਾ ਕਿ ਗੁਰਬਾਣੀ ਦੇ ਅੱਖਰ ਵਰਤੋਂ ਚ ਲਿਆਏ ਜਾਣ। ਜਿਸ ਤਰ੍ਹਾਂ ਹੁਣ ਪੌੜੀਆਂ ਨੇ, ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਅਸੀਂ ਲੋਕ ਰਹਿੰਦੇ ਆ, ਇੱਥੇ ਤੇ ਖੈਰ ਬੜੇ ਸਾਰੇ ਬੱਚੇ ਨੇ ਜਿਹੜੇ ਪੰਜਾਬ ਤੋਂ ਹੀ ਨੇ, ਪਰ ਜੇ ਤੁਸੀਂ ਸ਼ਹਿਰੀ ਜ਼ਿੰਦਗੀ ਦੀ ਗੱਲ ਕਰੋ, ਹੈਦਰਾਬਾਦ, ਬੈਂਗਲੋਰ, ਦਿੱਲੀ, ਗੁੜਗਾਉਂ, ਨੋਇਡਾ, ਇੱਥੇ ਤੇ ਲੋਕਾਂ ਨੇ ਇਸ ਤਰ੍ਹਾਂ ਮਾਡਰਨ ਹੀ ਸਮਝਣ ਲੱਗ ਗਏ ਨੇ ਕਿ ਵੀ ਖਰੇ ਪੰਜਾਬੀ ਹੈ ਨਾ। ਜਿਹੜਾ ਪੌੜੀਆਂ ਹੀ ਆਪਣੇ ਅੱਖਰਾਂ 'ਚ ਨਹੀਂ ਬੋਲਦੇ ਆ ਅੱਜ ਕੱਲ੍ਹ ਭਾਸ਼ਾ ਦੇ ਵਿੱਚ, ਸੀੜੀਆਂ ਬੋਲ ਦਿੰਦੇ ਆ, ਮਾਡਰਨ ਹੋ ਜਾਂਦੇ ਆ, ਸਟੇਅਰਸ ਬੋਲ ਦਿੰਦੇ ਆ ਨਾ। ਲੇਕਿਨ ਗੁਰੂ ਸਾਹਿਬ ਨੇ ਪੌੜੀਆਂ ਸਾਨੂੰ ਬਾਣੀ ਦੇ ਵਿੱਚ ਵੀ ਦੱਸੀਆਂ ਨੇ, ਕਿਉਂਕਿ ਜਦੋਂ ਅਸੀਂ ਕੋਈ ਅੱਖਰ ਨੂੰ ਕਿਸੇ ਨੂੰ ਵਿਸਾਰਦੇ ਆ ਤੇ ਉਸ ਅੱਖਰ ਦਾ ਇਤਿਹਾਸ, ਉਸ ਅੱਖਰ ਦੀ ਆਪਣੀ ਭਾਵਨਾ, ਉਸ ਅੱਖਰ ਦੀ ਸਪਿਰਿਚੁਅਲਿਟੀ, ਉਹਦਾ ਅਧਿਆਤਮ ਵੀ ਵਿਸਰ ਜਾਂਦਾ ਹੈ। ਤਾਂ ਹੀ ਸਾਨੂੰ ਹੋਰ ਵੱਖੋ ਵੱਖਰੇ ਐਕਸਪਲੇਨੇਸ਼ਨ ਬਾਣੀ ਦੇ ਲੱਭਣੇ ਪੈਂਦੇ ਨੇ ਕਿ ਇਹਦੀ ਡੂੰਘਾਈ ਕਿੱਦਾਂ ਲੱਭੀ ਇਹਨਾਂ ਅੱਖਰਾਂ ਦੀ। ਤੇ ਇਹ ਵੀ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਪਰਪਸ ਇਹ ਵੀ ਰਿਹਾ ਕਿ ਅਸੀਂ ਆਪਣੀ ਇੱਕਦਮ ਹਾਈ ਕੁਆਲਿਟੀ, ਸੁੱਚੀ ਔਰ ਉੱਚੀ ਭਾਸ਼ਾ ਦਾ ਵੀ ਇਸਤੇਮਾਲ ਕਰੀਏ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਅੱਖਰਾਂ ਦਾ ਇਸਤੇਮਾਲ ਹੋਇਆ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਅਸੀਂ ਕਰੀਏ। ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਇਹ ਸਾਰੇ ਟੌਪਿਕਸ ਬਣਾਉਂਦਾ ਵਾਂ। ਔਰ ਅੱਜ ਜੋ ਬੱਚਿਆਂ ਦੇ ਨਾਲ ਮੈਂ ਸਾਂਝ ਕੀਤੀ ਹੈ, ਇਹ ਵੀ ਕਿਸੇ ਇੱਕ ਪਾਰਟਿਕੂਲਰ ਟੌਪਿਕ ਦੇ ਉੱਤੇ ਕੀਤੀ ਹੈ। ਟੌਪਿਕ ਹੋਰ ਵੀ ਹਨ, ਟਾਈਮ ਮੈਨੇਜਮੈਂਟ ਦੀਆਂ ਆਪਣੀਆਂ ਕੁਝ ਗਹਿਰਾਈਆਂ ਨੇ, ਉਹਦੇ 'ਚ ਹੋਰ ਬਹੁਤ ਡੀਪ ਟੌਪਿਕਸ ਵੀ ਹੈਗੇ ਨੇ, ਜਿਹਦੇ ਅੰਦਰ ਆਵਰ ਟੂ ਆਵਰ, ਮਿੰਟ ਟੂ ਮਿੰਟ ਅਸੀਂ ਕਿਹੜੀਆਂ ਚੀਜ਼ਾਂ ਕਦੋਂ ਕਿਸ ਤਰ੍ਹਾਂ ਕਰਦੇ ਹਾਂ ਉਹਨਾਂ ਦੇ ਉੱਤੇ ਵੀ ਵਿਚਾਰਾਂ ਹੋ ਸਕਦੀਆਂ ਨੇ। ਪਰ ਅੱਜ ਦਾ ਜੋ ਮੈਨੂੰ ਸਮਾਂ ਦਿੱਤਾ ਗਿਆ ਸੀ 4:50-52 ਹੋ ਗਏ ਨੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਓਨੇ ਸਮੇਂ ਦੇ ਅੰਦਰ ਆਪਣੇ ਜੇ ਕੋਈ ਸਵਾਲ ਹੈ ਜਾਂ ਟੀਚਰਾਂ ਦਾ, ਅਧਿਆਪਕਾਂ ਦਾ ਜੇ ਕੋਈ ਸਵਾਲ ਹੈ ਤੇ ਜੇ ਮੈਂ ਉਹਦਾ ਜਵਾਬ ਦੇ ਸਕਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਰਦਾਰ ਸਤਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਸੌਖੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਕਿ ਅਸੀਂ ਆਪਣੇ ਟਾਈਮ ਨੂੰ ਕਿਵੇਂ ਮੈਨੇਜਮੈਂਟ ਕਰ ਸਕਦੇ ਹਾਂ। ਤੇ ਸਭ ਤੋਂ ਇੱਕ ਹੋਰ ਗੱਲ ਕਹੀ ਕਿ ਅਸੀਂ ਜਿਹੜੇ ਸ਼ਬਦ ਵਿਸਾਰਦੇ ਜਾਂਦੇ ਆ, ਭੁੱਲਦੇ ਜਾਂਦੇ ਆ, ਉਹਨਾਂ ਸ਼ਬਦਾਂ ਨੂੰ ਵੀ ਘਰੇ ਵਰਤੋਂ ਦੇ ਵਿੱਚ ਲਿਆਈਏ ਤਾਂ ਕਿ ਸਾਨੂੰ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਜਿਹੜੀ ਗੁਰਮੁਖੀ ਪੰਜਾਬੀ ਗੁਰਬਾਣੀ ਪੜ੍ਹਨ ਦੇ ਵਿੱਚ ਵੀ ਸੌਖਾ ਹੋਵੇ। ਸੋ ਹੁਣ ਉਹ ਬੱਚਿਆਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਹੈਂਡ ਰੇਜ਼ ਨੇ, ਕਿ ਜਿਨ੍ਹਾਂ ਦੇ ਸਵਾਲ ਨੇ ਇਸ
ਵਿਸ਼ੇ ਨਾਲ ਰਿਲੇਟਡ ਜਿਸ ਬੱਚੇ ਦੇ ਸਵਾਲ ਨੇ ਉਹੀ ਹੈਂਡ ਰੇਜ਼ ਕਰਨਗੇ ਜੀ ਤੇ ਉਹਨਾਂ ਬੱਚਿਆਂ ਨੂੰ ਲਿਆ ਜਾਵੇਗਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਮੈਮ ਜੀ। ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ। ਮੈਮ ਮੇਰਾ ਕੁਐਸਚਨ ਇਹ ਆ ਵੀ ਅਸੀਂ ਟਾਈਮ ਨੂੰ ਮੈਨੇਜ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਆ ਪਰ ਕਰ ਨਹੀਂ ਪਾਉਂਦੇ। ਇਹ ਵੀ ਦੱਸਿਓ ਸਰ ਵੀ ਇਸ ਪ੍ਰੋਬਲਮ ਨੂੰ ਕਿੱਦਾਂ ਸੌਟ ਆਊਟ ਕਰ ਸਕਦੇ ਹਾਂ ਤੇ ਟਾਈਮ ਨੂੰ ਕਿੱਦਾਂ ਮੈਨੇਜ ਕਰ ਸਕਦੇ ਹਾਂ। ਮੈਂ ਅੱਛਾ ਇਹਦੇ ਚ ਥੋੜੀ ਜਿਹੀ ਹੋਰ ਤਵੱਜੋ ਪਾਣਾ ਵਾ ਕਿ ਨਾ ਇੱਕ ਨਾ ਬੜੀ ਜ਼ਰੂਰੀ ਚੀਜ਼ ਹੈਗੀ ਹੈ, ਅਸੀਂ ਜਿਹੜੀ ਅਕਸਰ ਭੁੱਲ ਜਾਂਦੇ ਆ ਕਿ ਅਸੀਂ ਲੋਕ ਅਸੀਂ ਗਿਆਨ ਬੜਾ ਇਕੱਠਾ ਕਰਦੇ ਆ। ਅਸੀਂ ਸਾਰਾ ਦਿਨ ਨਾ YouTube ਤੇ ਬਹਿ ਕੇ ਵੀਡੀਓ ਦੇਖਦੇ ਰਹਿੰਦੇ ਆ ਜਾਂ ਟੀਚਰਾਂ ਕੋਲੋਂ ਵੀ ਅਸੀਂ ਕੋਈ ਗਿਆਨ ਦੀ ਗੱਲ ਸੁਣਦੇ ਰਹਿੰਦੇ ਆ, ਲੇਕਿਨ ਅਸੀਂ ਕਰਦੇ ਉਹ ਆ ਜੋ ਸਾਡੀਆਂ ਆਦਤਾਂ ਹੁੰਦੀਆਂ ਨੇ, ਜੋ ਸਾਡੀਆਂ ਹੈਬਿਟਸ ਹੁੰਦੀਆਂ ਨੇ, ਕਿਉਂਕਿ ਅਲਟੀਮੇਟਲੀ ਅਸੀਂ ਆਪਣੀ ਹੈਬਿਟ ਦਾ ਸ਼ਿਕਾਰ ਬਣਦੇ ਆ। ਅਸੀਂ ਗਿਆਨ ਤੇ ਬੜਾ ਇਕੱਠਾ ਕਰ ਲਿਆ ਕਿ ਬਈ ਟੀਚਰ ਨੇ ਦੱਸਿਆ ਵੀ ਇਹ ਏਦਾਂ ਏਦਾਂ ਕਰਨਾ ਹੈ, ਜਾਂ ਅਸੀਂ ਸੋਚਿਆ ਕਿ ਸਵੇਰੇ ਹੀ ਉੱਠ ਕੇ ਇਹ ਫਲਾਣਾ ਟੌਪਿਕ ਇਸ ਤਰ੍ਹਾਂ ਪੜਾਂਗੇ। ਤੁਹਾਨੂੰ ਆਪਣੇ ਗੋਲ ਜਿਹੜਾ ਤੁਸੀਂ ਜਿਹੜਾ ਵੀ ਗੋਲ ਬਣਾਉਂਦੇ ਹੋ ਨਾ ਲਾਈਫ ਦੇ ਅੰਦਰ, ਗੋਲ ਨੂੰ ਇੱਕ ਵਾਰ ਥਾਪ ਲਿਆ ਨਾ ਜਦੋਂ ਕਿ ਮੈਂ ਸੋਚ ਲਿਆ ਜੀ ਸਵੇਰੇ ਉੱਠ ਕੇ ਮੈਂ 3 ਚੈਪਟਰ ਕਰਨੇ ਨੇ, ਗੋਲ ਬਣਾ ਕੇ ਨਾ ਹੁਣ ਜਿਹੜਾ ਉਹ ਗੋਲ ਨੂੰ ਉੱਥੇ ਹੀ ਰਹਿਣ ਦਿਓ, ਲੇਕਿਨ ਉਸ ਗੋਲ ਤੱਕ ਪਹੁੰਚਣਾ ਕਿੱਦਾਂ ਹੈ ਨਾ ਖਾਲੀ ਉਹਦੀ ਵਿਚਾਰ ਕਰੋ ਕਿ ਉਹਦੇ ਵਾਸਤੇ ਅਗਰ ਮੈਂ ਸਵੇਰੇ 5 ਵਜੇ ਤੇ ਉੱਠਣਾ ਹੈ ਤੇ ਮੈਨੂੰ 4:45 ਵਜੇ ਦਾ ਅਲਾਰਮ ਲਾਣਾ ਪੈਣਾ ਹੈ। ਫਰੈਸ਼ ਹੋ ਕੇ ਆਪਣਾ ਫੋਕਸ ਉਸ ਛੋਟੇ ਜਿਹੇ ਟੌਪਿਕ, ਆਪਣੇ ਛੋਟੇ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਨਾ ਤੁਸੀਂ ਕਿਹੜੇ ਸਟੈਪ ਲੈਣੇ ਨੇ, ਸਟੈਪ 1 2 3 4 5 ਡਨ। ਜੇ ਅਸੀਂ ਇਸ ਤਰੀਕੇ ਨਾਲ ਤੋੜ ਕੇ ਆਪਣੇ ਗੋਲ ਤੱਕ ਜਾਣ ਦੀ ਗੱਲ ਨਹੀਂ ਨਾ ਕਰਦੇ, ਅਸੀਂ ਹਮੇਸ਼ਾ ਫੇਲ ਹੋ ਜਾਵਾਂਗੇ, ਹਮੇਸ਼ਾ ਫੇਲ ਹੋ ਜਾਵਾਂਗੇ। ਗੁਰੂ ਸਾਹਿਬ ਨੇ ਵੀ ਬਾਣੀ 'ਚ ਕਿਹਾ ਕਿ ਅਸੀਂ ਅਲਟੀਮੇਟਲੀ ਸੁਣਦੇ ਅਸੀਂ ਆਪਣੇ ਮਨ ਦੀ ਆ। ਸਾਨੂੰ ਟੀਚਰ ਕਹਿ ਲਵੇ, ਪੇਰੈਂਟਸ ਕਹਿ ਲੈਣ, ਪੜੋਸੀ ਕਹਿ ਲੇ, ਭਾਈ ਜੀ ਕਹਿ ਲੈਣ, ਅਸੀਂ ਸੁਣਦੇ ਆਪਣੇ ਮਨ ਦੀ ਆ। ਤੇ ਫਿਰ ਕਿਉਂ ਨਾ ਮਨ ਨੂੰ ਹੀ ਬਲਵਾਨ ਬਣਾ ਲਿਆ ਜਾਏ। ਬਲਵਾਨ ਬਣਾਉਣ ਦਾ ਤਰੀਕਾ ਇਹ ਹੀ ਹੈ ਕਿ ਅਸੀਂ ਆਪਣੇ ਆਪ ਦੇ ਨਾਲ ਵਿਚਾਰ ਕਰੀਏ ਕਿ ਅਸੀਂ ਇਸ ਆਪਣੇ ਗੋਲ ਨੂੰ ਕਿਸ ਤਰ੍ਹਾਂ ਪਹੁੰਚਣਾ ਹੈ। ਜਿਸ ਤਰ੍ਹਾਂ ਉਹ ਬੇਟੀ ਨੇ ਸਵਾਲ ਕੀਤਾ ਹੈ, ਤੇ ਬੇਟੇ ਤੁਹਾਨੂੰ ਇੱਕ ਵਾਰ ਜੋ ਤੁਸੀਂ ਆਪਣਾ ਥਾਪ ਲਿਆ ਨਾ ਆਪਣਾ ਗੋਲ ਕਿ ਹਾਂ ਮੈਂ ਇਸ ਆਪਣੇ ਉਦੇਸ਼ ਤੱਕ ਪਹੁੰਚਣਾ ਹੈ, ਤੁਸੀਂ ਹੁਣ ਉੱਥੇ ਪਹੁੰਚਣ ਦਾ ਜਿਹੜਾ ਰਸਤਾ ਹੈ ਨਾ, ਜਿਹੜੀਆਂ ਪੌੜੀਆਂ ਨੇ, ਜਿਹਦੀ ਪੌੜੀਆਂ ਦੀ ਗੱਲ ਕੀਤੀ ਹੈ ਨਾ, ਪੌੜੀ ਦਾ ਸਟੈਪ 1 2 3 4 ਅਸੀਂ ਗੱਲ ਹੀ ਉੱਤੇ ਵੇਖੀ ਜਾ ਰਹੇ ਹਾਂ ਕਿ ਬਈ ਗੋਲ ਅਚੀਵ ਹੋਇਆ ਨਹੀਂ, ਗੋਲ ਅਗਲੇ ਦਿਨ ਵੀ ਨਹੀਂ ਹੋਇਆ, ਤੀਸਰੇ ਦਿਨ ਵੀ ਨਹੀਂ ਹੋਇਆ, ਏਦਾਂ ਕਦੀ ਨਹੀਂ ਹੋਏਗਾ। ਤੁਹਾਨੂੰ ਪੌੜੀਆਂ ਬਣਾਉਣੀਆਂ ਪੈਣਗੀਆਂ, ਮਤਲਬ ਸੌਖਾ ਜਿਹਾ ਇੱਕ ਤਰੀਕਾ ਲੱਭਣਾ ਪਏਗਾ। ਸਟੈਪ 1 2 3 4 ਡਨ। ਮਤਲਬ ਇਹ ਮੇਰੇ ਤਰਫੋਂ ਇਹ ਮੇਰਾ ਆਈਡੀਆ ਹੈਗਾ ਕਿ ਇਸ ਤਰੀਕੇ ਨਾਲ ਅਸੀਂ ਇਹਨੂੰ ਅਪਰੋਚ ਕਰ ਸਕਦੇ ਹਾਂ। ਧੰਨਵਾਦ ਜੀ। ਹਾਂਜੀ ਬੇਟਾ ਜੀ ਅੱਗੇ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ ਮੇਰਾ ਹਾਂਜੀ ਬੇਟਾ। ਕੁਐਸਚਨ ਇਹ ਸੀ ਕਿ ਕਾਫੀ ਬੱਚੇ ਹੁੰਦੇ ਜਿਹੜੇ ਕਹਿੰਦੇ ਕਿ ਅਸੀਂ ਘਰੋਂ ਸਾਰਾ ਟਾਈਮ ਕਰਕੇ ਜਾਂਦੇ ਪਰ ਟੈਕਸ ਵਿੱਚ ਸਾਰਾ ਭੁੱਲ ਜਾਂਦੇ, ਇਹਦਾ ਕੀ ਰੀਜ਼ਨ? ਵਾਹਿਗੁਰੂ ਜੀ। ਬੇਟਾ ਤੁਹਾਡੀ ਆਵਾਜ਼ ਨਾ ਕੱਟ ਕੇ ਆ ਰਹੀ ਹੈ, ਤੁਸੀਂ ਵੀਡੀਓ ਬੰਦ ਕਰਕੇ ਬੋਲੋ। ਹੁਣ ਬੋਲੋ। ਵਾਹਿਗੁਰੂ ਜੀ। ਵਾਹਿਗੁਰੂ ਜੀ। ਹਾਂਜੀ ਹੁਣ ਬੋਲੋ। ਨਹੀਂ ਆ ਰਹੀ ਜੀ, ਆਵਾਜ਼ ਨਹੀਂ ਆ ਰਹੀ। ਕਾਫੀ ਬੱਚੇ ਕਹਿੰਦੇ ਕਿ ਅਸੀਂ ਘਰੋਂ ਸਾਰਾ ਵਾਹਿਗੁਰੂ ਜੀ ਅਨਮਿਊਟ ਕਰੋ। ਕਾਫੀ ਬੱਚੇ ਕਹਿੰਦੇ ਕਿ ਅਸੀਂ ਘਰੋਂ ਸਾਰਾ ਲਰਨ ਕਰਕੇ ਜਾਂਦੇ ਆ, ਫਿਰ ਸਕੂਲ 'ਚ ਜਾ ਕੇ ਸਾਰਾ ਟੈਸਟ ਦੇ ਟਾਈਮ। ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਨਹੀਂ ਆ ਰਹੀ। ਹਾਂਜੀ ਬੇਟਾ ਤੁਸੀਂ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਬੋਲੋ ਜੀ। ਮੈਮ ਮੇਰਾ ਕੋਈ ਵੀ ਜਦੋਂ ਆਪਾਂ ਸਟੱਡੀ ਕਰਨੀ ਹੈ ਨਾ ਉਸ ਵਕਤ ਵੀ ਫੋਨ ਆਪਣੇ ਕੋਲ ਨਹੀਂ ਰੱਖਣਾ ਹੈਗਾ, ਤੇ ਮੈਮ ਬਟ ਅੱਜ ਕੱਲ ਤਾਂ ਵੀ ਸਾਰਾ ਕੰਮ ਵੀ ਫੋਨ ਤੇ ਆਉਂਦਾ, ਫਿਰ ਅਸੀਂ ਵੀ ਕਿਵੇਂ ਵੀ ਫੋਨ ਤੋਂ ਪਰਹੇਜ਼ ਰੱਖ ਸਕਦੇ ਹਾਂ ਜੀ? ਮੈਂ ਤੁਹਾਨੂੰ ਨਾ ਇਹਦਾ ਇੱਕ ਜਵਾਬ ਦਿੰਦਾ। ਮੈਂ ਪਿੱਛੇ ਵੀ ਨਾ ਇੱਕ ਗੁਰਦੁਆਰਾ ਸਾਹਿਬ 'ਚ ਇੱਕ ਕੈਂਪ ਕੀਤਾ, ਤੇ ਉੱਥੇ ਵੀ ਇੱਕ ਬੇਟੀ ਨੇ ਏਦਾਂ ਹੀ ਸਵਾਲ ਕੀਤਾ ਕਿ ਵੀਰ ਜੀ ਤੁਸੀਂ ਕਹਿੰਦੇ ਹੋ ਮੋਬਾਈਲ, ਅੱਜ ਕੱਲ ਸਾਰਾ ਕੁਝ ਤੇ ਮੋਬਾਈਲ 'ਚ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੋਬਾਈਲ ਤੇ ਕੀ ਦੇਖਣ ਜਾਂਦੇ ਹੋ? ਉਹ ਕਹਿੰਦੀ ਕਿ ਮੈਨੂੰ ਨਾ ਰੈਸਿਪੀਆਂ ਦਾ ਬੜਾ ਸ਼ੌਂਕ ਹੈ, ਮੈਂ ਵੇਖਨੀ ਆ ਕਿ ਕਿਸੇ ਨੇ 2 ਮਿੰਟ ਦੀ ਇੱਕ ਨਾ ਉਹ ਫਲਾਣੀ ਸਬਜ਼ੀ ਬਣਾਉਣ ਦੀ ਰੈਸਿਪੀ ਦੱਸੀ ਦੀ ਹੈ, ਤੇ ਮੈਂ ਉਹ ਮੋਬਾਈਲ ਫੜ ਲੈਂਦੀ ਆ
मैं कहा चलो बहुत अच्छा है, फिर की करते हो? कहंदी मैं 2 मिनट ਦਾ ਦੇਖ ਲੈਣੀ ਆ लेकिन पता नहीं चलता वो 2 मिनट ਦਾ ਵੇਖਣ ਆਈ ਸੀ, ਘੰਟਾ ਨਿਕਲ ਗਿਆ। देखो प्रॉब्लम ये है कि सानू ना सुचेत होना पएगा, जे मैं स्टडी करने वास्ते मोबाइल फड़िया है ना ते ओदा कोई एक टाइम है कि हाँ मेरी आज 1 घंटे की क्लास है, मैं अपना यह टॉपिक एक चैनल के उत्ते जाके स्टडी करना है ते अद्धे घंटे की उत्थों मैं वेखांगी। ते अपने आप को बन के रखो, जदों वो अद्धा घंटा मुक्या इमीडिएटली फोन बंद। ये ना होए कि तुसी गए अद्धा घंटे का काम करन। देखो असी इस टेक्नोलॉजी के खिलाफ गल नहीं कर रहे हैं, है ना। खंजर जिहड़ा है वो खंजर डॉक्टर दे हाथ भी है ते डाकू दे हाथ भी है, ते अहीं डाकू दे हाथ वाला खंजर थोड़ा फड़ना है, अहीं डॉक्टर वाला फड़ना है। जिथे उस चीज दी उस टेक्नोलॉजी दी लोड़ हैगी है, असीं ओनू उन्ना इस्तेमाल करना है। ਇਹਦੇ ਤੋਂ दूर तो बिल्कुल ਰਿਹਾ ही नहीं जा सकता। देखो गुरु साहब ने सानू क्या है, जैसे जल में कमल निरालम, मुरगाई ने साने जे जल दे विच ਉਹ ਵੀ ਚਿੱਕੜ ਹੈਗਾ, लेकिन ਉਹਦੇ ਚ ਕਮਲ ਤੇ ਖਿਲਾਣਾ ਹੈ ਨਾ ਅਸੀਂ। ਤੇ ਜਿੰਨੀਆਂ ਡਿਸਟਰੈਕਸ਼ਨ ਸਾਡੀ ਦੁਨੀਆ ਦੇ ਵਿੱਚ ਹੈਗੀਆਂ ਨੇ, ਅਸੀਂ ਇਹਨਾਂ ਦੇ ਵਿੱਚ ਅਡੋਲ ਬਣਨਾ ਹੈ। ਔਰ ਉਹਦਾ ਤਰੀਕਾ ਸਿਰਫ ਹੈ ਕਿ ਆਪਣਾ ਫੋਕਸ ਕਲੀਅਰ ਰੱਖੋ, ਆਪਣਾ ਇਹ ਦਿਮਾਗ 'ਚ ਟਾਰਗੇਟ ਕਲੀਅਰ ਰੱਖੋ ਕਿ ਮੈਂ ਇਹ ਕੰਮ ਕਰਨ ਆਈ ਹਾਂ, मैं सिर्फ ਉਹੀ ਕਰਾਂਗੀ। मैं कोई ਉਹਦੇ ਬਾਅਦ ਗਾਣੇ नहीं सुनने, कोई मूसे वाला नहीं सुनना, कोई फलाना नहीं सुनना, कोई मैं ਉੱਥੇ ਗੀਤਕਾਰੀ नहीं देखनी, क्योंकि ਅਸੀਂ ਉੱਥੇ ਹੀ ਫਿਸਲਦੇ ਹਾਂ। ਔਰ ਇਹ ਜਿਹੜੇ ਇਨਸਟਰੂਮੈਂਟ ਨੇ ਬੜੀ ਚਲਾਕੀ ਨਾਲ ਬਣਾਏ ਗਏ ਨੇ, ਇਹ ਚੰਗਿਆਂ ਨੂੰ ਫਿਸਲਾ ਦਿੰਦੇ ਨੇ। ਇਸ ਕਰਕੇ ਤੁਸੀਂ ਸੁਚੇਤ ਹੋਣਾ ਸਿੱਖੋ ਖਾਲੀ। ਹਾਂਜੀ ਬੇਟਾ ਜੀ। ਹਾਂਜੀ ਵਾਹਿਗੁਰੂ ਜੀ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਥੈਂਕ ਯੂ ਕਰਦੀ ਹਾਂ, ਤੁਸੀਂ ਇੰਨੀ ਵਧੀਆ ਸਾਨੂੰ ਨੌਲੇਜ ਦਿੱਤੀ ਕਿ ਇਸ ਟਾਈਮ ਮੈਨੇਜਮੈਂਟ ਕਿੱਦਾਂ ਕਰ ਸਕਦੇ ਹਾਂ। ਤਾਂ ਮੇਰਾ ਕੁਐਸਚਨ ਹੈ ਕਿ ਜੈਸੇ ਆਪਾਂ ਪੜ੍ਹਦੇ ਹਾਂ ਤੇ ਆਪਾਂ ਕਈ ਵਾਰ ਭੁੱਲ ਜਾਂਦੇ ਹਾਂ ਕਿ ਇਹ 'ਚ ਆਪਣਾ ਪੜ੍ਹਨ ਦੀ ਹੁੰਦੀ ਹੈ ਕਿ ਆਪਾਂ ਜ਼ਿਆਦਾ ਫੋਕਸ ਨਹੀਂ ਕੀਤਾ ਜਾਂ ਨੋਰਮਲੀ ਸਭ ਭੁੱਲ ਜਾਂਦੇ ਨੇ ਤਾਂ ਪੜ੍ਹਿਆ ਹੋਇਆ। ਦੇਖੋ ਇਹ ਸਭ ਦੇ ਨਾਲ ਕਈ ਤਰੀਕੇ ਨਾਲ ਕਾਮਨ ਵੀ ਹੁੰਦਾ ਹੈ, ਲੇਕਿਨ ਕਈਆਂ ਦੀ ਆਪਣੀ ਨਿੱਜੀ ਕੋਈ ਕਾਰਨ ਵੀ ਹੁੰਦਾ ਹੈ। ਲੇਕਿਨ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖੋ ਕਿ ਫੋਕਸ ਸਭ ਤੋਂ ਵੱਡਾ ਰੋਲ ਅਦਾ ਕਰਦਾ ਹੈ। ਫੋਕਸ ਮਤਲਬ ਅਸੀਂ ਕਿੰਨੀ ਇਕਾਗਰਤਾ ਨਾਲ, ਕਿੰਨੇ ਡਿਸਟਰੈਕਸ਼ਨ ਫ੍ਰੀ ਹੋ ਕੇ ਪੜ੍ਹਿਆ ਹੈ। ਤੁਸੀਂ ਇਹਨੂੰ ਵਰਤੋਂ 'ਚ ਲਿਆ ਕੇ ਦੇਖੋ। ਤੁਸੀਂ ਕੱਲ ਕੀ ਅੱਜ ਹੀ ਵਰਤੋਂ 'ਚ ਕਰਨਾ, ਜਾਂ ਕੱਲ ਸਵੇਰੇ ਜਦੋਂ ਤੁਸੀਂ ਉੱਠੋਗੇ ਨਾ, ਤੁਸੀਂ ਆਪਣੇ ਦਿਮਾਗ ਨੂੰ ਇਹ ਕਹਿ ਕੇ ਸੋਵੋ ਕਿ ਮੈਂ 1 ਘੰਟਾ ਇਸ ਟੌਪਿਕ ਨੂੰ ਪੜ੍ਹਨਾ ਹੈ, और उस दौरान मैं ना कोई विचार सोचना, ना मेरा दिमाग किसी होर जगह जाना चाहिए। क्योंकि देखो ये जिहड़ियां चीज़ां ना बड़ियां बरीक ने, क्योंकि असीं कह ते दिंदे हां कि मैं तो 1 घंटा किताबां नाल बैठी रही, मेरा तो फिर भी मैनूं नहीं ध्यान च आया ना। लेकिन ये जिहड़े टॉपिक ने ये साइकोलॉजिकल रिसर्चिस दे टॉपिक ने, क्योंकि जदों बच्चा बैठिया है ते उन्हें जिहड़ा भी अपना टारगेट रखिया सी, उन्हें पूरा करदियां होर किन्नियां दुनिया दे विचों गया है। ਉਹਦਾ ਤੇ ਕੋਈ ਰਜਿਸਟਰ ਨਹੀਂ ਨਾ ਹੈਗਾ, ਕੋਈ ਨਾ ਦੱਸ ਸਕਦਾ। ਇਸ ਕਰਕੇ ਇਹ ਤੁਹਾਡੀ ਕੋਈ ਐਸੀ ਪ੍ਰੋਬਲਮ ਨਹੀਂ ਹੈ, ਕਾਮਨ ਹੈ, ਬੱਚਿਆਂ ਦੇ ਨਾਲ ਹੁੰਦਾ ਹੈ। ਮੈਂ ਵੀ ਬਚਪਨ 'ਚ ਬੜਾ ਨਲਾਇਕ ਰਿਹਾ ਵਾਂ। ਮੈਂ ਜਦੋਂ MBA ਕੀਤੀ ਤੇ ਮੈਂ ਆਪਣੇ MBA 'ਚ ਟੌਪਰ ਬਣਿਆ ਕਾਲਜ ਦਾ। ਲੇਕਿਨ ਇਹ ਪ੍ਰੈਕਟਿਸ ਦੇ ਨਾਲ ਚੀਜ਼ਾਂ ਆਉਂਦੀਆਂ ਨੇ। ਜੋ ਤੁਸੀਂ ਪ੍ਰੈਕਟਿਸ ਕਰੋਗੇ, ਆਪਣੀ ਹੈਬਿਟ ਫਿਕਸ ਕਰੋਗੇ। ਅਸੀਂ ਜਿਸ ਤਰ੍ਹਾਂ ਉਹ ਘੜੇ ਦਾ ਐਗਜ਼ਾਮਪਲ ਸੁਣਿਆ, ਗੁਰੂ ਸਾਹਿਬ ਕਰ ਕਰਨਾ ਲਿਖ ਲੈ ਜਾਓ ਦੀ ਗੱਲ ਕਰ ਰਹੇ ਨੇ ਨਾ, ਇਸ ਤਰੀਕੇ ਨਾਲ ਪ੍ਰੈਕਟਿਸ ਦੇ ਉੱਤੇ ਫੋਕਸ ਕਰੋ ਕਿ ਮੈਂ ਆਪਣੀ ਪ੍ਰੈਕਟਿਸ ਰੈਗੂਲਰ ਰੱਖਣੀ ਹੈ। ਜੇ ਦਿਨ ਦੇ ਅੰਦਰ 3 ਘੰਟੇ 4 ਘੰਟੇ ਸੋਚੇ ਨੇ, ਤੇ ਉਹ ਇਸ ਤਰ੍ਹਾਂ ਹੋਣੇ ਚਾਹੀਦੇ ਨੇ ਕਿ ਬਸ ਮੇਰੇ ਹੁਣ ਦਿਮਾਗ 'ਚ ਸਿਰਫ ਕਿਤਾਬਾਂ ਨੇ, ਆਪਣਾ ਟੌਪਿਕ ਹੈ, ਆਪਣਾ ਸਿਲੇਬਸ, ਉਹਨੂੰ ਖਤਮ ਕਰਨਾ ਹੈ। ਲੇਕਿਨ ਜੇ ਅਸੀਂ ਜੋ ਹੈ ਕੱਚੀ ਬਿਰਤੀ ਨਾਲ ਕੰਮ ਕਰਦੇ ਰਹਾਂਗੇ ਤੇ ਫਿਰ ਅਸੀਂ ਐਸੇ ਤਰ੍ਹਾਂ ਹੀ ਡੱਕੇ ਡੋਲੇ ਖਾਂਦੇ ਰਹਾਂਗੇ। ਹਾਂਜੀ ਵਾਹਿਗੁਰੂ ਜੀ। ਬੇਟਾ ਜੀ ਇੰਟਰਸਟ, ਦਿਲਚਸਪੀ ਇਹ ਬਹੁਤ ਜ਼ਰੂਰੀ ਆ। ਜਦੋਂ ਅਸੀਂ ਭੁੱਲਦੇ ਤਾਂ ਹੀ ਆ, ਉਦੋਂ ਸਾਡਾ ਇੰਟਰਸਟ ਨਹੀਂ ਹੁੰਦਾ ਗਾ। ਉਦੋਂ ਅਸੀਂ ਦੇਖਦੇ ਆਂਗੇ ਕਿਤੇ ਧਿਆਨ ਹੋਰ ਹੋਊਗਾ ਤੇ ਜਿਹੜਾ ਕੁਛ ਪੜ੍ਹਿਆ ਤਾਂ ਭੁੱਲ ਗਏ। ਜਦੋਂ ਸਾਡਾ ਜਿਵੇਂ ਆਪਾਂ ਕਹਿੰਦੇ ਵੀ ਫਿਲਮ ਸੀਰੀਅਲ ਦੇਖਦੇ ਆ ਬੱਚੇ, ਤਾਂ ਉਹ ਪੂਰੀ ਦੀ ਪੂਰੀ ਸਟੋਰੀ ਸੁਣਾ ਦਿੰਦੇ ਆ। ਛੋਟੇ ਬੱਚੇ ਵੀ ਕਹਿ ਦਿੰਦੇ ਆ ਕੁਛ ਹੋਇਆ ਸੀਗਾ। ਕਿਉਂਕਿ ਉਹਨਾਂ ਦਾ ਧਿਆਨ ਹੈ ਜਿਹੜਾ ਉਦੋਂ ਫੋਕਸ ਉੱਥੇ ਸੀ, ਤੇ ਉੱਥੇ ਉਹਨਾਂ ਨੇ ਬੜੀ ਧਿਆਨ ਦੇ ਨਾਲ, ਬਰੀਕੀ ਦੇ ਨਾਲ ਦੇਖਿਆ, ਇੱਕ ਚੀਜ਼ ਨੋਟ ਕੀਤੀ, ਤਾਂ ਕਰਕੇ ਭੁੱਲਦੇ ਨਹੀਂ। ਪਰ ਜਦੋਂ ਅਸੀਂ ਭੁੱਲ ਜਾਂਦੇ ਹਾਂ ਤਾਂ ਉਦੋਂ ਸਾਡਾ ਧਿਆਨ ਹੀ ਹੋਰ ਪਾਸੇ ਹੁੰਦਾ। ਸੋ ਇਹ ਇਕਾਗਰਤਾ ਦੀ ਵੀ ਲੋੜ ਹੈ, ਕੁੰਜੀ ਹੈ, ਧਿਆਨ ਦੀ, ਦਿਲਚਸਪੀ ਦੀ ਲੋੜ ਹੈ, ਇੰਟਰਸਟ ਹੋਵੇ ਸਾਡਾ। ਸੋ ਬਹੁਤ ਧੰਨਵਾਦ ਜੀ। ਹਾਂਜੀ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ।
ਸਰ ਮੇਰਾ ਕੁਐਸਚਨ ਹੈ ਜਿਵੇਂ ਕਿ ਆਪਾਂ ਨੋਟਬੁੱਕ ਤੋਂ ਲਿਖ ਲੈਂਦੇ ਆ ਵੀ ਮੈਂ ਕੱਲ ਫ੍ਰੀ ਹੋਣ ਤੇ ਮੈਂ ਪੜ੍ਹਾਈ ਕਰੂੰਗਾ, ਮੈਮ ਨੇ ਕੈਸੀ ਚੈਪਟਰ ਰੀਡ ਕਰਨਾ, ਫਿਰ ਆਪਾਂ ਜਦੋਂ ਫ੍ਰੀ ਹੋ ਜਾਂਦੇ ਆ ਕੱਲ ਚੈਪਟਰ ਰੀਡ ਨਹੀਂ ਕਰਦੇ, ਕਹਿ ਦਿੰਦੇ ਆ ਮੈਨੂੰ ਤਾਂ ਨੀਂਦ ਆਉਂਦੀ ਹੈ ਮੈਂ ਉਹਨਾਂ ਕੇ ਘਰੇ ਜਾਣਾ। ਆਪਾਂ ਇਹੋ ਜਿਹੇ ਲੋਕਾਂ ਨੂੰ ਕਿਵੇਂ ਸਮਝਾ ਸਕਦੇ ਆ ਤੁਸੀਂ ਨਾ ਵੀ ਜੋ ਕੰਮ ਲਿਖਿਆ ਹੈ ਉਹ ਕਰਨਾ ਹੀ ਕਰਨਾ। ਬੇਟਾ ਦੇਖੋ ਇਹਦੇ ਚ ਅਸੀਂ ਉਹੀ ਗੱਲ ਕੀਤੀ ਹੈ ਨਾ ਕਿ ਤੁਸੀਂ ਆਪਣਾ ਧਿਆਨ ਤੁਸੀਂ ਅਗਰ ਨਹੀਂ ਕੀਤੀ ਹੈ ਕਿ ਨਾ ਪੁਰਾਣੇ ਲੋਕ ਨਾ ਇੱਕ ਕਹਾਵਤ ਬੋਲਦੇ ਹੁੰਦੇ ਨੇ, ਕਹਿੰਦੇ ਨੇ ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਤੇ ਵੇਲੇ ਸਿਰ ਅਗਰ ਇਹ ਕੰਮ ਆਪਣਾ ਛੱਡ ਦਿੰਨੇ ਆ ਨਾ, ਜੇ ਮੰਨ ਲਓ ਫਰਜ਼ ਕਰੋ ਕਿ ਤੁਹਾਡੀ ਕਿਤਾਬ ਦੇ ਅੰਦਰ 50 ਪੇਜ ਹੈਗੇ ਨੇ ਤੇ ਤੁਸੀਂ ਸੋਚਿਆ ਕਿ ਮੈਂ 25 ਦਿਨਾਂ ਦੇ ਨਾ 2-2 ਰੋਜ਼ ਅੰਗ ਕਰਾਂਗੀ ਤੇ ਮੇਰੇ ਹੋ ਜਾਣਗੇ 2 ਪੰਨਿਆਂ ਨਾਲ ਹੋ ਜਾਏਗਾ ਪੂਰਾ। ਤੁਸੀਂ ਪਹਿਲੇ ਦਿਨ ਛੱਡ ਦਿੱਤਾ, ਹੁਣ ਅਗਲੇ ਦਿਨ ਦੀ ਰਨ ਰੇਟ ਕੀ ਚਾਹੀਦੀ ਹੈ, 4 ਕਰਨੇ ਪੈਣੇ ਨੇ। ਤੀਜੇ ਉਹ ਦੂਜੇ ਦਿਨ ਫਿਰ ਛੱਡ ਦਿੱਤਾ, ਫਿਰ 6 ਕਰਨੇ ਪੈਣੇ ਨੇ। ਇਸ ਤਰ੍ਹਾਂ ਫਿਰ ਉਹ ਪਾਈਲਅਪ ਹੋਈ ਜਾਂਦਾ ਹੈ ਔਰ ਅਸੀਂ ਚਿੰਤਾ ਸਾਡੀ ਵੱਧਦੀ ਜਾਂਦੀ ਹੈ, ਟੈਨਸ਼ਨ ਵੱਧਦੀ ਜਾਂਦੀ ਹੈ, ਫਿਰ ਉਹ ਅਸੀਂ ਉਹੋ ਜਿਹੇ ਟੁੱਟੇ ਭੱਜੇ ਐਗਜ਼ਾਮ ਦੇ ਆਉਂਦੇ ਆ, ਹੈ ਨਾ। ਤੇ ਸਾਨੂੰ ਨਾ ਆਪਣਾ ਧਿਆਨ ਰੱਖਣਾ ਚਾਹੀਦਾ ਹੈ, ਜੋ ਅਸੀਂ ਸੋਚੀਏ, ਜੋ ਕਾਗਜ਼ ਤੇ ਲਿਖੀਏ, ਅਸੀਂ ਦੇਖੀਏ, ਰਾਤ ਨੂੰ ਸੌਣ ਤੋਂ ਪਹਿਲਾਂ ਦੇਖੀਏ ਕਿ ਅੱਜ ਮੈਂ ਸੋਚਿਆ ਸੀ 10 ਕੰਮ ਕਰਾਂਗੀ ਤੇ ਅੱਛਾ 2 ਰਹਿ ਗਏ ਨੇ, ਨਹੀਂ ਇਹਨਾਂ ਨੂੰ ਮੈਂ ਕੱਲ ਸਵੇਰੇ ਉੱਠਾਂਗੀ ਨਾ ਜਦੋਂ, ਤੇ ਇਹਨਾਂ ਨੂੰ ਇਸ ਟਾਈਮ ਮੈਂ ਮੁਕਾ ਦਿਆਂਗੀ। ਇਹ ਆਪਣੇ ਆਪ ਦੇ ਨਾਲ ਅਸੀਂ ਡਿਸਕਸ਼ਨ ਕਰੀਏ, ਆਪਣੇ ਆਪ ਨਾਲ ਪੱਕਾ ਆਪਣੇ ਵਿਚਾਰਾਂ 'ਚ ਪੱਕੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਫਤਿਹ ਜੀ। ਸਰ ਮੇਰਾ ਕੁਐਸਚਨ ਇਹ ਸੀ ਕਿ ਆਪਾਂ ਮੋਸਟਲੀ ਤੁਸੀਂ ਜਿਹੜੀ ਵੀਡੀਓ ਦਿਖਾਈ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸ਼ਾਮ ਨੂੰ ਖਾਣੇ ਤੋਂ ਬਾਅਦ ਡਿਨਰ ਕਰਨ ਤੋਂ ਬਾਅਦ ਪੜ੍ਹਨਾ ਨਹੀਂ ਜਾਂ ਕੋਈ ਵੀ ਕੰਮ ਨਹੀਂ ਕਰਨਾ। ਮੋਸਟਲੀ ਆਪਾਂ ਤਾਂ ਇੱਥੇ ਕੋਈ ਕਹਿੰਦਾ 11 ਵਜੇ ਤੱਕ ਪੜ੍ਹੇ, 12 ਵਜੇ ਤੱਕ ਪੜ੍ਹੇ, ਮੋਸਟਲੀ ਜਿਹੜੇ ਕੰਮ ਨੇ ਉਹ ਖਾਣੇ ਤੋਂ ਬਾਅਦ ਕੀਤੇ ਜਾਂਦੇ ਨੇ। ਇਹ ਮੈਂ ਕੁਐਸਚਨ ਹੈ ਵੀ ਕਿਉਂ ਨਹੀਂ ਰਾਤ ਨੂੰ ਖਾਣੇ ਤੋਂ ਬਾਅਦ ਪੜ੍ਹਨਾ ਜਾਂ ਕੋਈ ਵੀ ਕੰਮ ਕਰਨਾ। ਦੇਖੋ ਕੁਦਰਤ ਦਾ ਨਾ ਇੱਕ ਸਾਈਕਲ ਬਣਿਆ ਹੈ। ਤੁਸੀਂ ਪੰਛੀਆਂ ਨੂੰ ਦੇਖੋ, ਪੰਛੀ ਜਿਹੜੇ ਨੇ ਸਵੇਰੇ ਕਦੋਂ ਜਾਗਦੇ ਨੇ ਤੇ ਉਹ ਸੂਰਜ ਜੋ ਹੈ ਡੁੱਬਣ ਤੋਂ ਪਹਿਲਾਂ ਆਪਣਾ ਉਹ ਪਹੁੰਚ ਚੁੱਕੇ ਹੁੰਦੇ ਨੇ। ਇੱਕ ਕੁਦਰਤ ਦਾ ਇੱਕ ਨਿਯਮ ਹੈ। ਇਹ ਕੋਈ ਤੁਹਾਨੂੰ ਹਾਰਡ ਐਂਡ ਫਾਸਟ, ਮੈਂ ਕੋਈ ਡੰਡੀ ਲੈ ਕੇ ਟੀਚਰ ਨਹੀਂ ਹੈਗਾ ਵਾਂ ਕਿ ਤੁਹਾਨੂੰ ਕਹਾਂਗਾ ਕਿ ਨਹੀਂ ਤੁਸੀਂ 11 ਵਜੇ ਨਹੀਂ ਕਰਨਾ। ਜੇ ਤੁਹਾਡੇ ਘਰ ਦੇ ਹਾਲਾਤ ਨਹੀਂ ਤੁਹਾਨੂੰ ਅਲਾਉ ਕਰਦੇ, ਜੇ ਘਰ ਦੇ ਹਾਲਾਤ ਇਸ ਤਰੀਕੇ ਦੇ ਹੈਗੇ ਨੇ, ਔਰ ਵੈਸੇ ਅਗਰ ਉਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਵਿਚਾਰੀਏ ਨਾ ਤਾਂ ਉਹ ਸਾਡੀਆਂ ਅਣਗਹਿਲੀਆਂ ਨੇ। ਅਸੀਂ ਟੀਵੀ ਵੇਖਦੇ ਰਹਿੰਦੇ ਆ, ਅਸੀਂ ਉਹ ਕਪਿਲ ਸ਼ਰਮਾ ਸ਼ੋਅ ਵੇਖਣੇ ਨੇ, ਅਸੀਂ ਹੋਰ ਚੀਜ਼ਾਂ ਟੀਵੀ ਦੀਆਂ ਵੇਖਣੀਆਂ ਨੇ ਤੇ 11 ਤੇ ਫਿਰ ਵੱਜਣੇ ਹੀ ਨੇ ਨਾ ਸਾਡੇ। ਤੇ ਇਹ ਤੇ ਜਿਹੜੀਆਂ ਮੈਂ ਤੁਹਾਨੂੰ ਇਹ ਵਿਚਾਰਾਂ ਇਹ ਵੀਡੀਓ ਦੱਸੀਆਂ ਨੇ ਨਾ, ਇਹ ਦੁਨੀਆ ਦੀਆਂ ਸਭ ਤੋਂ ਟੌਪ ਯੂਨੀਵਰਸਿਟੀ ਦੇ ਜਿਹੜੇ ਟੌਪਰਸ ਨੇ ਨਾ, ਇਹ ਉਹਨਾਂ ਨੇ ਸਾਂਝ ਕੀਤੀਆਂ ਨੇ। ਇਹ ਅਸੀਂ ਕੋਈ ਇਸ ਤਰ੍ਹਾਂ ਮਤਲਬ ਇਦਾਂ ਹੀ ਬਣਾ ਨਹੀਂ ਰਹੇ ਹਾਂ। ਤੇ ਲੇਕਿਨ ਨਾਲ ਇਹ ਵੀ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਦਾ ਫਲਸਫਾ ਉਹਦੇ ਤੋਂ ਕਈ ਗੁਣਾ ਅੱਗੇ ਜਾ ਰਿਹਾ ਹੈ। ਜਿਹੜੇ ਕਿ ਟੌਪ ਦੀਆਂ ਯੂਨੀਵਰਸਿਟੀਆਂ 'ਚ ਗੱਲਾਂ ਕੀਤੀਆਂ ਜਾ ਰਹੀਆਂ ਨੇ, ਗੁਰੂ ਸਾਹਿਬ ਉਸ ਤੋਂ ਹੋਰ ਕਈ ਗੁਣਾ ਅੱਗੇ ਅਗਾਧ ਬਹੁਤ ਸਾਨੂੰ ਗੱਲਾਂ ਦੱਸ ਰਹੇ ਨੇ। ਇਸ ਕਰਕੇ ਜਿਹੜਾ ਤੁਸੀਂ 11 ਵਜੇ ਦੀ ਗੱਲ ਕੀਤੀ ਹੈ, ਹੋ ਸਕਦਾ ਤੁਹਾਡੇ ਘਰ ਦੇ ਹਾਲਾਤ ਇਸ ਤਰੀਕੇ ਦੇ ਹੋਣ, ਘਰ ਦੀਆਂ ਸਿਚੁਏਸ਼ਨਸ ਐਦੀਆਂ ਬਣੀਆਂ ਹੋਣ, ਲੇਕਿਨ ਜੋ ਆਈਡੀਅਲ ਹੈ ਨਾ, ਜਿਹੜਾ ਇੱਕ ਤਰੀਕਾ ਹੋਣਾ ਚਾਹੀਦਾ ਹੈ, ਉਹ ਅਸੀਂ ਇਹਦੇ ਤੋਂ ਸੇਧ ਲਈਏ ਔਰ ਕੋਸ਼ਿਸ਼ ਕਰੀਏ। ਤੁਸੀਂ ਇਹ ਪ੍ਰੈਕਟਿਸ ਕਰਕੇ ਦੇਖਣਾ, ਤੁਸੀਂ ਰਾਤ ਦੀ 2 ਘੰਟੇ ਦੀ ਸਟੱਡੀ 1 ਹਫ਼ਤੇ ਤੱਕ ਪ੍ਰੈਕਟਿਸ ਕਰੋ। ਰਾਤ ਦੀ 2 ਘੰਟੇ ਦੀ ਸਟੱਡੀ ਵਰਸਸ ਸਵੇਰ ਦੀ 2 ਘੰਟੇ ਦੀ ਸਟੱਡੀ। ਤੁਸੀਂ ਦੇਖਣਾ ਤੁਹਾਨੂੰ ਆਪਣੇ ਆਪ ਬਦਲਾਅ ਫੀਲ ਹੋਏਗਾ ਕਿ ਸਵੇਰ ਦੇ ਟਾਈਮ ਵਾਕਈ ਬੜਾ ਇਕਾਗਰਤਾ ਬੜੀ ਸਟਰੋਂਗ ਬਣਦੀ ਹੈ। ਇਹਦੇ ਆਪਣੇ ਸਾਇੰਟੀਫਿਕ ਰੀਜ਼ਨ ਵੀ ਨੇ। ਇਹ ਖਾਲੀ ਕਹਿਣ ਦੀਆਂ ਜਾਂ ਬਜ਼ੁਰਗਾਂ ਦੀਆਂ ਗੱਲਾਂ ਨਹੀਂ ਹੈਗੀਆਂ। ਉਹ ਸਾਇੰਟੀਫਿਕ ਰੀਜ਼ਨ ਕੀ ਨੇ ਬੱਚਿਆਂ ਸਾਹਮਣੇ ਇੰਨੀ ਜ਼ਿਆਦਾ ਅਸੀਂ ਡਿਟੇਲ 'ਚ ਨਹੀਂ ਡਿਸਕਸ ਕਰ ਸਕਦੇ ਹਾਂ। ਜੇ ਕਦੀ ਟੀਚਰਾਂ ਨਾਲ ਹੋਇਆ ਤੇ ਸ਼ਾਇਦ ਅਸੀਂ ਉਹਨਾਂ ਵਿਚਾਰਾਂ ਨੂੰ ਹੋਰ ਡੂੰਘਾਈ ਨਾਲ ਦੇਖਾਂਗੇ। ਭੈਣ ਜੀ ਜਸਪ੍ਰੀਤ ਕੌਰ ਜੀ, ਬੇਨਤੀ ਜੀ, ਕੋਈ ਅਨਾਉਂਸਮੈਂਟ ਤਾਂ ਨਹੀਂ? ਬੱਚੇ ਜਾ ਰਹੇ ਆ ਜੀ, ਆਪਣੀ ਅਟੈਂਡੈਂਸ ਲਗਾ ਕੇ ਜਾ ਰਹੇ ਨੇ। ਕੋਈ ਹੋਰ ਅਨਾਉਂਸਮੈਂਟ? ਅਸੀਂ 1 ਜਾਂ 2 ਸਟੂਡੈਂਟਸ ਹੀ ਹੋਰ ਲਵਾਂਗੇ, ਉਸ ਤੋਂ ਬਾਅਦ ਸਮਾਪਤੀ ਹੈ ਜੀ। ਠੀਕ ਹੈ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ, ਉਹਨਾਂ ਨੇ ਸਾਨੂੰ ਬਹੁਤ ਹੀ ਤਰੀਕੇ ਨਾਲ ਸਮਝਾਇਆ। ਤੇ ਮੇਰਾ ਕੁਐਸਚਨ ਇਹ ਹੈ ਵੀ ਕਈ ਵਾਰ ਆਪਾਂ ਨਾ ਜਦੋਂ ਟੈਸਟ ਦੇ ਰਹੇ ਹੁੰਦੇ ਆ ਤਾਂ ਆਪਾਂ ਸਟਾਰਟਿੰਗ ਦੇ ਵਿੱਚ ਨਾ ਕਈ ਵਾਰ ਨਰਵਸ ਹੋ ਜਾਂਦੇ ਆ। ਤਾਂ ਸਰ ਏਦਾਂ ਕਿਉਂ ਹੁੰਦਾ ਹੈ? ਤਾਂ ਆਪਾਂ ਵੀ ਨਰਵਸਨੈਸ ਦੇ ਕਾਰਨ ਵੀ ਆਪਾਂ ਭੁੱਲ ਵੀ ਜਾਂਦੇ ਕਈ ਵਾਰ, ਇਹ ਕਿਉਂ ਹੁੰਦਾ ਹੈ ਜੀ? ਇਹ ਵੀ ਬੜਾ ਕਾਮਨ ਸਵਾਲ ਹੈਗਾ, ਨਰਵਸ ਅਸੀਂ ਕਿਉਂ ਹੁੰਨੇ ਆ। ਅੱਛਾ ਫਰਜ਼ ਕਰੋ ਕਿ ਮੇਰਾ ਕੱਲ ਪੇਪਰ ਹੈ, ਠੀਕ ਹੈ। ਪੇਪਰ ਦੇ ਵਿੱਚ ਆਣੇ ਨੇ 5 ਚੈਪਟਰ ਆਣੇ ਨੇ ਪੇਪਰ 'ਚ, ਜਿਹੜੇ ਮੈਂ ਕੱਲ ਜਿਨ੍ਹਾਂ ਨੂੰ ਮੈਂ ਸੋਲਵ ਕਰਨਾ ਹੈ। ਤੇ ਸਤਿੰਦਰ ਸਿੰਘ ਜੀ ਨੇ ਤਿਆਰੀ ਕੀਤੀ ਦੀ ਹੈ 15 ਚੈਪਟਰਾਂ ਦੀ।
ਸਾਰਾ ਸਿਲੇਬਸ ਵੀ ਪਾਰ ਕਰਤਾ ਹੈ, ਸਿਲੇਬਸ ਤੋਂ ਵੀ ਅੱਗੇ ਪਹੁੰਚੇ ਦੇ ਨੇ। ਹੁਣ ਜਦੋਂ ਸਤਿੰਦਰ ਸਿੰਘ ਜੀ ਸਚਿਨ ਤੰਦੁਲਕਰ ਮੈਦਾਨ 'ਚ ਜਾਣਗੇ ਤੇ ਉਹਨੂੰ ਕਿਹੜਾ ਡਰ ਲੱਗੇਗਾ? ਉਹ ਤੇ ਸਤਿੰਦਰ ਸਿੰਘ ਜੀ ਤੇ ਕਹਿਣਗੇ ਬਾਊ ਜੀ ਤੁਸੀਂ ਬੋਲ ਪਾਓ ਬਸ, ਮੈਂ ਛੱਕਾ ਚੌਕਾ ਪਤਾ ਨਹੀਂ ਕੀ ਕੀ ਕਰਨਾ ਹੁਣ ਮੈਂ। ਇਹ ਨਰਵਸਨੈਸ ਜਿਹੜੀ ਹੈ, ਜਿਹੜੀ ਟੈਨਸ਼ਨ ਦੀ ਅਸੀਂ ਇੱਥੇ ਗੱਲ ਕੀਤੀ ਹੈ ਨਾ, ਜਦੋਂ ਅਸੀਂ ਵੇਲੇ ਸਿਰ ਆਪਣੇ ਛੋਟੇ ਛੋਟੇ ਗੋਲਸ, ਦੇਖੋ ਵੱਡੇ ਗੋਲਸ ਨਾ ਬਣਾਓ ਜ਼ਿੰਦਗੀ 'ਚ, ਨਾ ਵੱਡਾ ਕੁਝ ਵੀ ਨਹੀਂ ਹੁੰਦਾ। ਇਹ ਇੰਨਾ ਵੱਡਾ ਸਾਡਾ ਸਰੀਰ ਦਿਖਦਾ ਹੈ ਨਾ, 33 ਟ੍ਰਿਲੀਅਨ ਸੈਲਸ ਦਾ ਬਣਿਆ ਦਾ ਸਰੀਰ। 30 ਟ੍ਰਿਲੀਅਨ ਸੈਲਸ, 30 ਟ੍ਰਿਲੀਅਨ ਸੈਲ 'ਚ ਕਿੰਨੇ ਜ਼ੀਰੋ ਹੁੰਦੇ ਨੇ, ਕਦੀ ਕਾਪੀ ਤੇ ਲਿਖ ਕੇ ਵੇਖਣਾ। ਇਹ ਵੱਡਾ ਵੱਡਾ ਕੁਝ ਨਹੀਂ ਹੁੰਦਾ ਜੋ ਸਾਨੂੰ ਵੱਡਾ ਨਜ਼ਰ ਆਉਂਦਾ ਹੈ ਨਾ। ਜ਼ਿੰਦਗੀ ਛੋਟੀਆਂ ਚੀਜ਼ਾਂ ਨਾਲ ਬਣੀ ਦੀ ਹੈ। ਛੋਟੇ ਛੋਟੇ ਟਾਰਗੇਟ ਬਣਾਓ, ਛੋਟੇ ਛੋਟੇ। ਇਹ 10 ਮਿੰਟ 'ਚ ਮੈਂ ਇਹ ਕਰਨਾ ਹੈ, ਇਹ 5 ਮਿੰਟ 'ਚ ਮੈਂ ਇਹ ਮੁਕਾ ਲੈਣਾ ਹੈ, ਇਹ 15 ਮਿੰਟ 'ਚ ਮੈਂ ਚੈਪਟਰ ਦਾ ਨਾ ਇਹ ਪੜ੍ਹ ਲਵਾਂਗੀ, 4 ਪੰਨੇ ਪੜ੍ਹ ਲਵਾਂਗੀ। ਇਸ ਕਰਕੇ ਆਪਣੇ ਆਪ ਨੂੰ ਛੋਟੇ ਛੋਟੇ ਟਾਰਗੇਟ ਦਿਓ, ਲੇਕਿਨ ਉਹ ਛੋਟੇ ਛੋਟੇ ਟਾਰਗੇਟ ਤੁਹਾਡੇ ਸਿਲੇਬਸ ਨੂੰ, ਤੁਹਾਡਾ ਜੋ ਵੀ ਐਗਜ਼ਾਮ ਹੈ ਉਹਦੀ ਤਿਆਰੀ ਟਾਈਮ ਸਿਰ ਪੂਰੀ ਖਤਮ ਕਰ ਦੇਣ। ਇਸ ਕਰਕੇ ਨਰਵਸਨੈਸ ਤੇ ਖੈਰ ਕੁਝ ਨਹੀਂ ਹੈਗੀ, ਇਹ ਤੇ ਸਾਡਾ ਜਿਹੜੀ ਅਣਗਹਿਲੀਆਂ ਨੇ, ਜਿਹੜਾ ਅਸੀਂ ਆਪਣਾ ਟਾਈਮ ਖਰਾਬ ਕਰਦੇ ਹਾਂ, ਟਾਈਮ ਮੈਨੇਜ ਨਹੀਂ ਕਰ ਪਾਉਂਦੇ ਆ ਨਾ, ਉਹ ਜਦੋਂ ਅਸੀਂ ਆਖਰੀ ਦੇ ਸਮੇਂ ਤੇ ਉਹ ਬੂਏ ਖੜੀ ਜੰਜ ਤੇ ਵਿੰਨੋ ਕੁੜੀ ਦੇ ਕੰਨ ਪੁਰਾਣੀਆਂ ਕਹਾਵਤਾਂ ਹੈਗੀਆਂ ਨੇ ਨਾ, ਅਸੀਂ ਉਹ ਹਾਲਾਤਾਂ ਦੇ ਵਿੱਚ ਆਪ ਪਹੁੰਚ ਜਾਂਦੇ ਆ, ਫਿਰ ਆਪ ਹੀ ਟੈਨਸ਼ਨ 'ਚ ਹੈਗੇ ਆ, ਆਪ ਹੀ ਸਾਡਾ ਬੀਪੀ ਚੜਿਆ ਤੇ ਆਪ ਹੀ ਸਾਨੂੰ ਡਾਇਬਟੀਜ਼ ਹੋਏ ਦੇ ਨੇ, ਆਪ ਹੀ ਹਸਪਤਾਲਾਂ 'ਚ ਬੈਠੇ ਦੇ ਆ। ਤੇ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਜੋ ਹੈ ਧਿਆਨ ਦੇਣਾ ਚਾਹੀਦਾ ਹੈ। ਇਸ ਕਰਕੇ ਤੁਸੀਂ ਤਿਆਰੀ ਵੱਲ ਫੋਕਸ ਕਰੋ, ਛੋਟੇ ਛੋਟੇ ਗੋਲਸ ਬਣਾਓ, ਆਪਣੇ ਸਿਲੇਬਸ ਨੂੰ ਪੂਰਾ ਕਰੋ। ਇਹਨਾਂ ਚਿੰਤਾਵਾਂ 'ਚ ਨਾ ਤੁਸੀਂ ਪਵੋ, ਇਹ ਸਭ ਟਾਈਮ ਸਿਰ ਹੋ ਜਾਂਦੀਆਂ ਨੇ ਠੀਕ। ਹਾਂਜੀ, ਸੈਲਫ ਕੌਨਫੀਡੈਂਸ ਲਈ ਅਰਦਾਸ ਕਰੋ ਜੀ। ਵਾਹ ਜੀ ਵਾਹ, ਅਰਦਾਸ ਤੇ ਸਭ ਤੋਂ ਵੱਡਾ ਨੁਕਤਾ ਹੈਗਾ ਹੈ। ਹਾਂਜੀ ਬੇਟਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। सर एक्चुअली मेरा ना शौक है इंग्लिश इंटरव्यू सुनने का, और सर मेरे मतलब टाइम टेबल ਦੇ ਵਿੱਚ ਅੱਧਾ ਘੰਟਾ ਜਿਹੜਾ ਹੈ ਉਹਦੇ ਵਾਸਤੇ ਰੱਖਿਆ ਹੋਇਆ ਹੈ, ਬਟ ਸਰ ਮੇਰੀ ਆਦਤ ਬਣ ਚੁੱਕੀ ਹੈ ਕਿ ਮੈਂ 1 ਘੰਟਾ ਲੈ ਲੈਂਦੀ ਹਾਂ। ਮੈਂ ਇਸ ਨੂੰ ਕਿਵੇਂ ਓਵਰਕਮ ਕਰ ਸਕਦੀ ਹਾਂ? 1 ਘੰਟਾ ਕਾਹਦੇ ਤੇ ਲਗਾ ਲੈਣੀ ਆ ਸਰ ਇੰਗਲਿਸ਼ ਇੰਟਰਵਿਊ ਸੁਣਨ ਦੇ ਲਈ। ਓਕੇ, ਨਹੀਂ ਇਹ ਤੇ ਦੇਖੋ ਜਿਹੜੇ ਇੰਗਲਿਸ਼ ਇੰਟਰਵਿਊਜ਼ ਅਸੀਂ ਸੁਣ ਰਹੇ ਆ, ਜਾਂ ਅਸੀਂ ਜੋ ਵੀ ਆਪਣੀ ਸੂਚੀ ਪਲਾਨ ਦੇ ਵਿੱਚ ਬਣਾਇਆ ਦਾ, ਇਹ ਚੰਗੀਆਂ ਚੀਜ਼ਾਂ ਨੇ, ਚੰਗੀਆਂ। ਇਸ ਭਾਗ ਮੰਨ ਲਓ ਜੇ ਕੋਈ ਕਿਸੇ ਨੇ ਗੁਰਬਾਣੀ ਵਿਚਾਰ ਸੁਣਨ ਦਾ ਅੱਧਾ ਘੰਟਾ ਬਣਾਇਆ ਦਾ ਨਾ, ਲੇਕਿਨ ਵਿਚਾਰ ਇੰਨੀ ਚੰਗੀ ਲੱਗਦੀ ਪਈ ਹੈ 10 15 20 ਮਿੰਟ ਉਹ ਵੱਧ ਵੀ ਗਏ ਨੇ, ਲੇਕਿਨ ਇਹ ਨਾ ਹੋਏ ਕਿ ਉਹਦੇ ਨਾਲ ਸਾਡਾ ਬਾਕੀ ਸਾਰਾ ਪਲਾਨ ਡਿਸਟਰਬ ਹੋ ਜਾਵੇ। ਹਾਂ, ਅਗਰ ਮੰਨ ਲਓ ਉਹ ਜਿਹੜਾ ਤੁਸੀਂ ਅੱਧਾ ਘੰਟਾ ਬਣਾਇਆ ਦਾ ਇੰਗਲਿਸ਼ ਦੇ ਇੰਟਰਵਿਊ ਸੁਣਨ ਦਾ, ਬਿਲਕੁਲ ਸੁਣਨੇ ਚਾਹੀਦੇ ਨੇ। ਅੰਗਰੇਜ਼ੀ ਵੀ ਸਾਨੂੰ, ਮੈਂ ਖੁਦ ਕੈਥਲਿਕ ਕਨਵੈਂਟ ਸਕੂਲੋਂ ਪੜ੍ਹਿਆ ਦਵਾਂ, ਤੇ ਅੰਗਰੇਜ਼ੀ ਦੇ ਅੰਦਰ ਸਾਡਾ ਜਿਹੜਾ ਹੈ ਉਹ ਹੋਲਡ ਹੋਣਾ ਬਹੁਤ ਜ਼ਰੂਰੀ ਹੈਗਾ ਹੈ। ਔਰ ਇੰਟਰਵਿਊਜ਼ ਦੇਖ ਦੇਖ ਕਹਿੰਦੇ ਨੇ ਕਿ ਕਿਸੇ ਭਾਸ਼ਾ ਨੂੰ ਸਿੱਖਣਾ ਹੋਏ ਨਾ ਤੇ ਉਹਨੂੰ ਸੁਣੋ, ਜਿੰਨਾ ਸੁਣ ਸਕਦੇ ਹੋ, ਤੇ ਤੁਹਾਡੀ ਇਹ ਪ੍ਰੈਕਟਿਸ ਅੱਛੀ ਹੈਗੀ ਹੈ। ਠੀਕ ਹੈ, ਉਹ ਅੱਧੇ ਘੰਟੇ ਤੋਂ 1 ਘੰਟਾ ਹੋ ਜਾਂਦਾ ਹੈ। ਤੁਸੀਂ ਅਲਟੀਮੇਟਲੀ ਆਪਣੇ ਗੋਲ ਵੱਲ ਧਿਆਨ ਕਰੋ ਕਿ ਜਿਹੜਾ ਤੁਹਾਡਾ ਓਵਰਆਲ ਪਲਾਨ ਹੈਗਾ ਉਹ ਤੇ ਨਹੀਂ ਨਾ ਮਿਸ ਹੁੰਦਾ ਉਸ ਅੱਧੇ ਘੰਟੇ ਦੇ ਕਾਰਨ, ਕਿ ਬਈ ਮੈਂ ਬਾਕੀ ਸਾਰੇ ਕੰਮਾਂ ਨੂੰ, ਜ਼ਰੂਰੀ ਕੰਮਾਂ ਨੂੰ ਛੱਡ ਕੇ ਖਾਲੀ ਉਹ ਵੇਖਦੀ ਰਹਿ ਜਾਂਦੀ ਆ। ਤੇ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਚਿੰਤਾ ਕਰਨ ਵਾਲੀ ਗੱਲ ਹੈ। ਬਾਕੀ ਤੁਸੀਂ ਆਪਣਾ ਧਿਆਨ ਕਰੋ, ਸੁਚੇਤ ਰਵੋ। ਬਾਕੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ, ਜੋ ਵੀ ਅਸੀਂ ਆਪਣੀ ਜ਼ਿੰਦਗੀ 'ਚ ਮੰਗਦੇ ਆ ਅਲਟੀਮੇਟਲੀ ਸਾਨੂੰ ਗੁਰੂ ਸਾਹਿਬ ਦੇ ਪ੍ਰਸਾਦ ਸਦਕਾ ਹੀ ਉਹ ਚੀਜ਼ਾਂ ਮਿਲਦੀਆਂ ਨੇ। ਤੇ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ। ਹਾਂਜੀ ਵਾਹਿਗੁਰੂ ਜੀ। ਜੀ ਥੋੜਾ ਪਾਵਰ ਨੈਪ ਬਾਰੇ ਵੀ ਦੱਸ ਦੋਗੇ ਜੀ ਬੱਚੇ? ਕਾਦੇ ਬਾਰੇ? ਪਾਵਰ ਨੈਪ। ਬਿਲਕੁਲ ਬਿਲकुल, ਪਾਵਰ ਨੈਪ ਤੇ ਬੜੀ ਹੀ ਕਾਰਗਰ ਚੀਜ਼ ਹੈਗੀ ਹੈ। ਇਨਫੈਕਟ ਮੈਂ ਤੇ ਮੇਰੇ ਘਰ ਵੀ ਮੈਨੂੰ ਕਈ ਵਾਰ ਡਾਂਟ ਪੈਂਦੀ ਹੈ। ਮੈਂ ਪਾਵਰ ਨੈਪ ਦੇ ਵਿੱਚ ਬਹੁਤ ਐਕਸਪਰਟ ਹੈਗਾ ਵਾਂ। ਜਿਸ ਤਰ੍ਹਾਂ ਮੰਨ ਲਓ ਸਵੇਰੇ ਛੇਤੀ ਜਲਦੀ ਉੱਠਣਾ ਪੈ ਗਿਆ ਮੇਰੇ ਆਪਣੇ ਨਾਰਮਲ ਸਕੇਡਿਊਲ ਤੋਂ, ਤੇ ਮੈਂ ਥੱਕ ਜਾਵਾਂਗਾ 11-12 ਵਜੇ ਦੇ ਕਰੀਬ, ਮੈਨੂੰ ਥੋੜੀ ਥਕਾਵਟ ਸਰੀਰ ਨੂੰ ਹੋਏਗੀ। ਤੇ ਜਦੋਂ ਥਕਾਵਟ ਸਰੀਰ ਨੂੰ ਹੋਏ, ਸਾਡੇ ਬ੍ਰੇਨ ਨੂੰ ਥਕਾਵਟ ਹੋਏ, ਸਾਡੇ ਅੰਦਰ ਬ੍ਰੇਨ 'ਚ ਕੁਝ ਨਹੀਂ ਜਾਂਦਾ, ਉਹ ਫਿਰ ਅਸੀਂ ਸੂਡੋ ਵਰਕਿੰਗ 'ਚ ਪਹੁੰਚ ਜਾਂਦੇ ਆ। ਉਹ ਸੂਡੋ ਸਟੱਡੀ ਜਿਹੜਾ ਅਸੀਂ ਵੀਡੀਓ 'ਚ ਵੇਖਿਆ ਨਾ, ਅਸੀਂ ਫਿਰ ਨਕਲੀ ਕੰਮ ਕਰ ਰਹੇ ਹਾਂ, ਅਸਲੀ ਕੁਝ ਨਹੀਂ ਹੋ ਰਿਹਾ। ਉਹ ਸਾਡੇ ਅੰਤःਕਰਨ 'ਚ ਕਿਤੇ ਨਹੀਂ ਜਾਣਾ ਉਹਨੇ ਬਾਰ-ਬਾਰ ਰਹਿਣਾ। ਇਸ ਕਰਕੇ ਪਾਵਰ ਨੈਪ ਦਾ ਬੜਾ ਵਧੀਆ ਫਲਸਫਾ ਹੈਗਾ ਹੈ। ਭੈਣ ਜੀ ਨੇ ਜਿਸ ਤਰ੍ਹਾਂ ਦੱਸਿਆ, ਤੁਸੀਂ 15-20 ਮਿੰਟ ਵਾਸਤੇ ਇਹ ਪ੍ਰੈਕਟਿਸ ਬਣਾਓ ਕਿ ਕਿਆ ਮੈਂ 15-20 ਮਿੰਟ ਦਾ ਇੱਕ ਨੈਪ ਲੈ ਲਵਾਂ, ਔਰ ਉਹ ਨੈਪ ਜਿਹੜੀ ਹੈ ਉਹ ਇੰਨੀ ਡੀਪ ਜਾ ਕੇ ਸਾਡੇ ਬ੍ਰੇਨ 'ਚ ਹਿੱਟ ਕਰਦੀ ਹੈ ਕਿ ਸਾਨੂੰ ਇੱਕਦਮ ਫਰੈਸ਼ ਕਰ ਦਿੰਦੀ ਹੈ। 15-20 ਮਿੰਟ ਦਾ, ਇਹ ਨਾ ਹੋਏ ਕਿ ਵੀ 2 ਘੰਟੇ ਤੱਕ ਸੁੱਤੇ ਰਹਿ ਗਏ।
नहीं वो नहीं करना। पावर नैप का मतलब है कि अपना एक टाइम फिक्स करो, अपने भैन भरा नूं, मम्मी डैडी किसी नूं कह दो कि भी मैनू 20 मिनट बाद तू उठा देना बस। वो तुहानूं स्टार्टिंग च कर ली ना जेडे 10 15 20 सेकंड 1 मिनट का टाइम हुंदा जदों तुहानूं लगदा है कि हाए जिंदगी च पता नहीं की टुट गया, नींदर तोड़ दी इन्हां ने मेरी। लेकिन वो 15 20 सेकंड गुजरते ने जदों मूंह धोवो, फटाफट पानी पियो, यू आर डन। ਤੁਸੀਂ जो है वो पावर नैप लैके अपने ध्यान नूं एकदम स्ट्रॉन्ग कॉन्शियस नूं अपनी बना सकते हो, फिर दोबारा अपनी स्टडी ते बैठ के अपने उस करिकुलम नूं अगे वधा सकते हो। पावर नैप बहुत अच्छा एक तरीका हैगा। ਵੀਰ ਜੀ ਅਸੀਂ 1-2 ਕੁਐਸਚਨਸ ਹੋਰ ਲੈ ਸਕਦੇ ਹਾਂ ਜਾਂ ਸਮਾਪਤ ਕਰੀਏ ਜੀ, ਜਿਵੇਂ ਆਪ ਜੀ ਨੇ ਟਾਈਮ हाँ जी हाँ जी, कोई दिक्कत नहीं है, तुसी लो। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। खालसा वाहिगुरू जी की फतेह जी। ਸਰ ਆਪਾਂ ਪੈਂਡਿੰਗ ਵਰਕ ਕਿਵੇਂ ਕੰਪਲੀਟ ਕਰ ਸਕਦੇ? हाँ जी ਬੇਟਾ ਆਵਾਜ਼ ਕੱਟੀ ਜਾਂਦੀ ਤੁਹਾਡੀ, ਵੀਡੀਓ ਬੰਦ ਕਰਕੇ ਬੋਲੋ। ਬੋਲੋ ਜੀ। ਸਰ ਆਪਣਾ ਪੈਂਡਿੰਗ ਵਰਕ ਕਿਵੇਂ ਕੰਪਲੀਟ ਸਕਦੇ? पेंडिंग वर्क का भी वही फलसफा जो साडे एक्चुअल वर्क का हैगा है। एक प्लान बनाओ लेकिन प्लान दे उत्ते टुरो। देखो टाइम मैनेजमेंट इन्ना सादा नजर आंदा है, इन्ना सादा लगदा है, पर तुसी शर्त लगा लो किसी नाल और कल दा अपना टाइम पूरा सूची बना के ਉਹਦੇ ਤੇ 100% ਤੁਰ ਕੇ ਦਿਖਾਓ, ਨਹੀਂ ਤੁਰਿਆ ਜਾਏਗਾ। ਟਾਈਮ ਮੈਨੇਜਮੈਂਟ ਸਾਡੀਆਂ ਹੈਬਿਟਸ ਦੇ ਉੱਤੇ ਡਿਪੈਂਡ ਕਰਦਾ ਹੈ, ਸਾਡੀਆਂ ਆਦਤਾਂ ਕਿੱਦਾਂ ਦੀਆਂ ਨੇ। ਆਦਤਾਂ ਹਰ ਚੀਜ਼ ਸਾਡੀ ਆਦਤ ਹੈ। ਹੁਣ ਜੇ ਮੈਂ ਇਸ ਟਾਈਮ ਕੁਰਸੀ ਤੇ ਬੈਠਾ ਦਾ ਵਾਂ ਨਾ ਤੇ ਮੈਂ ਕਿਸ ਤਰੀਕੇ ਨਾਲ ਬੈਠਾ ਦਾ ਵਾਂ ਨਾ, ਇਹ ਵੀ ਮੇਰੀ ਆਦਤ ਦਾ ਹਿੱਸਾ ਹੈ। ਮੈਂ ਏਦਾਂ ਟੇਢਾ ਹੋ ਕੇ ਸੋਫੇ ਤੇ ਬੈਠਾ ਦਾ ਵਾਂ, ਜਾਂ ਮੈਂ ਲੇਟ ਕੇ ਟੀਵੀ ਦੇਖਦਾ ਰਹਿੰਦਾ ਵਾਂ, ਜਾਂ ਮੈਂ ਰਿਮੋਟ ਨੂੰ ਕਿੱਦਾਂ ਫੜ ਕੇ ਕਿੱਦਾਂ ਘੁਮਾਉਂਦਾ ਰਹਿੰਦਾ ਵਾਂ ਨਾ। ਦੇਖੋ ਸਾਨੂੰ ਆਦਤਾਂ ਆਪਣੀਆਂ ਠੀਕ ਕਰਨੀਆਂ ਚਾਹੀਦੀਆਂ ਨੇ। ਸਾਡੇ ਸੌਣ ਦੀ ਆਦਤ, ਉੱਠਣ ਦੀ ਆਦਤ, ਸਾਡੇ ਪੜ੍ਹਾਈ ਦੇ ਸਕੇਡਿਊਲ ਨੂੰ ਫੋਲੋ ਕਰਨ ਦੀ ਆਦਤ। ਅਗਰ ਅਸੀਂ ਆਪਣੀਆਂ ਆਦਤਾਂ 'ਚ ਪੱਕੇ ਹੋ ਜਾਾਂਗੇ ਨਾ, ਅਸੀਂ ਸਾਰੇ ਟਾਰਗੇਟ ਆਪਣੇ ਅਚੀਵ ਕਰ ਸਕਦੇ ਹਾਂ। ਪੈਂਡਿੰਗ ਕੰਮ ਜਿਹੜਾ ਹੈਗਾ, ਜੇ ਤੁਹਾਨੂੰ ਲੱਗਦਾ ਹੈ ਕਿ ਜੀ ਇਹ ਜੀ ਮੇਰੇ 10 ਚੈਪਟਰਾਂ ਦਾ ਕੰਮ ਪੈਂਡਿੰਗ ਚੱਲ ਰਿਹਾ ਨਾ, ਉਹਨੂੰ ਵੰਡ ਦੇਵੋ। ਹਮੇਸ਼ਾ ਯਾਦ ਰੱਖੋ ਜਦੋਂ ਵੀ ਕੋਈ ਚੀਜ਼ ਅਚੀਵ ਕਰਨੀ ਹੈ ਨਾ, ਉਹਨੂੰ ਛੋਟੇ ਟੋਟਿਆਂ 'ਚ ਵੰਡ ਦੇਵੋ, ਇੱਕਦਮ ਛੋਟੇ ਛੋਟੇ ਟੋਟਿਆਂ 'ਚ ਵੰਡ ਦੇਵੋ ਔਰ ਉਹਨਾਂ ਛੋਟੇ ਟੋਟਿਆਂ ਤੇ ਫੋਕਸ ਕਰੋ। ਹੁਣ ਕਿ ਮੈਂ ਅੱਜ ਸੋਚਿਆ ਸੀ ਇਹ ਛੋਟਾ ਵਾਲਾ ਕਰਨਾ ਹੈ, ਕੱਲ ਸੋਚਿਆ ਸੀ ਇਹ ਕਰਨਾ ਹੈ, ਪਰਸੋਂ ਕਰਨਾ ਸੀ ਇਹ ਕਰਨਾ ਹੈ ਨਾ। ਇਸ ਕਰਕੇ ਛੋਟੇ ਛੋਟੇ ਹਿੱਸਿਆਂ 'ਚ ਵੰਡ ਕੇ ਆਪਣੇ ਵੱਡੇ ਕੰਮ ਨੂੰ ਤੁਸੀਂ ਕੋਈ ਵੀ ਚੀਜ਼ ਅਚੀਵ ਕਰ ਸਕਦੇ ਹੋ, ਵੱਡੇ ਤੋਂ ਵੱਡਾ ਟਾਰਗੇਟ ਵੀ, ਤੇ ਜਿਹੜੀਆਂ ਚੀਜ਼ਾਂ ਪੈਂਡਿੰਗ ਰਹਿ ਗਈਆਂ ਨੇ ਉਹ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਆਪ ਜੀ ਦਾ ਟਾਈਮ ਮੈਨੇਜਮੈਂਟ ਬਾਰੇ ਦੱਸਿਆ ਜੀ। ਹਾਂਜੀ ਵਾਹਿਗੁਰੂ। ਹਾਂਜੀ ਬੇਟੇ ਬੋਲੋ। ਬੋਲੋ ਜੀ। ਮੈਮ ਵਾਹਿਗੁਰੂ ਜੀ। ਬੋਲੋ ਜੀ ਬੋਲੋ। ਜੀ ਮੈਂ ਇਹ ਬੋਲਣਾ ਚਾਹੁੰਦੀ ਹਾਂ ਜੀ, ਜਿਵੇਂ ਵੀ ਹੈ ਨਾ ਆਪਾਂ ਨੂੰ ਆਪ ਜੀ ਨੇ ਸਰ ਨੇ ਦੱਸਿਆ ਵੀ ਹੈ ਨਾ ਟਾਈਮ ਮੈਨੇਜਮੈਂਟ ਕਰਨ ਲਈ ਟਾਈਮ ਟੇਬਲ ਬਣਾਉਣਾ ਚਾਹੀਦਾ। ਜਿਵੇਂ ਆਪਾਂ ਜੇਕਰ ਆਪਾਂ ਸਮੇਂ ਦੇ ਪਾਬੰਦ ਨਹੀਂ ਹੈਗੇ ਤਾਂ ਆਪਣਾ ਗੋਲ ਵੀ ਪ੍ਰਾਪਤ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਅੱਗੇ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਟਾਪਿਕ ਦੇ ਨਾਲ ਜੀ ਦੋ ਇੱਕ ਪੰਕਤੀ ਹੈ ਜੀ, ਬੋਲ ਸਕਦੀ ਹਾਂ? ਹਾਂਜੀ ਹਾਂਜੀ ਬੋਲੋ ਜੀ। ਹੋ ਅਜੇ ਸੰਭਾਲੇ ਸਮੇਂ ਨੂੰ ਕਰ ਸਫਲ ਉੜਦਾ ਜਾਂਦਾ, ਇਹ ਠਹਿਰਨ ਜਾਂਚ ਨਾ ਜਾਂਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਕਹਿੰਦੇ ਹਨ ਕਿ ਸਮੇਂ ਦਾ ਮੂੰਹ ਵਾਲਾ ਨਾਲ ਢਕਿਆ ਹੋਇਆ ਹੈ, ਕਿਉਂਕਿ ਇਹ ਸਾਹਮਣੇ ਆਉਂਦਾ ਹੈ ਤਾਂ ਲੋਕ ਇਸ ਨੂੰ ਪਹਿਚਾਨ ਨਹੀਂ ਸਕਦੇ। ਇਸ ਦੇ ਪੈਰਾਂ ਵਿੱਚ ਖੰਭ ਲੱਗੇ ਹੁੰਦੇ ਹਨ ਕਿਉਂਕਿ ਇਹ ਬਹੁਤ ਹੀ ਤੇਜ਼ੀ ਨਾਲ ਉੱਡਦਾ ਹੈ। ਜਦੋਂ ਇੱਕ ਵਾਰ ਚਲਾ ਜਾਂਦਾ ਹੈ ਤਾਂ ਉਸਨੂੰ ਕੋਈ ਫੜ ਨਹੀਂ ਸਕਦਾ। ਇੱਕ ਲੇਖਕ ਨੇ ਆਖਿਆ, ਸਮੇਂ ਦੇ ਚਿਹਰੇ ਤੇ ਸਾਹਮਣੇ ਵਾਲ ਰਹਿੰਦੇ ਹਨ, ਪਿੱਛੋਂ ਉਹ ਗੰਜਾ ਰਹਿੰਦਾ ਹੈ। ਜੇਕਰ ਤੁਸੀਂ ਸਾਹਮਣੇ ਦੇ ਵਾਲੇ ਨੂੰ ਫੜ ਲਿਓ ਤਾਂ ਇਹ ਪਕੜ ਵਿੱਚ ਆ ਜਾਂਦਾ ਹੈ, ਪਰ ਜੇਕਰ ਤੁਸੀਂ ਹੱਥ ਨੂੰ ਇੱਕ ਵਾਰ ਲੰਘ ਜਾਣ ਦਿਓਗੇ ਤਾਂ ਮੁੜ ਕੇ ਉਸ ਨੂੰ ਕੋਈ ਵੀ ਨਹੀਂ ਫੜ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ, ਵੈਰੀ ਗੁੱਡ।
ਇੱਕ ਮੈਂ ਇੱਥੇ ਵਿਚਾਰ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਜ਼ਰੂਰ ਇਹ ਕਵਾਂਗਾ, ਟੀਚਰਾਂ ਨੂੰ ਵੀ, ਕਿ ਇਹ ਜਿਹੜਾ ਮੈਂ YouTube ਤੇ ਤੁਹਾਨੂੰ ਲਿੰਕ ਦੱਸਿਆ ਸਿੰਘ ਵਿਜ਼ਡਮ ਦਾ, ਇਹਦੇ ਤੇ ਮੈਂ ਅੱਗੇ ਆਉਣ ਵਾਲੇ ਟਾਈਮ 'ਚ ਕਮਿਊਨੀਕੇਸ਼ਨ ਸਕਿੱਲਸ, ਐਜੂਕੇਸ਼ਨ ਦੇ ਅੰਦਰ ਅੱਗੇ ਕਿਹੜੇ ਖੇਤਰ ਦੇ ਅੰਦਰ ਕਿਸ ਤਰੀਕੇ ਦੀਆਂ ਨੌਕਰੀਆਂ ਦਾ ਸਮਾਂ ਆਏਗਾ, ਉਹਨਾਂ ਵਿਚਾਰਾਂ ਤੇ ਬੜੇ ਖੁੱਲੇ ਟੌਪਿਕ ਮੈਂ ਬਿਲਕੁਲ ਸਿੰਪਲ ਸਾਦੀ ਪੰਜਾਬੀ ਭਾਸ਼ਾ ਦੇ ਵਿੱਚ ਬਣਾ ਰਿਹਾ ਵਾਂ, ਤੇ ਟੀਚਰ ਜਿਹੜੇ ਨੇ ਬੱਚਿਆਂ ਦੇ ਨਾਲ ਵੀ ਉਹਦੀ ਜੋ ਹੈ ਸ਼ੇਅਰ ਕਰ ਸਕਦੇ ਨੇ ਉਹਨਾਂ ਨੂੰ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਸੀ ਵੀ ਕਈ ਸਟੂਡੈਂਟ ਦੀ ਏਜ ਜ਼ਿਆਦਾ ਹੋ ਜਾਂਦੀ ਹੈ, ਪਰ ਉਹ ਏਜ ਦੇ ਹਿਸਾਬ ਨਾਲ ਉਹਨਾਂ ਕੋਲ ਉਹ ਐਜੂਕੇਸ਼ਨ ਨਹੀਂ ਹੁੰਦੀ ਹੈਗੀ, ਤੇ ਉਹ ਬੱਚਿਆਂ ਨੂੰ ਕਿਵੇਂ ਅਸੀਂ ਪੜ੍ਹਾ ਸਕਦੇ ਹਾਂ? ਕਿਉਂਕਿ ਸਾਡੇ ਸਕੂਲ ਦੇ ਵਿੱਚ ਵੀ ਇੱਕ ਕੁੜੀ ਸੀਗੀ, ਉਹ ਮਤਲਬ ਕਿ 15 ਸਾਲ ਦੀ ਸੀਗੀ, ਤੇ ਉਹ ਜਿੰਨੀ ਉਹਦੀ ਉਮਰ ਸੀ ਉਹਦੇ ਕੋਲ ਉਨੀ ਐਜੂਕੇਸ਼ਨ ਨਹੀਂ ਸੀ ਹੈਗੀ, ਮਤਲਬ ਕਿ ਉਹਨੂੰ ਐਡ ਦੇ ਸਮ, ਮਾਈਨਸ ਦੇ ਸਮ ਜਾਂ ਕੋਈ A to Z ਇਹ ਆਉਂਦਾ ਨਹੀਂ ਸੀਗਾ, ਤੇ ਆਪਾਂ ਐਸੇ ਬੱਚੇ ਨੂੰ ਕਿਵੇਂ ਹੈਂਡਲ ਕਰ ਸਕਦੇ ਹਾਂ? ਤੁਸੀਂ ਟੀਚਰ ਹੋ, ਸਟੂਡੈਂਟ ਹੋ? ਨਹੀਂ ਸਰ, ਮੈਂ ਸਟੂਡੈਂਟ ਆ, ਉਹ ਵੈਸੇ ਮੇਰੇ ਕੋਲ ਪੜ੍ਹਦੀ ਸੀਗੀ ਓਵਰ ਟਾਈਮ। ਠੀਕ ਹੈ। ਹਾਂਜੀ ਸਰ। ਹਾਂ, ਨਹੀਂ ਦੇਖੋ ਦੇਖੋ ਇਹ ਬੜੀ ਇਹਦੇ 'ਚ ਨਾ ਬੜੀ ਜ਼ਰੂਰੀ ਚੀਜ਼ ਹੈਗੀ ਹੈ ਕਿ ਸਾਨੂੰ ਨਾ ਬੇਸਿਕ ਤੇ ਸਾਰਿਆਂ ਨੂੰ ਆਉਣੇ ਬਹੁਤ ਜ਼ਰੂਰੀ ਹੈਗੇ ਨੇ, ਹੈ ਨਾ। ਜੇ ਇੰਗਲਿਸ਼ ਦੀ ਗੱਲ ਕਰੀਏ ਤੇ ਇੰਗਲਿਸ਼ ਦੇ ਵਰਡਸ ਬਣਾਉਣੇ, ਇੰਗਲਿਸ਼ ਦੇ ਅੱਖਰਾਂ ਦਾ ਗਿਆਨ ਕੀ ਹੈ, ਹਿੰਦੀ ਹੈ ਜਾਂ ਪੰਜਾਬੀ ਵੀ ਹੈ ਜਾਂ ਮੈਥਮੈਟਿਕਸ ਹੈ ਨਾ, ਤੇ ਤੁਹਾਨੂੰ ਬੇਸਿਕ ਤੋਂ ਹੀ ਸ਼ੁਰੂਆਤ ਕਰਨੀ ਪਏਗੀ। ਠੀਕ ਹੈ, ਕਿਸੇ ਦੇ ਜ਼ਿੰਦਗੀ ਦੇ ਹਾਲਾਤ ਹੋ ਸਕਦੇ ਨੇ ਕਿ ਉਹਨਾਂ ਦਾ ਨਹੀਂ ਸਬਬ ਬਣਿਆ, ਜੋ ਹਾਲਾਤ ਉਹਨਾਂ ਦੇ ਨਾਲ ਰਹੇ ਕਿ ਉਹ ਨਹੀਂ ਕਰ ਪਾਏ, ਇਹਦੇ 'ਚ ਕੋਈ ਮਾੜਾ ਜਾਂ ਚੰਗਾ ਨਹੀਂ ਹੁੰਦਾ, ਤੇ ਸਾਨੂੰ ਇੱਕਦਮ ਹੌਸਲੇ ਨਾਲ ਖਿੜੇ ਮੱਥੇ ਉਹਨਾਂ ਦੇ ਨਾਲ ਵਿਚਰਨਾ ਚਾਹੀਦਾ ਹੈ, ਕਿਉਂਕਿ ਗਿਆਨ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਬੜੇ ਨੋਬਲ ਕਾਜ਼ ਹੈਗੇ ਨੇ, ਇਹਨਾਂ ਨੂੰ ਦਿੰਦਿਆਂ ਕਾਹਲੇ ਨਹੀਂ ਪੈਣਾ, ਔਖੇ ਵੀ ਚੀਜ਼ਾਂ ਆਉਂਦੀਆਂ ਨੇ, ਸਾਨੂੰ ਬੜੇ ਪੇਸ਼ੈਂਸ ਦੇ ਨਾਲ ਉਹਨਾਂ ਨੂੰ ਡੀਲ ਕਰਨਾ ਚਾਹੀਦਾ ਹੈ। ਤੇ ਜੇ ਉਹ ਭੈਣ ਜੀ ਜਿਹੜਾ ਤੁਸੀਂ ਜਿਹਨਾਂ ਦੀ ਗੱਲ ਕਰਦੇ ਹੋ, ਤਾਂ ਉਹਨਾਂ ਨੂੰ ਬੇਸਿਕਸ ਤੋਂ ਹੀ ਸ਼ੁਰੂ ਕਰੋ, ਔਰ ਉਹ ਦੇਖੋ ਹਰ ਇਨਸਾਨ ਦੇ ਆਪਣੀ ਇੱਕ ਕ੍ਰੀਏਟੀਵਿਟੀ, ਆਪਣਾ ਇੱਕ ਉਹ ਹੁੰਦਾ ਹੈ, ਉਹ ਕਵਰ ਅਪ ਕਰ ਜਾਂਦੇ ਨੇ। ਬਾਕੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ, ਉਹਨਾਂ ਨੂੰ ਵੀ ਇਸ ਵਿਸ਼ਵਾਸ ਦੇ ਅੰਦਰ ਪੱਕਿਆਈ ਬਣਾਓ ਕਿ ਉਹ ਕਵਰ ਕਰ ਸਕਦੇ ਨੇ ਇਸ ਚੀਜ਼ ਨੂੰ। ਹਾਂਜੀ ਇੱਕ ਹੋਰ ਗੱਲ ਉਹ ਮੈਨੂੰ ਕਹਿੰਦੀ ਹੁੰਦੀ ਹੈ ਵੀ ਜਦੋਂ ਮੇਰੇ ਨਾਲ ਕੋਈ ਬੱਚਾ ਸਟੂਡੈਂਟ ਪੜ੍ਹਦਾ ਹੁੰਦਾ ਹੈ, ਜਿਹੜਾ ਉਹ ਚੀਜ਼ ਪੜ੍ਹਦਾ ਹੈ, ਮੈਨੂੰ ਇਹ ਹੁੰਦਾ ਵੀ ਉਹ ਸਾਰੀ ਚੀਜ਼ ਮੇਰੀ ਅੱਖਾਂ ਦੇ ਸਾਹਮਣੇ ਆ ਰਹੀ ਹੈ, ਮਤਲਬ ਕਿ ਉਹਨੂੰ ਇਹ ਹੁੰਦਾ ਵੀ ਜਿਵੇਂ ਆਪਾਂ ਇੱਕ ਲੈਸਨ ਪੜ੍ਹਦੇ ਹਾਂ, ਉਹ ਇੰਨਾ ਇੰਟਰਸਟਿੰਗ ਲੈਸਨ ਹੋ ਜਾਂਦਾ ਆ ਵੀ ਆਪਾਂ ਨੂੰ ਸਾਰਾ ਕੁਝ ਵਿਖਣ ਲੱਗ ਜਾਂਦਾ ਹੈ ਵੀ ਹਾਂ ਐਵੇਂ ਹੋਣ ਡਿਆ ਆ। ਉਹ ਕਹਿੰਦੀ ਹੈ ਵੀ ਜਦੋਂ ਕੋਈ ਪੜ੍ਹਦਾ ਹੋਵੇ ਤੇ ਮੈਨੂੰ ਸਾਰਾ ਸਮਝ ਆਉਂਦਾ ਹੈ, ਪਰ ਮੇਰੇ ਤੋਂ ਆਪ ਨਹੀਂ ਪੜ੍ਹਿਆ ਜਾਂਦਾ ਹੈਗਾ, ਇਸ ਲਈ ਮੈਂ ਉਹਨੂੰ ਇਹ ਦੱਸਦੀ ਹੁੰਦੀ ਹਾਂ ਵੀ ਜਿੰਨਾ ਹੋ ਸਕੇ ਦੂਜੇ ਤੋਂ ਸੁਣੋ, ਜੇ ਤੈਨੂੰ ਦੂਜੇ ਤੋਂ ਸੁਣਿਆ ਜ਼ਿਆਦਾ ਸਮਝ ਆਉਂਦਾ ਹੈ ਤਾਂ ਦੂਜੇ ਤੋਂ ਸੁਣੋ ਜਿੰਨਾ ਹੋ ਸਕੇ। ਤੁਹਾਨੂੰ ਪਤਾ ਹੈ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਨਾ, ਇਹ ਮਾਨਸਿਕ ਜਿਹੜੇ ਸਾਈਕੋਲੋਜਿਸਟ ਹੁੰਦੇ ਨੇ, ਉਹਨਾਂ ਨੇ ਇਹਦੇ ਤੇ ਬੜੀਆਂ ਰਿਸਰਚਾਂ ਕੀਤੀ ਦੀਆਂ ਨੇ। ਕਈ ਲੋਕਾਂ ਨੂੰ ਕੰਨ ਦੇ ਸੁਣਨ ਨਾਲ ਜ਼ਿਆਦਾ ਜਲਦੀ ਸਮਝ ਆਉਂਦਾ ਹੈ, ਕਈਆਂ ਨੂੰ ਅੱਖ ਦੇ ਦੇਖਣ ਨਾਲ ਜਲਦੀ ਜ਼ਿਆਦਾ ਸਮਝ ਆਉਂਦਾ ਹੈ, ਕਈਆਂ ਨੂੰ ਐਕਚੁਅਲੀ ਚ ਐਕਸਪੀਰੀਅੰਸ ਕਰਕੇ ਸਮਝ ਆਉਂਦਾ ਹੈ ਨਾ। ਇਹ ਤੇ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦਾ ਕਿਸੇ ਦਾ ਹੋ ਸਕਦਾ ਹੈ, ਮਾਨਸਿਕ ਉਹਦਾ ਕੀ ਲੈਵਲ ਹੈਗਾ ਹੈ, ਤੇ ਇਸ ਕਰਕੇ ਇਹ ਤੇ ਹਰ ਕਿਸੇ ਦੇ ਨਾਲ ਵੱਖਰਾ ਹੋ ਸਕਦਾ ਹੈ। ਤੇ ਉਹਨਾਂ ਨੂੰ ਜੇ ਮੰਨ ਲਓ ਉਹਨਾਂ ਨੂੰ ਜੇ ਸੰਗ ਆਉਂਦੀ ਹੈ ਕਿ ਬਈ ਬੱਚੇ ਨਾ, ਤੇ ਉਹ ਤੇ ਅਸੀਂ ਹੁਣੇ ਡਿਸਕਸ ਕੀਤਾ ਨਾ ਕਿ ਜਿਹੜੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ, ਅਸੀਂ ਉਹਨਾਂ ਦਾ ਕੀ ਕਰ ਸਕਦੇ ਹਾਂ। ਜੇ ਸਾਹਮਣੇ ਵਾਲੇ ਨੇ ਵੇਖ ਕੇ ਮੇਰੇ ਬਾਰੇ ਕੋਈ ਮਜ਼ਾਕ ਉਡਾਉਣਾ ਹੈ, ਤੇ ਉਹਦੀ ਜ਼ਿੰਮੇਵਾਰੀ ਮੈਂ ਕਿਉਂ ਲਈ ਜਾਵਾਂ, ਕਦੋਂ ਤੱਕ ਲਈ ਜਾਵਾਂ? ਮੈਂ ਜ਼ਿੰਮੇਵਾਰੀ ਲੈਣੀ ਹੈ ਕਿ ਮੈਂ ਕੀ ਕਰ ਸਕਦਾ, ਮੈਂ ਆਪਣੇ ਟੌਪਿਕ ਦੇ, ਆਪਣੀ ਸਟੱਡੀ ਵੱਲ, ਆਪਣੇ ਕਰੀਅਰ 'ਚ ਮੈਂ ਅੱਗੇ ਕੀ ਕਰਨਾ ਹੈ, ਜਾਂ ਗੁਰੂ ਸਾਹਿਬ ਦੀ ਬਾਣੀ ਜੇ ਪੜ੍ਹਨੀ ਹੈ ਤੇ ਉਹਦੇ 'ਚ ਅਸੀਂ ਕਿਸ ਤਰੀਕੇ ਦਾ ਆਪਣਾ ਵਤੀਰਾ ਰੱਖਣਾ ਹੈ ਨਾ, ਅਸੀਂ ਉਹਨਾਂ ਚੀਜ਼ਾਂ ਵੱਲ ਫੋਕਸ ਕਰੀਏ ਜੋ ਸਾਡੇ ਹੱਥ ਦੇ ਵਿੱਚ ਨੇ। ਇਹ ਦੁਨੀਆ ਕੀ ਕਹੇਗੀ ਤੇ ਇੱਕ ਐਸੀ ਬੰਦੂਕ ਹੈਗੀ ਹੈ ਜਿਹੜੀ ਕਿਸੇ ਨੂੰ ਵੀ ਚਲਾਣੀ ਨਹੀਂ ਆਉਂਦੀ। ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਸਰਦਾਰ ਸਤਿੰਦਰ ਸਿੰਘ ਜੀ, ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ ਬੱਚਿਆਂ ਦੇ ਲਈ। ਬੇਨਤੀ ਹੈ ਕਿ ਫਿਰ ਕਿਸੇ ਦਿਨ ਜ਼ਰੂਰ ਸਮਾਂ ਕੱਢਣਗੇ, ਕਿਸੇ ਦਿਨ ਵਾਹਿਗੁਰੂ ਜੀ ਮੌਕਾ ਬਣਾਉਣਗੇ ਕਿ ਫਿਰ ਕਿਸੇ ਦਿਨ ਹੋਰ ਖੁੱਲੀਆਂ ਵਿਚਾਰਾਂ ਹੋਣਗੀਆਂ ਜੀ। ਸੋ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਸਰਦਾਰ ਸਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੰਨਾ ਸਮਾਂ ਸਾਡੇ ਲਈ ਕੱਢਿਆ ਜੀ। ਹੁਣ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਜੀ, ਕੱਲ ਨੂੰ ਫਿਰ 4 ਵਜੇ ਜੁੜਦੇ ਹਾਂ। ਸਾਰੇ ਬੱਚਿਆਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।